ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਅੱਜ ਤੁਹਾਨੂੰ ਪਤਾ ਹੈ ਕਿ ਪੂਰੇ ਸੰਸਾਰ ਵਿੱਚ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ, ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਔਰ ਇਹਦੇ ਵਿੱਚ ਪੂਰੇ ਵਿਸ਼ਵ ਵਿੱਚ ਸਾਰੇ ਲੋਕ ਨਤਮਸਤਕ ਹੋ ਰਹੇ ਆ ਔਰ ਉਹਨਾਂ ਦੇ ਜਿਹੜੇ ਇਤਿਹਾਸਕ ਜਗ੍ਹਾ ਨੇ, ਧਾਰਮਿਕ ਸਥਾਨ ਨੇ, ਉੱਥੇ ਵੀ ਅੱਜ ਦਰਸ਼ਨਾਂ ਲਈ ਲੋਕ ਜਾ ਰਹੇ ਆ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਰਸ਼ਕ ਸੰਗਤਾਂ ਉੱਥੇ ਪਹੁੰਚੀਆਂ ਨੇ ਔਰ ਪੂਰੀ ਦੀਪਮਾਲਾ ਹੋ ਰਹੀ ਹੈ ਉੱਥੇ। ਔਰ ਉੱਥੇ ਕੀਰਤਨ ਜਿਹੜਾ ਸੁਣ ਰਹੇ ਅਸੀਂ, ਉਹ ਵੀ ਸਾਰਿਆਂ ਦੇ ਕੰਨਾਂ ਵਿੱਚ ਪੈਂਦਾ। ਔਰ ਬਾਣੀ, ਗੁਰੂ ਦੀ ਬਾਣੀ ਜੋ ਹੈ ਉਹਦੇ ਵਿੱਚ ਅੰਮ੍ਰਿਤ ਬਾਣੀ ਹੈ, ਉਹਦੇ ਵਿੱਚ ਵੀ ਹੈ ਇਹਨਾਂ ਦੀ ਸ਼ਹਾਦਤ 'ਤੇ ਕਿ ਤੇਗ ਬਹਾਦਰ ਕੇ ਚਲਤ भयो जगत में सोग, जय 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 शब्द भयो है इस लोग। तेग बहादुर के चलत भयो जगत में सोग, है जग में भया जय 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 सुरलोक। ਇਹਦੇ ਵਿੱਚ ਇਹ ਹੈ ਕਿ ਗੁਰੂ ਸਾਹਿਬ ਨੇ ਤਿਲਕ ਜੰਝੂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ। ਉਦੋਂ ਹਿੰਦੁਸਤਾਨ 'ਚ ਔਰੰਗਜ਼ੇਬ ਦਾ ਰਾਜ ਸੀਗਾ, ਦਿੱਲੀ ਦੇ ਤਖਤ 'ਤੇ ਔਰੰਗਜ਼ੇਬ ਬਿਰਾਜਮਾਨ ਸੀਗਾ। ਉਦੋਂ ਕਸ਼ਮੀਰੀ ਪੰਡਤਾਂ ਨੂੰ ਬਹੁਤ ਉਹਨਾਂ ਨੇ ਟੌਰਚਰ ਕੀਤਾ, ਤੰਗ ਕੀਤਾ। ਉਹ ਪੰਡਤ ਅਨੰਦਪੁਰ ਸਾਹਿਬ ਪਹੁੰਚੇ। ਉੱਥੇ ਉਹਨਾਂ ਨੇ ਆ ਕੇ ਉਹਨਾਂ ਦੇ ਅੱਗੇ ਬੇਨਤੀ ਕੀਤੀ ਕਿ ਇੱਕ ਪਵਿੱਤਰ ਆਤਮਾ ਦੀ, ਇੱਕ ਵੱਡੀ ਜਿਹੜੀ ਹਸਤੀ ਦੀ ਲੋੜ ਹੈ ਉਹਨਾਂ ਦੇ ਸੀਸ ਦੀ ਕੁਰਬਾਨੀ ਦੀ। ਤਾਂ ਗੁਰੂ ਸਾਹਿਬ ਅੱਗੇ ਉਹਨਾਂ ਨੇ ਬੇਨਤੀ ਕੀਤੀ। ਜਦੋਂ ਤੇ 10ਵੇਂ ਪਾਤਸ਼ਾਹ ਉਹਨਾਂ ਦੇ ਕੋਲ ਬੈਠੇ ਸੀ, ਗੁਰੂ ਸਾਹਿਬ ਨੇ ਕਿਹਾ ਕਿ ਇਹ ਤਾਂ ਸੋਚ ਵਿਚਾਰ ਹੋਊਗਾ, ਕਰਾਂਗੇ ਗੱਲ। ਜਦੋਂ ਕਸ਼ਮੀਰੀ ਪੰਡਤ ਵਾਪਸ ਆ ਗਏ, ਜਦੋਂ ਵਾਪਸ ਚਲੇ ਗਏ ਤਾਂ ਉਦੋਂ ਗੁਰੂ 10ਵੇਂ ਪਾਤਸ਼ਾਹ ਨੇ ਸਵਾਲ ਕੀਤਾ ਆਪਣੇ ਪਿਤਾ ਜੀ ਨੂੰ ਕਿ ਕਾਹਦੇ ਲਈ ਆਏ ਸੀ। ਉਹਨਾਂ ਨੇ ਕਿਹਾ ਕਿ ਇੱਕ ਪਵਿੱਤਰ ਰੂਹ ਦੀ, ਇੱਕ ਐਸੀ ਸ਼ਕਤੀ ਦੀ ਕੁਰਬਾਨੀ ਦੀ ਲੋੜ ਆ। ਤਾਂ ਉਹਨਾਂ ਨੇ ਕਿਹਾ, ਉਦੋਂ ਬਹੁਤ ਛੋਟੇ 9 ਸਾਲ ਦੇ ਸੀ, ਉਹਨਾਂ ਕਿਹਾ ਤੁਹਾਡੇ ਤੋਂ ਪਵਿੱਤਰ ਹਸਤੀ ਹੋਰ ਕਿਹੜੀ ਹੋ ਸਕਦੀ ਹੈ। ਗੁਰੂ ਸਾਹਿਬ ਨੇ ਉਹਨਾਂ ਦਾ ਜਵਾਬ ਦਿੱਤਾ, ਠੀਕ ਹੈ, ਮੈਂ ਉਹਨਾਂ ਨਾਲ ਗੱਲ ਕਰੂੰਗਾ। ਫਿਰ ਦੁਬਾਰਾ ਬੁਲਾਇਆ। ਫਿਰ ਉਹਨਾਂ ਨੇ ਚਾਂਦਨੀ ਚੌਕ ਦਿੱਲੀ ਗਏ। ਉੱਥੇ ਉਹਨਾਂ ਦੇ ਨਾਲ ਜਿਹੜੇ ਸਾਥੀ ਸੀ, ਉਹਨਾਂ ਨੂੰ ਤੇ ਗੁਰੂ ਸਾਹਿਬ ਨੂੰ ਇਸਲਾਮ ਧਰਮ ਜਿਹੜਾ ਕਬੂਲ ਕਰਨ ਲਈ ਕਿਹਾ ਗਿਆ ਔਰੰਗਜ਼ੇਬ ਵੱਲੋਂ। ਗੁਰੂ ਸਾਹਿਬ ਨੇ ਕਿਹਾ ਇਹ ਕਦੀ ਵੀ ਇੱਦਾਂ ਦੀ ਅਤਕਥਨੀ ਨਹੀਂ ਹੋ ਸਕਦੀ। ਉਹਨਾਂ ਦੇ ਬਾਕੀ ਜਿਹੜੇ ਨਾਲ ਦੇ ਸਾਥੀ ਸੀ, ਭਾਈ ਦਿਆਲਾ ਜੀ, ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਉਹਨਾਂ ਨੂੰ ਕਿਹਾ ਗਿਆ, ਉਹਨਾਂ ਵੀ ਨਹੀਂ ਕਬੂਲ ਕੀਤਾ। ਉਹਨਾਂ ਨੂੰ ਉਬਲਦੀਆਂ ਦੇਗਾਂ ਵਿੱਚ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਨੂੰ ਵੀ ਤੱਤੀ ਲੋਹ 'ਤੇ ਸ਼ਹੀਦ ਕਰ ਦਿੱਤਾ ਗਿਆ। ਅੱਜ ਵੀ ਉਹ ਧਾਰਮਿਕ ਅਸਥਾਨ ਦਿੱਲੀ ਵਿੱਚ ਸੁਸ਼ੋਭਿਤ ਹੈ। ਅੱਜ ਇਸ ਵੇਲੇ ਸੰਗਤਾਂ ਉੱਥੇ ਬਹੁਤ ਪਹੁੰਚੀਆਂ ਨੇ ਨਤਮਸਤਕ ਹੋਣ ਲਈ। ਚਾਂਦਨੀ ਚੌਕ ਦਿੱਲੀ ਸ਼੍ਰੀ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਗੁਰਦੁਆਰਾ ਉੱਥੇ ਹੈ ਔਰ ਅੱਜ ਬਹੁਤ ਉੱਥੇ ਸੰਗਤਾਂ ਪਹੁੰਚੀਆਂ। ਪਰ ਗੱਲ ਇਹੀ ਹੈ ਕਿ ਉਹਨਾਂ ਨੂੰ ਹਿੰਦ ਦੀ ਚਾਦਰ ਨਾਲ ਪੁਕਾਰਿਆ ਜਾਂਦਾ। ਸਾਰੀ ਸੰਗਤ ਨੇ ਉਹਨਾਂ ਨੂੰ ਕਿਹਾ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ, ਜਿਨ੍ਹਾਂ ਨੇ ਸਾਰੀ ਕੌਮ ਨੂੰ ਆਪਣੇ ਹੱਥ ਦੇ ਕੇ ਬਹੁਤ ਪਹੁੰਚਾਇਆ। ਅੱਜ ਵੀ ਉਹ ਲੋਕ ਯਾਦ ਕਰਦੇ ਨੇ, ਸਾਰੇ ਪੂਰੇ ਕਸ਼ਮੀਰ ਵਿੱਚ, ਪੂਰੇ ਵਿਸ਼ਵ ਵਿੱਚ ਅੱਜ ਉਹਨਾਂ ਦੇ ਇਸ ਸ਼ਹੀਦੀ ਦਿਵਸ ਨੂੰ ਯਾਦ ਕੀਤਾ ਜਾਂਦਾ। ਔਰ ਮੇਰਾ ਖਿਆਲ ਹੈ ਕਿ ਤੁਸੀਂ ਵੀ 2-4 ਸ਼ਬਦ ਕਹੋਗੇ। ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਦੋਂ ਵੀ ਅਸੀਂ ਕਿਤੇ ਲਿਖਿਆ ਹੋਇਆ ਪੜ੍ਹਦੇ ਹਾਂ ਜੀ, ਤੇ ਹਮੇਸ਼ਾ ਹੀ ਲਿਖਿਆ ਜਾਏਗਾ ਸਿੱਖਾਂ ਦੇ 9ਵੇਂ ਗੁਰੂ। ਤੇ ਮੈਂ ਅੱਗੋਂ ਹੀ ਸਵਾਲ ਕਰਦਾ ਕਿ ਮਹਾਪੁਰਸ਼ ਸਭ ਦੇ ਸਾਂਝੇ ਹੁੰਦੇ ਨੇ, ਸਿੱਖਾਂ ਦੇ ਨਾ ਲਿਖੋ 9ਵੀਂ ਪਾਤਸ਼ਾਹੀ। ਉਹ ਸਾਰੇ 9ਵੇਂ ਗੁਰੂ, ਸਾਰਿਆਂ ਦੇ ਗੁਰੂ, ਸਭ ਦੇ ਗੁਰੂ ਨੇ। ਮੈਂ ਹਮੇਸ਼ਾ ਉਹ ਸ਼ਬਦ ਹਟਾ ਦੇਣਾ ਅੱਗੋਂ, ਸਿੱਖਾਂ ਦੇ ਨਾ, ਕਿਹਾ ਜਾਵੇ 9ਵੇਂ ਗੁਰੂ। ਹਿਸਟਰੀ 'ਚ ਹੈਗਾ ਕਿ ਉਦੋਂ ਦੇ ਕਸ਼ਮੀਰੀ ਪੰਡਤਾਂ ਨੂੰ ਤੰਗ ਕੀਤਾ ਜਾ ਰਿਹਾ ਸੀਗਾ। ਉਹਨਾਂ ਨੂੰ ਨੌ ਕਰਨ ਲਈ, ਉਹਨਾਂ ਨੂੰ ਸਾਰਾ ਬਚਾਉਣ ਲਈ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਔਰ ਪਤਾ ਹੈ, ਇਤਿਹਾਸ ਪੂਰੇ ਦੇ ਪੂਰਾ ਉਹਦੇ ਵਿੱਚ ਬਿਆਨ ਹੈ ਕਿ ਗੁਰੂ ਸਾਹਿਬ ਆਪ ਖੁਦ ਗਏ, ਉਹਨਾਂ ਨੇ ਆਪ ਆਪਣਾ ਬਲੀਦਾਨ ਦਿੱਤਾ। ਔਰ ਇਹ ਤਾਂ ਗੱਲ ਹੈ, ਪਰ ਜੇ ਇੱਕ ਖਾਸ ਕਮਿਊਨਿਟੀ ਨਾਲ ਨਹੀਂ, ਮਤਲਬ ਪੂਰੀ ਦੁਨੀਆ ਨਾਲ, ਸਭ ਦੇ ਨਾਲ ਜੋੜਨਾ। ਔਰ ਜਿਹੜੇ ਮਹਾਪੁਰਸ਼ ਜਦੋਂ ਵੀ ਜਿਸ ਸਮੇਂ ਵੀ ਆਏ ਨੇ, ਉਹ ਸਭ ਦੇ ਸਾਂਝੇ ਨੇ। ਉਹਨੂੰ ਕਿਸੇ ਕਮਿਊਨਿਟੀ ਨਾਲ ਨਹੀਂ ਜੋੜਨਾ, ਉਹ ਸਾਰੀ ਮਾਨਵਤਾ ਦੇ ਸਾਂਝੇ ਨੇ। ਪਹਿਲੀ ਪਾਤਸ਼ਾਹੀ, 9ਵੀਂ ਪਾਤਸ਼ਾਹੀ, ਦਸ਼ਮੇਸ਼ ਪਿਤਾ ਸਭ ਦੇ ਨੇ। ਇਸ ਕਰਕੇ ਇਹ ਕਹਿਣਾ ਕਿ ਸਿੱਖਾਂ ਦੇ 9ਵੇਂ ਗੁਰੂ, ਇਹ ਸ਼ਬਦ ਮੈਂ ਹਟਾ ਦੇਣਾ ਹੁੰਦਾ। 9ਵੇਂ ਗੁਰੂ, 9ਵੀਂ ਪਾਤਸ਼ਾਹੀ ਸਭ ਨੂੰ ਪਤਾ ਹੈ। ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ। ਸੋ ਆਪਾਂ ਹੁਣ ਅੱਗੇ ਵਧਦੇ ਹਾਂ। ਉਹਨਾਂ ਦੀ ਸ਼ਹਾਦਤ ਦੇ ਸਦਕਾ ਹੀ ਅਸੀਂ ਜਿਉਂਦੇ ਹਾਂ ਸਾਰੇ। ਔਰ ਉਹ ਨੇ ਦਸ਼ਮੇਸ਼ ਪਿਤਾ ਨੇ ਸਰਵੰਸ ਵਾਰ ਦਿੱਤਾ, ਤਾਂ ਹੀ ਅਸੀਂ ਜਿਉਂਦੇ ਹਾਂ। ਨਹੀਂ, ਪੰਜਾਬ 'ਚ ਹਮਲਾਵਰ
ਕਿੰਨੇ ਘੋੜਿਆਂ ਦੀਆਂ ਟਾਪਾਂ ਉਹਨਾਂ ਦੀ ਆਵਾਜ਼ ਜਦੋਂ ਗੂੰਜਦੀ ਸੀ ਇੱਥੇ ਆ ਕੇ ਸਾਰੇ ਪੰਜਾਬ 'ਚ ਆਉਂਦੇ ਸੀ। ਪਰ ਪੰਜਾਬ ਨੂੰ ਉਹਨਾਂ ਨੇ ਬਚਾਉਣ ਲਈ ਜਦੋਂ ਇੱਕ ਕੌਮ ਸਾਜੀ ਹੈ, 10ਵੇਂ ਪਾਤਸ਼ਾਹ ਨੇ ਸਿਰਜਣਾ ਕੀਤੀ ਆ ਸਿੱਖ ਕੌਮ ਦੀ, ਉਹਨਾਂ ਨੂੰ ਪਤਾ ਸੀ ਕਿ ਜਿਹੜੇ ਹਮਲਾਵਰ ਆ ਰਹੇ, ਪਠਾਨ ਆ ਰਹੇ ਆ, ਬਲੋਚ ਆ ਰਹੇ ਆ, ਉਹ ਆ ਰਹੇ ਉੱਥੋਂ ਸਿੰਧ ਤੋਂ, ਤੁੱਧ ਤੋਂ, ਅਫਗਾਨਿਸਤਾਨ ਤੋਂ, ਉਹਨਾਂ ਨੂੰ ਰੋਕਣ ਲਈ ਉਹਨਾਂ ਨੇ ਕੌਮ ਸਾਜੀ। ਗੁਰੂ ਕੀ ਲਾਡਲੀ ਫੌਜ ਵੀ ਹੈ ਜਿਹੜੀ ਸ਼ਸਤਰਧਾਰੀ ਹੈ, ਹਾਂ शस्त्रधारी जी और सिंह साजे। हाँ, और मैं हमेशा ही देखदा सिख पंथ तो सिंह पंथ तक दी यात्रा मानवता ਨੂੰ ਸਮਰਪਿਤ ਹੈ, ਸਾਰੇ ਜਹਾਨ ਨੂੰ ਸਮਰਪਿਤ। ਪੂਰੀ ਕੌਮ ਲਈ ਨਿਸ਼ਾਵਰ ਕੀਤਾ ਉਹਨਾਂ ਨੇ। 10ਵੇਂ ਪਾਤਸ਼ਾਹ ਨੇ ਆਪਣਾ ਪਰਿਵਾਰ ਪੂਰੀ ਕੌਮਾਂ ਲਈ, ਪੂਰੇ ਹਿੰਦੁਸਤਾਨ ਲਈ, ਪੂਰੇ ਲੋਕਾਂ ਨੇ ਜਿਹੜੇ ਲੋੜਵੰਦ ਨੇ, ਜਿਹੜੇ ਮਜਬੂਰ ਸੀਗੇ, ਅਤਿਆਚਾਰ ਜੀ ਸਹਿ ਰਹੇ ਸੀ, ਉਹਨਾਂ ਲਈ ਆਪਣਾ ਸਾਰਾ ਜਿਹੜਾ ਸਰਬੰਸ ਉਹ ਦਾਨ ਕਰ ਦਿੱਤਾ। ਬਿਲਕੁਲ ਕੀਤਾ। ਹਾਂ, ਸੋ ਆਪਾਂ ਅੱਗੇ ਵਧਦੇ ਹਾਂ ਜੀ, ਪ੍ਰਵਾਸੀ ਭਾਰਤੀਆਂ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਤੇ ਵੀ ਦੁਨੀਆ 'ਚ ਜਾ ਕੇ ਵਸੀਏ, ਸਾਡਾ ਦੇਸ਼ ਭਾਰਤ ਸਾਡੇ ਸਭਨਾਂ ਦੇ ਦਿਲਾਂ 'ਚ ਰਹਿੰਦਾ ਹੈ, ਸਾਡਾ ਪੰਜਾਬ ਸਾਡੇ ਸਭਨਾਂ ਦੇ ਦਿਲਾਂ 'ਚ ਰਹਿੰਦਾ ਹੈ। ਸੋ 26/11 ਜਿਹੜਾ ਇੱਕ ਘਟਨਾ ਹੈ, ਜਦੋਂ ਮੁੰਬਈ ਦੇ ਵਿੱਚ ਜੋ ਹੋਟਲ ਦੇ ਅੰਦਰ ਸਾਰੇ ਟੈਰਰਿਸਟ ਆਏ ਔਰ ਉਹਨਾਂ ਨੇ ਤਾਜ ਹੋਟਲ ਦੇ ਵਿੱਚ ਕਬਜ਼ਾ ਕਰਕੇ ਇਹ ਸਾਰੀ ਘਟਨਾ ਹੋਈ। ਸੋ ਇਹ 26/11 ਦਾ ਇਨਸੀਡੈਂਟ ਹੈ, ਉਹਦੇ ਖਿਲਾਫ ਪਾਕਿਸਤਾਨ ਦਾ ਜਿਹੜਾ ਸਫਾਰਤਖਾਨਾ ਹੈ ਨਿਊਯਾਰਕ ਦੇ ਵਿੱਚ, ਉਹਦੇ ਬਾਹਰ ਭਾਰਤੀਆਂ ਨੇ ਪ੍ਰਦਰਸ਼ਨ ਕੀਤਾ ਔਰ ਖੂਬ ਡਟ ਕੇ, ਖੂਬ ਮਤਲਬ ਕ੍ਰੋਧ ਆਪਣਾ ਜ਼ਾਹਿਰ ਕੀਤਾ ਕਿ ਜੋ ਪਾਕਿਸਤਾਨੀ ਅੱਤਵਾਦੀਆਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਭਾਰਤ ਦੇ ਅੰਦਰ। ਇਹ ਬੜਾ ਭਿਆਨਕ ਜਿਹੜਾ ਹਾਦਸਾ ਹੋਇਆ ਸੀਗਾ ਬੰਬੇ 'ਚ, ਉਹਦੇ 'ਚ ਅਨੇਕਾਂ ਲੋਕ ਮਾਰੇ ਗਏ ਔਰ ਉਹਦੇ ਵਿੱਚ ਕੋਈ ਵੀ ਆਵਾਜਾਈ 'ਚ ਜਿੰਨੇ ਲੋਕ ਜਾ ਰਹੇ ਸੀ ਅੰਦੇ ਧੁੰਦ ਫਾਇਰਿੰਗ ਕੀਤੀ, ਬੰਬਾਰਮੈਂਟ ਹੋਈ ਔਰ ਤਾਜ ਹੋਟਲ ਨੂੰ ਉਹਨਾਂ ਘੇਰ ਲਿਆ ਔਰ ਉਹਦੇ 'ਚ ਇੰਨਾ ਜਾਨ ਮਾਲ ਮਾਰਿਆ ਗਿਆ, ਲੋਕਾਂ ਦੀਆਂ ਜਾਨਾਂ ਗਈਆਂ ਔਰ ਉਹਦੇ ਰੋਸ 'ਚ ਉਹਨਾਂ ਨੇ 26/11 ਦੇ ਵਿੱਚ ਉਹਨਾਂ ਨੂੰ ਫਿਰ ਦੁਬਾਰਾ ਹਿਸਟਰੀ ਨੂੰ ਦਰਸਾਇਆ ਗਿਆ ਔਰ ਉੱਥੇ ਰੋਸ ਪ੍ਰਗਟਾਇਆ ਗਿਆ ਔਰ ਨਿਊਯਾਰਕ 'ਤੇ ਜਿਹੜਾ ਸਫਾਰਤਖਾਨਾ ਸੀ ਇਹਨਾਂ ਦਾ ਪਾਕਿਸਤਾਨ ਦਾ, ਉੱਥੇ ਉਹਨਾਂ ਨੇ ਨਾਅਰੇਬਾਜ਼ੀ ਵੀ ਕੀਤੀ ਅਤੇ ਉਹਦੇ 'ਚ ਉਸ ਤੋਂ ਇਲਾਵਾ ਫਿਰ ਇੰਗਲੈਂਡ 'ਚ ਵੀ ਹੋਇਆ। ਇੰਗਲੈਂਡ 'ਚ ਜਿਹਨੇ ਪ੍ਰਵਾਸੀ ਭਾਰਤੀ ਬੈਠੇ ਨੇ, ਉਹਨਾਂ ਨੇ ਉਹ ਰੋਸ ਦਿਵਸ ਵਜੋਂ ਮਨਾਇਆ ਗਿਆ ਔਰ ਉਹਦੇ ਵਿੱਚ ਕਿਸੇ ਨੂੰ ਉਹਨਾਂ ਨੇ ਕਿਹਾ ਨਹੀਂ ਗਾ, ਪਰ ਨਾਅਰੇਬਾਜ਼ੀ ਕੀਤੀ ਔਰ ਦੱਸਿਆ ਗਿਆ ਕਿ ਇਹ ਬੜਾ ਭਿਆਨਕ ਦਿਨ ਸੀਗਾ ਜਿਸ ਦਿਨ ਬਹੁਤ ਦੁਨੀਆ ਮਾਰੀ ਗਈ ਔਰ ਉਹਦੇ ਵਿੱਚ ਅਚਾਨਕ ਆ ਕੇ ਉਹਨਾਂ ਨੇ ਅੱਤਵਾਦੀ ਬਣ ਕੇ ਆ ਕੇ ਫਾਇਰਿੰਗ ਕੀਤੀ। ਜਦੋਂ ਲੋਕ ਸੜਕ 'ਤੇ ਚੱਲਦੇ ਆ, ਬੱਚੇ ਪੜ੍ਹਨ ਜਾ ਰਹੇ ਆ, ਕੋਈ ਵਿਚਾਰਾ ਹੌਸਪੀਟਲ ਨੂੰ ਜਾ ਰਿਹਾ ਆਪਣੇ ਚੈੱਕਅਪ ਲਈ, ਉਹਨਾਂ ਨੂੰ ਤਾਂ ਨਹੀਂ ਪਤਾ ਕੀ ਹੋ ਰਿਹਾ। ਜਿਹੜੀ ਮੌਬ ਮੈਂਟੈਲਿਟੀ ਆ, ਇਹ ਬੜੀ ਮਾੜੀ ਚੀਜ਼ ਹੁੰਦੀ ਹੈ। ਉਹਦੇ ਵਿੱਚ ਭੀੜ ਭੜੱਕੇ 'ਚ ਉਹਨਾਂ ਨੇ ਗੋਲੀਆਂ ਚਲਾ ਕੇ ਬਹੁਤ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਅੱਜ ਵੀ ਉਸ ਦਿਨ ਨੂੰ ਪੂਰੇ ਹਿੰਦੁਸਤਾਨ 'ਚ ਨਹੀਂ, ਪੂਰੇ ਵਿਸ਼ਵ ਵਿੱਚ ਮਨਾਉਂਦੇ ਆ ਲੋਕ, ਜਿੱਥੇ ਜਿੱਥੇ ਵੀ ਸਾਡੇ ਲੋਕ ਬੈਠੇ ਨੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹੁਣੇ ਨਿਊਯਾਰਕ ਦੇ ਉਹ ਇੱਕ ਸ਼ਹਿਰ ਦੇ ਵਿੱਚ ਜਿੱਥੇ ਸਫਾਰਤਖਾਨਾ ਸੀ ਇਹਨਾਂ ਦਾ ਪਾਕਿਸਤਾਨ ਦਾ, ਉਹਦੇ ਉਹਨਾਂ ਨੇ ਘੇਰਿਆ, ਰੌਲਾ ਪਾਇਆ ਔਰ ਇੰਗਲੈਂਡ 'ਚ ਵੀ ਹੋਇਆ, ਬਾਹਰਲੇ ਦੇਸ਼ਾਂ ਆਸਟ੍ਰੇਲੀਆ 'ਚ ਵੀ ਹੋਇਆ। ਸਾਰੇ ਜਿੱਥੇ ਜਿੱਥੇ ਪੰਜਾਬੀ ਬੈਠੇ ਸੀ ਉਹਨਾਂ ਨੂੰ ਯਾਦ ਸੀਗਾ ਕਿ ਅੱਜ ਇਹ ਬੜਾ ਕਾਲਾ ਦਿਨ ਹੈ ਜਿਸ ਦਿਨ ਬਹੁਤ ਲੋਕਾਂ ਨੂੰ ਮਾਰਿਆ ਗਿਆ ਔਰ ਉਹਦੇ ਵਿੱਚ ਬੱਚੇ, ਬੁੱਢੇ, ਔਰਤਾਂ ਸਾਰਿਆਂ ਨੇ ਮੋਮਬੱਤੀਆਂ ਜਗਾ ਕੇ ਉਹ ਕਾਲਾ ਦਿਨ ਮਨਾਇਆ ਗਿਆ। ਦੇਖੋ ਕਿੰਨੇ ਲੋਕਾਂ ਨੂੰ ਮਾਰ ਦਿੱਤਾ ਗਿਆ ਔਰ ਤਾਂ ਅੱਜ ਅਸੀਂ ਉਸ ਦਿਨ ਨੂੰ ਉਸੇ ਤਰ੍ਹਾਂ ਯਾਦ ਕਰਾਂਗੇ ਕਿ ਜਦੋਂ ਲੋਕ ਲਾਮਬੰਦ ਹੋ ਕੇ ਆ ਜਾਂਦੇ ਆ ਬਾਹਰਲੇ ਦੇਸ਼ਾਂ 'ਚੋਂ ਔਰ ਆ ਕੇ ਇਸ ਤਰ੍ਹਾਂ ਦੀਆਂ ਚਿਣਗਾਂ ਚੁਆਂਤੀਆਂ ਛੇੜ ਕੇ ਲੋਕਾਂ ਨੂੰ ਮਾਰ ਦਿੰਦੇ ਆ ਔਰ ਇਹ ਖਾਸ ਤੌਰ 'ਤੇ ਸਾਡੇ ਇਹ ਪੜੋਸੀ ਦੇਸ਼ ਵੱਲੋਂ ਹੀ ਹੋਇਆ ਗਿਆ, ਪਾਕਿਸਤਾਨ ਵੱਲੋਂ ਹੋਇਆ। ਉਹ ਅੱਜ ਵੀ ਆਇਡੈਂਟੀਫਾਈ ਹੋ ਗਿਆ, ਉਹ ਬੰਦੇ ਜਿਹੜੇ ਫੜੇ ਗਏ ਸੀ ਉਹਨਾਂ ਨੂੰ ਅਰੈਸਟ ਵੀ ਕੀਤਾ, ਕਈਆਂ ਨੂੰ ਸਜ਼ਾ ਹੋ ਗਈਆਂ, ਪਰ ਉਹ ਤਾਂ 2-4 ਬੰਦੇ ਜਿਹੜੇ ਉਹਨਾਂ ਨੂੰ ਸਜ਼ਾ ਹੋ ਜਾਣਗੀਆਂ, ਪਰ ਜਿਹੜੇ ਅਨੇਕਾਂ ਮਾਰੇ ਗਏ, ਜਿਹੜੇ ਘਰ ਉੱਜੜ ਗਏ, ਬੱਚੇ ਮਾਰੇ ਗਏ, ਉਹਨਾਂ ਦਾ ਕੋਈ ਵਾਲੀ ਵਾਰਸ ਕੀ ਕਰੂਗਾ? ਜਿਹੜੀਆਂ ਜਾਨਾਂ ਗਈਆਂ, ਇਹ ਦਿਨ ਬੜੇ ਕਾਲੇ ਦਿਨ ਵਜੋਂ ਮਨਾਇਆ ਗਿਆ ਅਤੇ ਮੇਰਾ ਖਿਆਲ ਹੈ ਕਿ ਅੱਗੇ ਵਾਹਿਗੁਰੂ ਦੀ ਕਿਰਪਾ ਰਹੂਗੀ ਕਿ ਕੋਈ ਇਸ ਤਰ੍ਹਾਂ ਦਾ ਨਾ ਖੁਸ਼ ਦਿਨ ਜਾਂ ਇਸ ਤਰ੍ਹਾਂ ਦਾ ਕੋਈ ਮਜਬੂਰ ਦਿਨ ਨਾ ਆਵੇ ਅਤੇ ਲੋਕ ਖੁਸ਼ੀ ਖੁਸ਼ਹਾਲੀ ਆਪਣੇ ਪਰਿਵਾਰ ਨੂੰ ਬਚਾਉਣ ਅਤੇ ਅੱਗੇ ਲਿਆਉਣ। ਹਿਊਮਨ ਹਿਸਟਰੀ ਦੇ ਵਿੱਚ ਇਹ 2 ਦਿਨ ਆਉਂਦੇ ਨੇ, ਇੱਕ ਤਾਂ ਅਮਰੀਕਾ ਦਾ ਹੈਗਾ 9/11, ਹਾਂ, ਅੱਜ ਇੱਕ ਭਾਰਤ ਦਾ ਹੈਗਾ 26/11, ਉਹ ਵੀ ਇਸੇ ਤਰ੍ਹਾਂ ਦਾ ਸੀਗਾ, 26/11, ਉਹਦੇ 'ਚ ਵੀ ਉਹੀ ਬੰਦੇ ਸੀਗੇ ਅਫਗਾਨਿਸਤਾਨ ਤੇ ਪਾਕਿਸਤਾਨ 'ਚੋਂ, ਉਹੀ ਜਿਹੜੇ ਕਬਾਇਲੀ ਲੋਕ, ਜਿਹੜੇ ਲੜਾਕੇ ਲੋਕ ਸੀ, ਉਹੀ ਆ ਜਿਨ੍ਹਾਂ ਨੇ ਜਹਾਜ਼ ਨਾਲ ਲਾ ਕੇ ਟਕਰਾ ਕੇ ਪੂਰੀ ਦੀ ਪੂਰੀ ਟਾਵਰ ਸੁੱਟ ਦਿੱਤੇ, ਮਾਰ ਦਿੱਤੇ ਲੋਕ, ਬਹੁਤ ਕੁਛ। ਸੋ ਇਹ ਪ੍ਰਵਾਸੀ ਭਾਰਤੀਆਂ ਨੇ ਆਪਣੇ ਭਾਰਤ ਦੇਸ਼ ਨੂੰ ਯਾਦ ਕੀਤਾ। ਸੋ ਵਸਦਾ ਰਵੇ ਸਾਰਾ ਪ੍ਰਵਾਸੀ ਭਾਈਚਾਰਾ, ਜੋ ਸਾਡੇ ਦੇਸ਼ ਨੂੰ, ਆਪਣੇ ਦੇਸ਼ ਨੂੰ ਟਾਈਮ ਤੇ ਉੱਤੇ ਸਹਾਇਤਾ ਵੀ ਦਿੰਦਾ, ਨਾਲ ਖੜਾ ਵੀ ਹੁੰਦਾ ਔਰ ਹੁਣ ਭਾਰਤ ਸਰਕਾਰ ਵੀ ਨਵੀਆਂ ਸਹੂਲਤਾਂ ਦੇ ਰਹੀ ਹੈ ਤਾਂ ਕਿ ਜੋ ਪ੍ਰਵਾਸੀ ਭਾਈਚਾਰਾ ਹੈ, ਜੋ ਭਾਰਤ ਤੋਂ ਜਾ ਕੇ ਵਿਦੇਸ਼ਾਂ 'ਚ ਵਸਿਆ ਹੋਇਆ ਹੈ, ਉਹ ਭਾਰਤ ਦੇ ਅੰਦਰ ਕੋਈ ਨਾ ਕੋਈ ਬਿਜ਼ਨਸ ਸ਼ੁਰੂ ਕਰਨ
ਕੋਈ ਨਾ ਕੋਈ ਕੰਮ ਸ਼ੁਰੂ ਕਰਨ ਤੇ ਦੇਸ਼ ਦੀ ਇਕਨੋਮੀ ਨੂੰ ਹੋਰ ਮਜ਼ਬੂਤ ਕਰਨ। ਨਾਲੇ ਇਸੇ ਬਹਾਨੇ ਨਾਲ ਆਉਂਦੇ ਰਹਿਣਗੇ, ਆਪਣੇ ਸਾਕ ਸੰਬੰਧੀਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਮਿਲਣਗੇ ਜਦੋਂ ਕੋਈ ਕੰਮ ਇੱਥੇ ਸ਼ੁਰੂ ਹੋ ਜਾਂਦੇ ਆ। ਵੈਸੇ ਜਿਹੜੀ ਤੁਸੀਂ ਗੱਲ ਕੀਤੀ ਅੱਛੀ ਹੈ, ਕਿਉਂਕਿ ਪ੍ਰਵਾਸੀ ਭਾਰਤੀਆਂ ਨੇ ਸਕੂਲਾਂ ਦੇ ਵਿੱਚ ਬੜੇ ਅੱਛੇ ਇੱਦਾਂ ਦੇ ਕੰਮ ਕੀਤੇ ਆ, ਹਸਪੀਟਲਾਂ 'ਚ ਬਹੁਤ ਕੰਮ ਵਧੀਆ ਕੀਤੇ ਆ, ਜਿੱਥੇ ਜੁਆਇੰਟ ਲੋਕ ਆਉਂਦੇ ਆ ਜਿਨ੍ਹਾਂ ਨੂੰ ਲੋੜ ਸੀ ਪੈਸੇ ਦੀ, ਜਿੱਥੇ ਪੈਸਾ ਸਰਕਾਰ ਨਹੀਂ ਸੀ ਦੇ ਰਹੀ ਜਾਂ ਪੰਚਾਇਤ ਕੋਲੋਂ ਕੁਛ ਨਹੀਂ ਸੀ ਹੋ ਰਿਹਾ, ਉੱਥੇ ਪ੍ਰਵਾਸੀ ਭਾਰਤੀਆਂ ਨੇ ਆ ਕੇ ਜਿਹੜੇ NRI ਵੀਰ ਆ ਉਹਨਾਂ ਨੇ ਕੰਮ ਕੀਤਾ। ਬੜੇ ਸਕੂਲ ਉਹਨਾਂ ਦੇ ਨਾਂ 'ਤੇ ਚੱਲ ਰਹੇ ਆ, ਖਾਸ ਕਰਕੇ ਇੱਧਰ ਮਾਲਵੇ 'ਚ ਵੀ ਆ, ਮਾਝੇ 'ਚ ਵੀ ਆ। ਪਰ ਗੁਰੂ ਜਿਹੜੇ ਅਸਥਾਨ ਨੇ, ਜਿਹੜੇ ਵੀ ਧਾਰਮਿਕ ਅਸਥਾਨ ਨੇ, ਉਹਨਾਂ 'ਤੇ ਵੀ ਇਹਨਾਂ ਨੇ ਆ ਕੇ ਬਹੁਤ ਪੈਸਾ ਲਾਇਆ। ਕਿਤੇ ਮਾਰਬਲ ਲਾਤਾ, ਕਿਤੇ ਗ੍ਰੇਨਾਈਟ ਲਾਇਆ, ਕਿਤੇ ਪੌੜੀਆਂ ਬਣਾਤੀਆਂ, ਔਰ ਕਈ ਥਾਈਂ ਆਪਣੀਆਂ ਨਿਸ਼ਾਨੀ ਦੀਆਂ ਇੱਟਾਂ ਨਹੀਂ ਲਾਈਆਂ ਆਪਣੇ ਨਾਂ ਦੀਆਂ। ਇਹਨਾਂ ਨੇ ਕਿਹਾ ਕਿ ਗੁਪਤਦਾਨ ਜਾਂ ਗੁਰੂ ਮਹਾਰਾਜ ਦੇ ਜਿਹੜੀ ਨਗਰੀ ਨੂੰ ਵਸਾਉਣ ਲਈ ਇਹਨਾਂ ਨੇ ਸੁਲਤਾਨਪੁਰ ਲੋਧੀ ਬਹੁਤ ਕੰਮ ਕਰਾਇਆ ਪ੍ਰਵਾਸੀ ਭਾਰਤੀਆਂ ਨੇ। ਜੇ ਅਸੀਂ ਗਿਣੀਏ, ਟਿਪਸ 'ਤੇ ਗਿਣੀਏ, ਤਾਂ ਪ੍ਰਵਾਸੀ ਭਾਰਤੀਆਂ ਦਾ ਪੰਜਾਬ ਲਈ, ਹਿੰਦੁਸਤਾਨ ਲਈ ਬਹੁਤ ਭਰਵਾਂ ਹੰਗਾਰਾ ਔਰ ਬੜਾ ਵੱਡਾ ਭਲੇ ਦਾ ਕੰਮ ਕਰਨ ਲਈ ਆ ਜਾਂਦੇ ਸਾਡੇ ਪ੍ਰਵਾਸੀ ਭਾਰਤੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੁਣੇ, ਇਹਦੇ ਵਿੱਚ ਜਿੰਨੇ ਵੀ ਸਾਡੇ ਪ੍ਰਵਾਸੀ ਭਾਰਤੀ ਜਿੱਥੇ ਬੈਠੇ ਨੇ, ਖਾਸ ਕਰਕੇ ਪੰਜਾਬ 'ਚੋਂ ਬਹੁਤ ਗਏ ਨੇ, ਔਰ ਪੰਜਾਬ ਦੇ ਵਿੱਚ ਇਹਨਾਂ ਨੂੰ ਜਿੱਥੇ ਵੀ ਕੋਈ ਲੋੜ ਪੈਂਦੀ ਹੈ, ਕਿਤੇ ਪੁਲ ਟੁੱਟ ਗਿਆ ਪੁਲ ਬਣਾ ਦਿੰਦੇ ਆ, ਕਿਤੇ ਸੜਕ ਟੁੱਟ ਗਈ ਇਹ ਬਣਾ ਦਿੰਦੇ ਆ, ਕਿਤੇ ਮੇਲਾ ਵਾ ਉੱਥੇ ਗਾਇਕ ਆ ਜਾਂਦੇ ਆ, ਉੱਥੇ ਧਾਰਮਿਕ ਸਥਾਨਾਂ 'ਤੇ ਕੀਰਤਨ ਕਰਵਾਉਂਦੇ ਆ, ਲੰਗਰ ਲਾਉਂਦੇ ਆ। ਇੱਦਾਂ ਦੀਆਂ ਚੀਜ਼ਾਂ ਅਸੀਂ ਆਪ ਖੁਦ ਅੱਖਾਂ ਨਾਲ ਦੇਖਦੇ ਹਾਂ, ਔਰ ਵੀਡੀਓ ਵੀ ਆਉਂਦੀ ਇਹਨਾਂ ਦੀ। ਇਹ ਬੜੀ ਵੱਡੀ ਭਲੇ ਦੀ ਗੱਲ ਹੈ, ਸਰਬੱਤ ਦਾ ਭਲਾ ਚਾਹੁੰਦੇ ਹੋ। ਬਿਲਕੁਲ ਸਰਬੱਤ ਦਾ ਭਲਾ ਚਾਹੁੰਦੇ ਨੇ। ਹਮੇਸ਼ਾ ਹੀ ਅਸੀਂ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ G20 ਸੰਮੇਲਨ ਹੋਇਆ ਤੇ ਜਿਹੜੀ ਭਾਰਤ ਦੀ ਦਿਆਨਤਦਾਰੀ ਹੈ, ਭਾਰਤ ਦੀ ਸਮਝਦਾਰੀ ਹੈ, ਭਾਰਤ ਦੀ ਦਾਰਸ਼ਨਿਕਤਾ ਹੈ, ਉਹਦਾ ਬਹੁਤ ਜ਼ਿਆਦਾ ਉੱਥੇ ਸਨਮਾਨ ਕੀਤਾ ਗਿਆ, ਬਹੁਤ ਚਰਚਾ 'ਚ ਰਿਹਾ। ਇਹ ਸਭ ਜੋ ਭਾਰਤ ਦਾ ਤੁਸੀਂ ਕਹਿ ਦਿੰਦੇ ਹੋ ਇੱਕ ਵਿਊ ਪੁਆਇੰਟ, ਕਿ ਭਾਰਤ ਦਾ ਥਾਟ ਪ੍ਰੋਸੈਸ, ਕਿ ਭਾਰਤ ਸੋਚਦਾ ਕਿੱਦਾਂ। ਸਾਡੇ ਪਵਿੱਤਰ ਗ੍ਰੰਥ ਸਾਨੂੰ ਸੇਧ ਦਿੰਦੇ ਨੇ, ਅਸੀਂ ਉਸੇ ਤਰ੍ਹਾਂ ਹੀ ਸੋਚਦੇ ਹਾਂ। ਸੋ ਇਸ ਸੋਚ ਦਾ ਹਰ ਥਾਂ ਦੇ ਉੱਤੇ ਡੰਕਾ ਵੱਜਦਾ ਪੂਰੀ ਦੁਨੀਆ ਦੇ ਵਿੱਚ। ਤਾਂ ਉਸੇ ਸੋਚ ਦੇ ਤਹਿਤ ਹੁਣ G20 ਸੰਮੇਲਨ ਜਿਹੜਾ ਹੋਣਾ ਹੈ ਨੈਕਸਟ ਈਅਰ, ਉਹ ਭਾਰਤ ਦੇ ਵਿੱਚ ਹੋਣਾ ਹੈ। ਅਸੀਂ ਉਸ ਨੂੰ ਹੋਸਟ ਕਰਾਂਗੇ, ਔਰ ਇਹਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਮਾਨਵ ਕਲਿਆਣ ਦੀਆਂ ਗੱਲਾਂ ਕਰਨੀਆਂ ਨੇ, ਅਸੀਂ ਐਨਵਾਇਰਨਮੈਂਟ ਦੀਆਂ ਗੱਲਾਂ ਕਰਨੀਆਂ ਨੇ। ਇਹ ਸਾਰੀ ਹੁਣ ਪਲੈਨਿੰਗ ਹੋ ਰਹੀ ਹੈ ਕਿ ਕਿਸ ਤਰ੍ਹਾਂ ਇਸ ਸਮੁੱਚੀ ਧਰਤੀ ਨੂੰ ਸੰਭਾਲਿਆ ਜਾਵੇ, ਸਾਂਭਿਆ ਜਾਵੇ, ਕਿਉਂਕਿ ਪਹਿਲਾਂ ਤੋਂ ਹੀ ਅਸੀਂ ਬਹੁਤ ਜ਼ਿਆਦਾ ਨੁਕਸਾਨ ਕਰ ਚੁੱਕੇ ਹਾਂ ਆਪਣੇ ਸਾਰੇ ਵਾਤਾਵਰਣ ਦਾ, ਤਰੱਕੀ ਦੇ ਨਾਂ ਦੇ ਉੱਤੇ। ਅੱਗੇ ਵਧੋ, ਠੀਕ ਹੈ, ਅੱਗੇ ਵਧਣਾ ਠੀਕ ਹੈ, ਪਰ ਕੁਦਰਤ ਦਾ ਵੀ ਤਾਂ ਖਿਆਲ ਕਰੋ ਨਾ। ਤਾਂ ਕੁਦਰਤ ਦਾ ਖਿਆਲ ਅਸੀਂ ਨਹੀਂ ਕੀਤਾ, ਸਿਰਫ ਆਪਣੀ ਤਰੱਕੀ ਵੱਲ ਧਿਆਨ ਦਿੱਤਾ। ਔਰ ਪੈਸਾ ਕਮਾਉਣ ਦੀ ਹੋੜ ਇੰਨੀ ਜ਼ਬਰਦਸਤ ਹੈ ਕਿ ਸਾਰੀ ਕੁਦਰਤ ਨੂੰ, ਸਾਰੇ ਨੈਚੁਰਲ ਰਿਸੋਰਸਿਸ ਨੂੰ ਅਸੀਂ ਸੋਨੇ ਵਿੱਚ ਤਬਦੀਲ ਕਰਨਾ ਚਾਹੁੰਦੇ ਹਾਂ। ਇੱਕ ਕਹਾਣੀ ਹੈ ਨਾ, ਉਹ ਇੱਕ ਰਾਜਾ ਹੁੰਦਾ ਸੀ ਮਿਡਾਸ, ਅੰਗਰੇਜ਼ੀ ਕਹਾਣੀ ਹੈ। ਮਿਡਾਸ ਰਾਜਾ ਸੀ, ਉਹਨੂੰ ਸੋਨੇ ਦਾ ਬੜਾ ਸ਼ੌਕ ਸੀ। ਤੇ ਇੱਕ ਦਿਨ ਪਰਮਾਤਮਾ ਨੇ ਉਹਨੂੰ ਕਿਹਾ ਕਿ ਮੰਗ ਕੀ ਮੰਗਦਾ। ਉਹ ਕਹਿੰਦਾ ਮੈਂ ਜਿਹੜੀ ਚੀਜ਼ ਨੂੰ ਹੱਥ ਲਾਵਾਂ ਉਹ ਸੋਨਾ ਬਣ ਜਾਏ। ਉਹ ਸਾਰਾ ਸੋਨਾ ਹੀ ਸੋਨਾ ਇਕੱਠਾ ਕਰੀ ਜਾਵੇ। ਤੇ ਉਹ ਛੋਟੀ ਜਿਹੀ ਬੇਟੀ ਉਹਦੀ ਭੱਜੀ ਆਈ, ਪਾਪਾ। ਉਹ ਪਾਪਾ ਉਹਨੂੰ ਵੀ ਹੱਥ ਲਾ ਲਿੱਤਾ, ਜੱਫੀ ਪਾ ਲਈ, ਤੇ ਕੁੜੀ ਵੀ ਸੋਨੇ ਦੀ ਬਣ ਗਈ। ਹੁਣ ਰੋਵੇ ਪਿੱਟੇ ਕਿ ਆ ਕੀ ਕਰਾਂ ਮੈਂ, ਰੋਟੀ ਖਾਂਦਾ ਤਾਂ ਉਹ ਵੀ ਸੋਨੇ ਦਾ ਹੁੰਦਾ, ਭੁੱਖਾ ਹੀ ਮਰ ਰਿਹਾ, ਰੋਟੀ ਵੀ ਖਾਵੇ ਤੇ ਉਹ ਵੀ ਸੋਨੇ ਦੀ। ਸੋ ਤਾਂ ਵਿਪਤਾ ਪੈ ਗਈ। ਫਿਰ ਪਰਮਾਤਮਾ ਆਇਆ ਤੇ ਕਹਿੰਦਾ ਸਭ ਕੁਝ ਪਹਿਲਾਂ ਵਾਕਣ ਕਰ ਦਿਓ, ਸੋਨਾ ਨਹੀਂ ਚਾਹੀਦਾ, ਕੁਝ ਨਹੀਂ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਹੁਣ ਬੰਦੇ ਨੂੰ ਭੁੱਖ ਲੱਗੀ ਹੋਵੇ ਨਾ, ਉਹ ਕੋਈ ਰਾਜਾ ਵੀ ਹੋਵੇ, ਉਹਨੂੰ ਰੋਟੀ ਨਾ ਦਿਓ ਤੇ ਕਹੋ ਕਿ ਰੋਟੀ ਤੈਨੂੰ ਇਸ ਸ਼ਰਤ ਤੇ ਦੇਵਾਂਗੇ ਕਿ ਤੂੰ ਆਪਣਾ ਰਾਜਪਾਟ, ਆਪਣੀ ਰਾਜਧਾਨੀ ਮੇਰੇ ਨਾਂ ਤੇ ਕਰ ਦੇ, ਉਹ ਕਰ ਦੇਗਾ। ਜੇ ਉਹਨੂੰ ਕਹੋ ਕਿ ਆਪਣੇ ਬੱਚਿਆਂ ਦੀ ਸਲਾਮਤੀ ਚਾਹੁੰਦਾ ਤੇ ਰਾਜਧਾਨੀ ਦੇ ਦੇ, ਮੈਨੂੰ ਆਪਣਾ ਰਾਜਪਾਟ ਦੇ ਦੇ, ਰਾਜ ਮੁਕਟ ਦੇ ਦੇ, ਉਹ ਦੇ ਦੇਗਾ। ਸੋ ਸਭ ਤੋਂ ਵੱਡੀ ਚੀਜ਼ ਹੈ ਸਾਡੇ ਬੱਚੇ, ਸਾਡਾ ਘਰ ਪਰਿਵਾਰ, ਸਾਡਾ ਵਾਤਾਵਰਣ। ਇਹ ਪੰਛੀ, ਪਰਿੰਦੇ, ਜੀਵ ਜੰਤੂ, ਇਹ ਵੀ ਸਾਡਾ ਹੀ ਪਰਿਵਾਰ ਨੇ। ਇਹ ਸਾਰੀ ਵਨਸਪਤੀ, ਪੇੜ ਪੌਦੇ ਮਿਲ ਕੇ ਜੀਂਦੇ, ਇਹ ਸਾਡਾ ਹੀ ਪਰਿਵਾਰ ਨੇ। ਸੋ ਉਹ ਸਾਰੇ ਪਰਿਵਾਰ ਦਾ ਖਿਆਲ ਰੱਖਣਾ। ਜਿਸ ਤਰ੍ਹਾਂ ਤੁਸੀਂ ਦੱਸਿਆ G20 ਸਿਖਰ ਸੰਮੇਲਨ ਹੋਇਆ, ਔਰ ਉਹਦੇ ਵਿੱਚ ਪ੍ਰਤੀਨਿਧਤਾ ਜਿਸ ਇੰਡੀਆ ਦੀ ਰਹੀ ਆ, ਬੜੀ ਵਧੀਆ ਰਹੀ ਆ, ਬੜੀ ਪ੍ਰਸ਼ੰਸਾਜਨਕ ਰਹੀ ਆ। ਉਹਦੇ ਵਿੱਚ ਮੋਦੀ ਸਾਹਿਬ ਖਾਸ ਤੌਰ 'ਤੇ ਬੋਲੇ ਵੀ, ਔਰ ਉਹਨਾਂ ਨੂੰ ਜਦੋਂ ਬੋਲੇ ਆ ਬੜਾ ਪ੍ਰਭਾਵਸ਼ਾਲੀ ਤੌਰ 'ਤੇ ਬੋਲਦੇ ਆ, ਅੱਛੇ ਬੁਲਾਰੇ ਵੀ ਆ। ਔਰ ਉਹਨਾਂ ਦੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਆ ਡਿਵੈਲਪ ਕੰਟਰੀ ਦੇ ਸਾਰੇ ਪ੍ਰਮੁੱਖ ਨੇਤਾਵਾਂ ਨਾਲ, ਫਿਰ ਉਹਨਾਂ ਨੇ ਕਿਹਾ ਅਗਲਾ ਮੇਜ਼ਬਾਨੀ ਤੁਸੀਂ ਕਰੋਗੇ, ਅਸੀਂ ਤੁਹਾਡੇ ਕੋਲ ਅਸੀਂ ਆਵਾਂਗੇ ਸਾਰੇ ਐਜ਼ ਸੱਚ ਜਿੰਨੇ ਵੀ ਇਹਦੇ ਮੈਂਬਰ ਹੈਗੇ ਆ। ਔਰ ਇਹ ਦਿੱਲੀ ਵਿੱਚ ਇਹ ਨੀਅਤ ਹੋ ਗਿਆ ਦਾ, ਔਰ ਦਸੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਰਿਹਾ। ਇਹਦੇ ਵਿੱਚ ਜਿਹੜੀ ਪਹਿਲੇ ਇਹਦੇ ਪੜਾਅ ਆ, ਉਹਨਾਂ ਵਿੱਚ ਸਾਰੇ ਕੰਟਰੀ ਆਉਣਗੇ। ਉਹਦੇ 'ਚ ਇੰਡੀਆ ਦਾ ਖਰਚਾ ਤਾਂ ਹੋਊਗਾ, ਪਰ ਉਹਦੇ 'ਚ ਬਾਕੀ ਜਿਹੜੇ ਕੰਟਰੀ ਆ ਉਹ ਵੀ ਮਿਲ ਕੇ ਸਾਰਾ ਸ਼ਿਰਕਤ ਕਰਨਗੇ। ਇੱਕ ਕੋਲੈਬੋਰੇਸ਼ਨ ਦੇ ਨਾਲ ਹੀ ਸਾਰਾ ਕੁਝ ਹੋਊਗਾ। ਪਰ ਆਲ ਨਾਲ ਜਿਹੜਾ ਇੰਡੀਆ ਇਹਨੂੰ ਆਪਣੇ ਤੌਰ 'ਤੇ ਮਨਾ ਰਿਹਾ, ਪਰ ਇਹ ਬਹੁਤ ਵੱਡੀ ਗੱਲ ਆ। ਜਿੱਦਾਂ
ਬੜੀਆਂ ਆਪਣੇ ਕੋਲ ਪਹਿਲੋਂ ਗੇਮਾਂ ਵੀ ਹੁੰਦੀਆਂ ਰਹੀਆਂ, ਏਸ਼ੀਅਨ ਗੇਮਸ ਵੀ ਹੋਈਆਂ, ਔਰ ਇਹਦੇ 'ਚ ਬਾਕੀ ਵੀ ਚੀਜ਼ਾਂ ਦਿੱਲੀ 'ਚ ਬੜੀਆਂ ਵੱਡੇ ਪ੍ਰਮੁੱਖ ਜਿਹੜੇ ਸਮਾਗਮ ਹੁੰਦੇ ਰਹੇ ਆ। ਪਰ ਐਤਕੀ ਬੜਾ ਵੱਡਾ ਕ੍ਰੈਡਿਟ ਜਾ ਰਿਹਾ ਹਿੰਦੁਸਤਾਨ ਦੀ ਗੌਰਮੈਂਟ ਨੂੰ ਕਿ ਇਹਨਾਂ ਨੇ ਪੂਰੇ ਦੇਸ਼ਾਂ ਦੇ ਜਿਹੜੇ ਪ੍ਰਮੁੱਖ ਨੇਤਾ ਨੇ ਉਹ ਇੱਥੇ ਪਹੁੰਚਣਗੇ, ਔਰ ਉਹਨਾਂ ਨੇ ਇਨਵੀਟੇਸ਼ਨ ਉਹਨਾਂ ਨੇ ਭੇਜ ਦਿੱਤੇ ਉਹਨਾਂ ਨੂੰ, ਉਹ ਆਉਣ ਵਾਲੇ ਸਾਰੇ, ਔਰ ਉਹਦੀ ਪਲਾਨਿੰਗ ਚੱਲ ਰਹੀ ਹੈ ਸਾਰਾ ਕੁਝ ਉਹਦੇ ਵਿੱਚ ਕੀ ਹੋਣਾ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੋਣਾ ਕਿ ਇਹਦੇ ਵਿੱਚ ਮਾਨਵ ਕਲਿਆਣ ਦੇ ਕੁਝ ਮੁੱਦੇ ਰੱਖੇ ਜਾਣਗੇ, ਕਿਉਂਕਿ ਜਿਹੜੀ ਸੰਯੁਕਤ ਰਾਸ਼ਟਰ ਦੇ ਨਾਲ ਪ੍ਰਮੁੱਖ ਜਿੰਨੇ ਨੇਤਾ ਨੇ ਇਹ ਖਾਸ ਤੌਰ 'ਤੇ ਉਹੀ ਹੁੰਦੇ ਕਿ ਕਿਹੜਾ ਦੇਸ਼ ਕਿਸ ਚੀਜ਼ ਨੂੰ ਫੇਸ ਕਰ ਰਿਹਾ ਔਰ ਉਹਨੂੰ ਅਸੀਂ ਕਿਸ ਤਰ੍ਹਾਂ ਸੋਲਵ ਕਰਨਾ, ਔਰ ਇਹਦਾ ਯੂਨਾਈਟਡ ਹੀ ਇਹ ਸਾਰਾ ਇੱਕ ਇਕੱਠੇ ਹੋ ਕੇ ਕਰਦੇ ਆ, ਔਰ ਇਹਦੇ 'ਚੋਂ ਪੈਸਾ ਵੀ ਇਕੱਠਾ ਹੀ ਆਉਂਦਾ। ਜਿਸ ਤਰ੍ਹਾਂ ਤੁਸੀਂ ਜਲਵਾਯੂ ਦੀ, ਪੌਣ ਪਾਣੀ ਦੀ, ਕੁਦਰਤ ਦੀ ਗੱਲ ਕੀਤੀ ਆ, ਇਹਨਾਂ ਨੇ ਗੱਲ ਕਹੀ ਆ, ਉਹਨਾਂ ਨੇ ਕਿਹਾ ਜਿਹੜਾ ਮਾਨਵ ਕਲਿਆਣ ਦੀਆਂ ਗੱਲਾਂ ਨੇ ਜਿਸ 'ਚ ਵੈਲਫੇਅਰ ਆਫ ਪੀਪਲ ਦੇ ਲੋਕਾਂ ਦੀ ਗੱਲ ਆ ਉਹ ਉਹਨਾਂ ਨੇ ਪੂਰੀ ਕਰਨੀ ਆ। ਔਰ ਬੜੀ ਵੱਡੀ ਗੱਲ ਆ ਕਿਉਂਕਿ ਹਿੰਦੁਸਤਾਨ ਹਮੇਸ਼ਾ ਇਸੇ ਤਰ੍ਹਾਂ ਹੀ ਕਰਦਾ ਰਿਹਾ, ਜਿਹੜੇ ਲੋਕਾਂ ਦੇ ਭਲੇ ਲਈ ਕੰਮ ਕਰਦਾ ਰਿਹਾ। ਖਾਸ ਤੌਰ 'ਤੇ ਪੰਜਾਬ ਵੀ ਹੈ, ਐਤਕੀ ਪੰਜਾਬ ਦੀ ਕੰਟਰੀਬਿਊਸ਼ਨ ਵੀ ਉਹਦੇ 'ਚ ਹੋਊਗੀ। ਸਾਡੇ ਪ੍ਰਵਾਸੀ ਭਾਰਤੀਆਂ ਦੀ ਆਪਾਂ ਹੁਣੇ ਗੱਲ ਕੀਤੀ ਹੈ, ਇਹ ਵੀ ਸ਼ਾਮਲ ਹੋਣਗੇ, ਔਰ ਇਹਨਾਂ ਨੂੰ ਇਨਵੀਟੇਸ਼ਨ ਚਲੇ ਗਏ, ਸੱਦੇ ਪੱਤਰ ਸਾਰਿਆਂ ਨੂੰ ਪਹੁੰਚ ਗਏ ਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਹਦਾ ਮਿਥਿਆ ਗਿਆ ਤਰੀਕਾ, ਔਰ ਉੱਥੇ ਹੀ ਸਾਰਾ ਕੁਝ ਹੋਊਗਾ, ਔਰ ਤਰੀਕੇ ਨਾਲ ਹੀ ਉੱਥੇ ਉਹਨਾਂ ਦਾ ਖਾਣ ਪੀਣ, ਰਹਿਣ ਬਹਿਣ, ਔਰ ਜਿਹੜਾ ਉਹਨਾਂ ਨੂੰ VIP ਜਿਹੜੇ ਲੋਕ ਆ ਰਹੇ ਆ ਉੱਥੋਂ ਦੇ ਹੋਟਲਾਂ 'ਚ ਉਹਨਾਂ ਨੂੰ ਰਹਿਣ ਲਈ ਆ। ਔਰ ਦੇਖ ਲਓ ਕਿੰਨਾ ਪੈਸਾ ਖਰਚ ਕਰਨਗੇ, ਬੜੀ ਵੱਡੀ ਇਹ ਪਹੁੰਚ ਹੈ ਸਾਡੇ ਦੇਸ਼ ਵੱਲੋਂ। ਬਿਲਕੁਲ ਬਹੁਤ ਵੱਡੀ ਪਹੁੰਚ ਹੈ, ਔਰ ਇਹਦੇ ਮੁਤਾਬਿਕ ਕੰਮ ਵੀ ਹੋਵੇ, ਸਿਰਫ ਗੱਲਾਂ ਹੀ ਨਾ ਹੋਣ। ਬਿਲਕੁਲ ਨਹੀਂ, ਕਿਉਂਕਿ ਅਸੀਂ ਦੇਖਦੇ ਹਾਂ ਇੰਟਰਨੈਸ਼ਨਲ ਪਲੇਟਫਾਰਮ ਤੇ ਵੱਡੇ ਪਲੇਟਫਾਰਮਸ ਤੇ ਵੱਡੇ ਖਰਚੇ, ਇਮੋਸ਼ਨਲ ਡਾਇਲੌਗਸ, ਭਾਸ਼ਣ ਹੋ ਕੇ ਚੱਲ ਜੇ ਮੁੜ ਕੇ, ਔਰ ਉਸ ਤੋਂ ਬਾਅਦ ਜਦੋਂ ਕੰਮ ਕਰਨ ਦਾ ਵੇਲਾ ਆਉਂਦਾ ਹੈ ਤਾਂ ਕੁਝ ਵੀ ਨਹੀਂ, ਉਹੀ ਫੁੱਸ। ਇਹ ਭਾਸ਼ਣ ਹੋ ਜਾਏ ਤਾਂ ਰਾਸ਼ਨ ਖਾ ਜਾਣ ਤਾਂ ਬਸ ਉਹ ਦੋ ਚੀਜ਼ਾਂ ਰਹਿ ਗਈਆਂ, ਤਾਂ ਮੁੜ ਕੇ ਲੋਕਾਂ ਦੇ ਹੱਥ 'ਚ ਕੀ ਰਹਿ ਜਾਣੇ ਆ? ਉਹ ਜਿਹੜੇ ਭਾਸ਼ਣ ਲਿਖਣ ਵਾਲੇ ਕਾਗਜ਼ ਉਹ ਰਹਿ ਜਾਣੇ। ਜਦੋਂ ਆਪਾਂ ਚਲੇ ਜਾਂਦੇ ਮੇਲਾ ਉੱਜੜ ਜਾਂਦਾ, ਫਿਰ ਤੁਹਾਨੂੰ ਕਿਹੜੇ ਕਾਗਜ਼ ਮਿਲਦੇ? ਪਕੌੜਿਆਂ ਵਾਲੇ, ਜਲੇਬੀਆਂ ਵਾਲੇ, ਹੈ ਨਾ, ਜਿਹਦੇ 'ਚੋਂ ਖਾ ਕੇ ਲੋਕਾਂ ਨੂੰ ਸੁੱਟੇ ਹੁੰਦੇ। ਇਹ ਨਾ ਰਹਿ ਪਵੇ। ਇਹ ਤੁਹਾਡੀ ਗੱਲ ਸਹੀ ਹੈ ਕਿ ਇਹਨੂੰ ਪ੍ਰੈਕਟੀਕਲ ਤੌਰ 'ਤੇ ਵਧੀਆ ਤਰੀਕੇ ਨਾਲ ਨਜਿੱਠਣਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਬਲਕਾਰ ਜੀ, ਮਤਲਬ 4 ਗੱਲਾਂ ਕਰੋ, ਲਾਗੂ ਤਾਂ ਕਰੋ। ਤੁਸੀਂ 10 ਦੀ ਬਜਾਏ 100 ਗੱਲਾਂ ਕਰਦੇ ਹੋ, ਲਾਗੂ ਇੱਕ ਵੀ ਨਹੀਂ ਹੁੰਦੀ। ਹੁਣ ਉਹ ਗੱਲਾਂ ਦਾ ਕੀ ਕਰੀਏ? ਗੱਲਾਂ ਦਾ ਤਾਂ ਕੁਝ ਵੀ ਨਹੀਂ ਹੋਣਾ, ਕੰਮ ਕਰਨ ਨਾਲ ਹੀ ਕੰਮ ਹੋਣਾ ਹੈ। ਤਾਂ ਇਹ ਸਾਰੀਆਂ ਗੱਲਾਂ, ਪਰਿਆਵਰਨ ਨੂੰ ਸੰਭਾਲਣਾ, ਪਤਾ ਨਹੀਂ 1990 ਦੇ ਸ਼ੁਰੂ ਹੋਏ ਆ ਪੂਰੇ ਦੁਨੀਆ ਦੇ ਵਿੱਚ ਅਸੀਂ ਇੱਦਾਂ ਦੇ ਪਲੇਟਫਾਰਮ ਦੇ ਉੱਤੇ ਗੱਲਾਂ ਕਰਨੀਆਂ, ਬਲਕਿ ਉਸ ਤੋਂ ਪਹਿਲਾਂ ਵੀ UN ਦੀ ਹੋਈ ਸੀਗੀ ਉਹ ਪਰਿਆਵਰਨ ਨੂੰ ਲੈ ਕੇ। ਔਰ ਸੈਵਨ ਸੁਜ਼ੂਕੀ, ਉਹ ਉਸ ਵਕਤ ਇੱਕ ਛੋਟੀ ਜਿਹੀ ਬੱਚੀ ਸੀ, ਉਹ ਬਹੁਤ ਵੱਡੀ ਐਨਵਾਇਰਮੈਂਟਲਿਸਟ ਹੈ ਔਰ ਐਨਵਾਇਰਮੈਂਟ ਦੀ ਪੱਖ ਪੂਰਦੀ ਹੈ, ਬਹੁਤ ਜ਼ਬਰਦਸਤ NGO ਹੈ ਉਹਦੀ ਪੂਰੇ ਵਰਲਡ ਦੇ ਵਿੱਚ। ਸੈਵਨ ਸੁਜ਼ੂਕੀ, ਉਹ ਤਾਂ ਛੋਟੀ ਜਿਹੀ ਬੱਚੀ ਸੀ, 12 ਜਾਂ 13 ਸਾਲ ਦੀ ਹੋਏਗੀ, ਔਰ ਉਹਨੇ ਉਸ ਵਕਤ ਆ ਕੇ 5 ਮਿੰਟਸ ਵਾਸਤੇ, ਪੂਰੇ 5 ਮਿੰਟ ਵਾਸਤੇ ਪੂਰੀ ਅਸੈਂਬਲੀ ਨੂੰ ਚੁੱਪ ਕਰਾ ਦਿੱਤਾ ਸੀ, ਔਰ ਐਸੀ ਜ਼ਬਰਦਸਤ ਉਹਨੇ ਸਪੀਚ ਦਿੱਤੀ ਉੱਤੇ। ਸੋ ਅੱਜ ਵੀ ਉਹਦੀ ਸਪੀਚ ਜਿਹੜੀ ਹੈ YouTube ਦੇ ਉੱਤੇ ਅਵੇਲੇਬਲ ਆ, ਤੁਸੀਂ ਉਹ ਸਪੀਚ ਸੁਣ ਸਕਦੇ ਹੋ। ਮਤਲਬ ਉਹਦੇ 'ਚ ਉਹਨੇ ਇਹ ਕਿਹਾ ਕਿ ਜੋ ਜੀਵਨ ਹੈ ਇਹ ਸ਼ੇਅਰ ਮਾਰਕੀਟ ਨਹੀਂ ਹੈ, ਉੱਤੇ ਜਾਂਦਾ ਥੱਲੇ ਜਾਂਦਾ, ਪਰ ਇੱਥੇ ਜੋ ਚੀਜ਼ ਇੱਕ ਵਾਰੀ ਚਲੀ ਗਈ ਉਹ ਚਲੀ ਗਈ। ਜਿਹੜੀਆਂ ਸਪੀਸ਼ੀਜ਼ ਜਾ ਚੁੱਕੀਆਂ ਨੇ, ਜਿਹੜੇ ਜੀਵ ਜੰਤੂ ਮਰ ਗਏ, ਉਹਨਾਂ ਦੀਆਂ ਜਾਤੀਆਂ ਖਤਮ ਹੋ ਗਈਆਂ, ਦੁਬਾਰਾ ਨਹੀਂ ਆਉਣਗੀਆਂ। ਉਵੇਂ ਹੀ ਦਰਖਤਾਂ ਦੀਆਂ ਜਿਹੜੀਆਂ ਜਾਤੀਆਂ ਖਤਮ ਹੋ ਗਈਆਂ, ਦੁਬਾਰਾ ਨਹੀਂ ਆਉਣਗੀਆਂ। ਇਸ ਕਰਕੇ ਇਨਵਾਇਰਨਮੈਂਟ ਨੂੰ ਸੰਭਾਲੋ। ਔਰ ਅਸੀਂ ਆਪਣੇ ਭਾਰਤ ਦੀ ਧਰਤੀ 'ਤੇ ਦੇਖੀਏ, ਪੰਜਾਬ ਦੀ ਧਰਤੀ 'ਤੇ ਦੇਖੀਏ, ਜਿਹੜੇ ਪੁਰਾਣੇ ਦਰਖਤ ਸੀਗੇ, ਲਸੂੜਾ, ਅੱਜ ਸ਼ਾਇਦ ਹੀ ਕਿਤੇ ਦੇਖਣ ਨੂੰ ਮਿਲਦਾ। ਟਾਹਲੀਆਂ ਘੱਟ ਮਿਲਣਗੀਆਂ, ਟਾਹਲੀਆਂ ਬਹੁਤ ਘੱਟ ਮਿਲਦੀਆਂ ਨੇ। ਬੋੜ ਪਿੱਪਲ ਹੀ ਨਹੀਂ ਹੈਗੇ, ਉਹ ਵੀ ਨਹੀਂ ਮਿਲਣਗੇ। ਜਿਹੜੇ ਤੂਤਾਂ ਦੀ ਛਾਵਾਂ ਹੁੰਦੀਆਂ ਸੀ ਖੂਹਾਂ ਦੇ ਉੱਤੇ, ਤੂਤ ਵੀ ਨਹੀਂ ਰਹੇ, ਨਾ ਖੂਹ ਰਹੇ ਆ, ਨਾ ਉਹ ਵਾਡਾਂ ਰਹੀਆਂ, ਨਾ ਉਹ ਪਾਣੀ ਦਾ ਸਿਸਟਮ ਰਿਹਾ। ਸਾਰਾ ਕੁਝ ਨੇਚਰ ਦੇ ਅਸੀਂ ਅਗੇਂਸਟ ਚੱਲੇ ਹਾਂ, ਔਰ ਨੇਚਰ ਲੋਕਾਂ ਦੇ ਅਗੇਂਸਟ ਵੀ ਚੱਲੀ ਹੈ। ਇਹ ਸਿਰਫ ਇੰਡੀਆ 'ਚ ਨਹੀਂ, ਬਾਹਰਲੇ ਦੇਸ਼ਾਂ 'ਚ ਵੀ ਹੈ। ਰੇਗਿਸਤਾਨ ਨਾਲ ਭਰੇ ਜਿਹੜੇ ਹੈਗੇ, ਜਿੱਥੇ ਰੇਤਾ ਦੇਖੋ, ਉੱਥੇ ਕੁਦਰਤੀ ਕਰਦੀ ਹੈ, ਉੱਥੇ ਥੱਲੇ ਤੇਲ ਆ। ਦੇਖੋ ਇਰਾਨ ਇਰਾਕ ਵਾਲੇ ਪਾਸੇ ਚੱਲ ਜਾਓ ਤੁਸੀਂ, ਜਿੱਥੇ ਬੰਜਰ ਜ਼ਮੀਨ ਆ, ਉੱਥੇ ਉਹਨਾਂ ਦੀ ਧਰਤੀ ਦੇ ਥੱਲੇ ਸੋਨਾ ਸਾਰਾ ਕੁਝ ਹੈਗਾ। ਔਰ ਕਈ ਥਾਂ 'ਤੇ ਜਿਹੜੇ ਸੋਨੇ ਦੀਆਂ ਖਾਣਾਂ ਵੀ ਹੈਗੀਆਂ। ਕੁਦਰਤ ਦਾ ਕੋਈ ਪਤਾ ਨਹੀਂ ਗਾ ਕਿ ਕਿੱਥੇ ਕੀ ਖਜ਼ਾਨਾ ਭਰ ਦਿੰਦੀ ਆ। ਜੇਕਰ ਬੰਦੇ ਦੀ ਨੀਤ ਅੱਛੀ ਹੈ ਤਾਂ ਸਾਰਾ ਕੁਝ ਮਿਲ ਜਾਂਦਾ। ਹੁਣ ਆਹ ਜਿਹੜੀ ਗੱਲ G20 ਦਾ ਸੰਮੇਲਨ ਹੋ ਰਿਹਾ, ਅੱਛੀ ਗੱਲ ਹੈ। ਇਹਦੇ ਵਿੱਚ ਜਿਹੜੇ ਵੀ ਡਿਵੈਲਪਿੰਗ ਕੰਟਰੀ ਆ, ਜਿਹੜੇ ਵਿਕਸਿਤ ਦੇਸ਼ ਵਿਕਸਿਤ ਹੋ ਰਹੇ ਆ, ਉਹਨਾਂ ਨੂੰ ਇਹ ਹੈਲਪ ਕਰਨਗੇ। ਜਿੱਥੇ ਜਲਵਾਯੂ ਖਰਾਬ ਆ, ਕਿਉਂ ਖਰਾਬ ਆ, ਉਸ ਵਿੱਚ ਕੁਦਰਤ ਦਾ ਕਿਉਂ ਰੁੱਸੀ ਪਈ ਆ, ਉਹਦੇ 'ਚ ਕੀ ਕੁਛ ਹੈ, ਸਾਰਾ ਕੁਛ ਮੇਨਟੇਨ ਇਹਨਾਂ ਨੇ ਕਰਨਾ ਪੈਸੇ ਨਾਲ। ਬਿਲਕੁਲ ਫੰਡਿੰਗ ਕੌਣ ਕਰ ਰਿਹਾ? ਜਿਹੜੇ ਡਿਵੈਲਪਡ ਕੰਟਰੀ ਆ, ਜਿਹੜੇ ਵਿਕਸਿਤ ਹੋ ਚੁੱਕੇ ਆ, ਸਹਿਮਤੀ ਬਣੀ ਹੈ, ਪੈਸਾ ਉਹ ਦੇਣਗੇ। ਫੰਡਿੰਗ ਦੀ ਸਹਿਮਤ ਹੋ ਗਏ, ਉਹਨਾਂ ਸਹਿਮਤ ਫੰਡ ਬਣ ਗਿਆ, ਦੇਤਾ ਹੈ। ਬਹੁਤ ਵੱਡਾ ਕੰਟਰੀਬਿਊਸ਼ਨ ਆ। ਔਰ ਪਹਿਲਾ ਸੰਮੇਲਨ ਉਦੋਂ ਬਾਅਦ ਸਹਿਮਤੀ ਤੋਂ ਬਾਅਦ ਇੰਡੀਆ 'ਚ ਹੋ ਰਿਹਾ। ਇਹ ਸਭ ਤੋਂ ਵੱਡਾ ਇੱਕ ਗਹਿਣਾ ਜਿਹੜਾ ਹੋ ਰਿਹਾ, ਪੂਰਾ ਇਹਨਾਂ ਦੇ ਗਲ ਦਾ ਗਹਿਣਾ ਹੀ ਬਣ ਜਾਣਾ ਕਿ ਜਦੋਂ ਕਿ ਦੇਸ਼ ਨੂੰ ਬਹੁਤਾ ਸਵਰਗ ਬਣਾਉਣ ਲਈ ਫਿਰ ਦੁਬਾਰਾ ਨਵੇਂ ਸਿਰੇ ਤੋਂ ਇਹ ਪਲਾਨਿੰਗ ਹੋਊਗੀ, ਨਵੀਂ ਨੀਤੀ ਘੜੀ ਜਾਊਗੀ। ਔਰ ਇਹ ਕ੍ਰੈਡਿਟ
ਆਪਣੇ ਨਰਿੰਦਰ ਮੋਦੀ ਜੀ ਨੂੰ ਜਾ ਰਿਹਾ, ਕਿਉਂਕਿ ਉਹਨਾਂ ਨੇ ਜਾ ਕੇ ਉੱਥੇ ਉਹਨਾਂ ਨਾਲ ਮੇਲ ਮਿਲਾਪ ਕੀਤਾ, ਉਹਨਾਂ ਨੂੰ ਮਨਾਇਆ। ਉਹਨਾਂ ਨੇ ਕਹਿਤਾ ਕਿ ਪਹਿਲਾ ਸਮਾਗਮ ਹੁਣ ਜਿਹੜਾ ਇਹ ਇੰਡੀਆ 'ਚ ਹੋਊਗਾ। ਔਰ ਦੇਖੋ ਚਾਈਨਾ ਨੂੰ ਇਹਨਾਂ ਨੇ, ਚਾਈਨਾ ਇਹਨਾਂ ਨੂੰ ਵਿਟਰਿਆ ਫਿਰਦਾ ਸੀ। ਵਿਟਰਿਆ ਮੀਨਸ ਮਤਲਬ ਥੋੜ੍ਹਾ ਬਹੁਤ ਨਾਰਾਜ਼ ਸੀਗਾ। ਉਹਨਾਂ ਨੇ ਉਹਦੇ ਵਿੱਚ ਇਨਕਲੂਡ ਕਰ ਲਿਆ ਕਿ ਸੁਪਰ ਪਾਵਰ ਹੈ, ਪੈਸਾ ਤੈਨੂੰ ਵੀ ਦੇਣਾ ਪਊ। ਇਹ ਮਤ ਸੋਚ ਵੀ ਮੇਰੀ ਪਾਪੂਲੇਸ਼ਨ ਜਿਹੜੀ ਹੈਗੀ ਹੈ ਇੰਡੀਆ ਤੋਂ ਜ਼ਿਆਦਾ ਅਤੇ ਮੇਰੇ ਕੋਲ ਸਾਰਾ ਕੁਝ ਕਰੂੰਗਾ। ਉਹਨਾਂ ਨੇ ਕਿਹਾ ਜਿਹੜਾ ਦੂਜੀ ਥਾਂ 'ਤੇ ਖੜਾ ਇੰਡੀਆ, ਜਿਹੜਾ ਪਾਪੂਲੇਸ਼ਨ ਤੁਹਾਡੇ ਤੋਂ ਬਾਅਦ ਦੀ ਗੱਲ ਹੈ, ਉਹਨੂੰ ਵੀ ਡਿਵੈਲਪ ਕਰਨਾ, ਉਹਨਾਂ ਨੂੰ ਸਾਰਾ ਕੁਝ ਕਰਨਾ, ਉਹਦੇ ਲਈ ਵੀ ਸੋਚਾਂਗੇ, ਪਰ ਸਮਾਗਮ ਉੱਥੇ ਰੱਖਾਂਗੇ। ਤੂੰ ਜੋ ਕੁਝ ਕਰਨਾ ਹੈਗਾ, ਉਹਨਾਂ ਨੇ ਜੀਪਿੰਗ ਨੂੰ ਕਹਿ ਤਾ ਕਿ ਪੈਸਾ ਤੁਹਾਡੇ ਵੱਲੋਂ ਆਊਗਾ, ਕੰਟਰੀਬਿਊਟ ਤੁਸੀਂ ਵੀ ਕਰੋਗੇ। ਵੱਡੀ ਗੱਲ ਹੈ, ਬਹੁਤ ਅੱਛੀ ਗੱਲ, ਬਹੁਤ ਵੱਡੀ ਗੱਲ ਹੈ। ਵੱਡੇ ਲੋਕ ਵੱਡੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਸਭ ਦੇ ਫਾਇਦੇ ਵਾਸਤੇ ਹੋਣ। ਪਰ ਇਸ ਅਗਲੀ ਨਿਊਜ਼ ਤੋਂ ਜਾਂਦੇ ਜਾਂਦੇ ਨਾ ਮੈਂ ਇੱਕ ਛੋਟੀ ਜਿਹੀ ਗੱਲ ਕਰੂੰਗਾ। ਜ਼ਰੂਰ ਜ਼ਰੂਰ। ਉਹ ਜਿਹੜੀਆਂ ਮੈਂ ਦਰਖਤਾਂ ਦੀਆਂ ਗੱਲਾਂ ਕੀਤੀਆਂ ਨੇ ਨਾ, ਜਿਹੜੇ ਅੱਜ ਕੱਲ੍ਹ ਨਹੀਂ ਮਿਲਦੇ। ਮੈਨੂੰ ਯਾਦ ਹੈ ਨਿੱਕੇ ਨਿੱਕੇ ਹੁੰਦੇ ਸੀ ਅਸੀਂ ਸਾਰੇ ਸਾਥੀਆਂ ਨੇ ਜਾਣਾ ਘੁੰਮਣ ਬਾਗ ਦੇ ਵਿੱਚ, ਜਦੋਂ ਉੱਥੇ ਨਿੰਮ ਦੇ ਦਰਖਤ 'ਤੇ ਚੜ੍ਹ ਜਾਣਾ, ਉੱਥੇ ਲਸੂੜਿਆਂ ਦੇ ਦਰਖਤ 'ਤੇ ਚੜ੍ਹ ਜਾਣਾ, ਅਤੇ ਜਿਹੜੇ ਪੱਕੇ ਪੱਕੇ ਲਸੂੜੇ ਹੋਣੇ, ਪੱਕੀਆਂ ਨਮੋਲੀਆਂ ਹੋਣੀਆਂ ਨਿੰਮ ਦੀਆਂ, ਉਹ ਤੋੜਨੀਆਂ ਅਤੇ ਉਹ ਇਕੱਠੀਆਂ ਕਰਨੀਆਂ, ਇਕੱਠੀਆਂ ਕਰਕੇ ਫਿਰ ਧੋਣੀਆਂ, ਧੋ ਕੇ ਤੇ ਫਿਰ ਇਕੱਠੇ ਉਹ ਮਿਕਸ ਕਰਕੇ ਨਾ ਖਾਂਦੇ ਹੁੰਦੇ ਸੀਗੇ। ਨਮੋਲੀਆਂ ਖਾਣੀਆਂ ਅਤੇ ਲਸੂੜੇ ਖਾਣੇ, ਉਹ ਇੰਨਾ ਸਵਾਦ ਹੋਣਾ। ਔਰ ਤੁਸੀਂ ਉਹ ਸਵਾਦ ਦੇ ਨਾਲ ਨਾਲ ਉਹ ਇੱਕ ਤਰ੍ਹਾਂ ਦੀ ਦਵਾਈ ਵੀ ਲੈਂਦੇ ਪਏ ਹੋ, ਤੁਸੀਂ ਕਈ ਇੱਦਾਂ ਦੇ ਰੋਗਾਂ ਤੋਂ ਬਚ ਜਾਂਦੇ ਹੋ। ਸਕਿਨ ਦੇ ਤੁਸੀਂ ਦੇਖੋ ਸਕਿਨ ਕਿੰਨੇ ਸੋਹਣੇ ਔਰ ਸਾਫ਼ ਹੋ ਜਾਂਦੇ ਨੇ ਖਾ ਪੀ ਕੇ। ਦੇਖੋ ਜਦੋਂ ਬਾਗ 'ਚ ਜਾਂਦੇ ਨੇ ਤੁਸੀਂ, ਉੱਥੇ ਖੇਡਦੇ ਜੇ ਉੱਤੇ ਰੁੱਖਾਂ ਚੜ੍ਹ ਜਾਂਦੇ ਸੀ ਅਤੇ ਉਹਦੇ ਪੱਤੇ ਤੋੜ ਤੁਸੀਂ ਸੀਟੀਆਂ ਵਜਾਉਂਦੇ ਹੁੰਦੇ ਸੀ। ਬੱਚਿਆਂ ਨੇ ਆਪੋ 'ਚ ਮਿਲਣਾ ਗਿਲਣਾ ਔਰ ਲੁਕਣ ਮਿੱਟੀ ਖੇਡਣਾ ਅਤੇ ਸੀਟੀ ਮਾਰਨੀ ਉਹਦੇ ਨਾਲ ਪੱਤਿਆਂ ਨਾਲ, ਔਰ ਜਾਮਨ ਖਾਣੇ, ਉਹਦੇ ਨਾਲ ਤੁਹਾਡੀ ਜ਼ੁਬਾਨ, ਤੁਹਾਡੇ ਬੁੱਲ ਸਾਰਾ ਕੁਛ ਨੀਲੇ ਹੋ ਜਾਂਦੇ। ਔਰ ਉਹਦੇ ਨਾਲ ਫਿਰ ਅੰਬ ਜਿਹੜੇ ਰੱਸੇ ਅੰਬ ਉਹ ਚੂਪਣੇ ਉੱਥੇ, ਲਗਾਠਾਂ, ਇਹ ਚੀਜ਼ਾਂ ਹੁਣ ਹੈ ਨਹੀਂ ਗੀਆਂ। ਬਾਗ ਵੱਡੇ ਹੈ ਨਹੀਂ ਗੇ ਹੁਣ। ਜਿਹੜੇ ਨਾ ਹਾਈਬ੍ਰਿਡ ਛੋਟੇ ਛੋਟੇ ਬੂਟੇ ਹੈਗੇ, ਉਹਨਾਂ ਨੂੰ ਜਦੋਂ ਤੁਸੀਂ ਲਿਆਉਂਦੇ ਉਹਨਾਂ ਨੂੰ ਉਹਨੂੰ ਫਲ ਲੱਗਾ ਹੁੰਦਾ, ਪਰ ਉਹ ਨਹੀਂ ਕਿ ਉੱਤੇ ਚੜ੍ਹ ਕੇ ਖੇਡਣ ਵਾਲੇ ਨਹੀਂ ਰਹਿ ਗਏ। ਉਹਦੀ ਲੱਕੜ ਕੇ ਕੰਮ ਆਉਂਦੀ ਸੀ, ਬੜੀਆਂ ਵੱਡੀਆਂ ਬਹੁਤ ਖੇਡਦੇ ਸੀ। ਔਰ ਪਿੱਪਲਾਂ ਬੋੜਾਂ 'ਤੇ ਕਿੰਨਾ ਬੱਚੇ ਖੇਡਦੇ ਹੁੰਦੇ ਚੜ੍ਹ ਕੇ, ਟਾਹਣਿਆਂ ਨਾਲ ਪੀਂਘਾਂ ਪੈਂਦੀਆਂ ਸੀਗੀਆਂ, ਤੀਆਂ ਲੱਗਦੀਆਂ ਸੀਗੀਆਂ, ਪਿੱਪਲ ਦੇ ਪੱਤੇ ਤੋੜ ਕੇ ਜਿਹੜੇ ਆ ਸਾਰਾ ਮਾਲਪੂੜੇ ਬਣਾਉਂਦੇ ਸੀ, ਮਾਲਪੂੜੇ ਬਣਦੇ ਸੀ। ਕੀ ਕੁਛ ਹੁੰਦਾ ਸੀ ਦੇਖ। ਮੈਂ ਤੁਹਾਨੂੰ ਦੱਸਦਾ, ਖੇਡ 'ਚ ਜਿਹੜੀਆਂ ਉਹ ਨਿੰਮ ਦੀਆਂ ਪੱਕੀਆਂ ਨਮੋਲੀਆਂ ਖਾਣੀਆਂ ਨਾ, ਉਹਨਾਂ ਨਾਲ ਤੁਹਾਡੇ ਸਕਿਨ ਸਾਫ਼ ਹੋ ਜਾਂਦੀ ਆ, ਔਰ ਤੁਹਾਡਾ ਚਿਹਰਾ, ਤੁਹਾਡੀ ਬਾਡੀ ਦਾ ਜਿਹੜਾ ਕੰਪਲੈਕਸ਼ਨ ਆ ਗੋਰਾ ਹੋ ਜਾਂਦਾ। ਸਕਿਨ ਨੂੰ ਬਹੁਤ ਅੱਛੀਆਂ, ਬਹੁਤ ਵਧੀਆ ਹੁੰਦੀ ਹੈ ਇਹਦੇ ਲਈ। ਉਹ ਤਾਂ ਬਹੁਤ ਵਧੀਆ ਜਿਹੜੀ ਨਮੋਲੀਆਂ ਨਾ, ਇਹਦੇ ਪੱਤਿਆਂ ਤੋਂ ਵੀ ਬਣਦਾ, ਪੱਤਿਆਂ ਨੂੰ ਵੀ ਬਾਲ ਕੇ ਉਹਦੇ 'ਤੇ ਪਾਣੀ ਵਾਲ ਕੇ ਬਹੁਤ ਕੁਝ ਬਣਦਾ ਰਹਿੰਦੇ ਸੀ ਉਹ ਟਾਈਮ। ਚਲੋ ਹੁਣ ਆਪਾਂ ਅੱਗੇ ਵਧੀਏ ਜੀ। ਕੁਦਰਤ ਦਾ ਸੰਸਾਰ ਤੇ ਬਹੁਤ ਵੱਡਾ, ਬਹੁਤ ਸੋਹਣਾ, ਜਿੰਨੀ ਮਰਜ਼ੀ ਇਹਦੇ ਉੱਤੇ ਚਰਚਾ ਕਰੀ ਜਾਓ। ਸੋ ਆਪਾਂ ਅੱਗੇ ਵਧਦੇ ਹਾਂ, ਚਰਚਾ ਵਧਾਉਂਦੇ ਹਾਂ ਅੱਗੇ। ਤੇ ਹਰਿਆਣਾ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਈਆਂ ਨੇ, ਤਾਂ ਨਤੀਜਿਆਂ ਨੇ ਸਾਨੂੰ ਹੈਰਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਜਿੱਤਦੀ ਪਈ ਹੈ ਔਰ ਬੀਜੇਪੀ ਨੂੰ ਧੱਕਾ ਲੱਗਦਾ ਪਿਆ, ਝਟਕਾ ਪੈਂਦਾ ਪਿਆ। ਦੇਖ ਲਓ ਪੰਚਕੂਲਾ 'ਚ ਉੱਥੇ ਆਪਣਾ ਖਾਤਾ ਖੋਲ੍ਹ ਨਹੀਂ ਸਕੇ, ਬਾਕੀ ਜਿੱਥੇ ਵੀ ਹੈਗੀਆਂ ਉਹਨਾਂ ਨੇ ਸਾਰੀਆਂ ਜਿੱਤ ਪ੍ਰਾਪਤ ਕੀਤੀ ਹੈ। ਪੰਚਾਇਤ ਸਮਿਤੀ ਦੀਆਂ ਹੈਗੀਆਂ, ਜ਼ਿਲ੍ਹਾ ਪਰਿਸ਼ਦ ਦੀਆਂ ਜਿੰਨੀਆਂ ਵੀ ਇਲੈਕਸ਼ਨ ਹੈਗੇ ਉਹਨਾਂ ਵਿੱਚ ਇਹ ਅੱਗੇ ਰਹੀ ਹੈ। ਮੇਰਾ ਖਿਆਲ ਹੈ ਕਿ ਲੋਕ ਇਸ ਵੇਲੇ ਇਸ ਨੀਤ 'ਤੇ ਧਾਰੇ ਗਏ ਕਿ ਕੋਈ ਨਾ ਕੋਈ ਜਿਹੜੀ ਨਵੀਂ ਪਾਰਟੀ ਆਵੇ। ਪੁਰਾਣੀਆਂ ਪਾਰਟੀਆਂ 'ਚ ਸਿਰਫ ਪੰਜਾਬ ਨਹੀਂ ਅੱਕਿਆ, ਬਾਹਰਲੇ ਸੂਬੇ ਵੀ ਅੱਕ ਚੁੱਕੇ ਆ। ਇਹਨਾਂ ਦਾ ਮੈਨੂੰ ਲੱਗਦਾ ਕਿ ਰਾਸ਼ਟਰੀ ਤੌਰ 'ਤੇ ਇਹ ਪਾਰਟੀ ਅੱਗੇ ਨੂੰ ਵਧੂਗੀ ਔਰ ਲੋਕਾਂ ਦਾ ਇਸ ਵੇਲੇ ਮਨ ਬਣ ਗਿਆ ਇਹਦੇ ਲਈ। ਪਰ ਜੇ ਇਹ ਵੀ ਤਰੀਕੇ ਨਾਲ ਕੰਮ ਕਰਨ, ਇਹਨਾਂ ਨੂੰ ਵੀ ਚਾਹੀਦਾ ਕਿ ਇੱਕ ਦਿਲ ਖੋਲ੍ਹ ਕੇ ਕੰਮ ਕਰਨ, ਇਕੱਲਾ ਖਾਤਾ ਨਾ ਖੋਲ੍ਹਣ, ਦਿਲ ਵੀ ਖੋਲ੍ਹਣ ਔਰ ਇਹਦੇ ਵਿੱਚ ਤੰਗਦਿਲੀ ਤੋਂ ਦੂਰ ਰਹਿਣ। ਜੋ ਲੋਕਾਂ ਦੀ ਸਹੂਲਤਾਂ ਜੋ ਚਾਹੁੰਦੇ ਨੇ, ਜੋ ਉਹਨਾਂ ਨੂੰ ਚਾਹੀਦਾ ਹੈਗਾ, ਉਸ ਤਰੀਕੇ ਨਾਲ ਸੋਚਣ। ਇਕੱਲੇ ਭਾਸ਼ਣ ਪਰ ਜਿਹੜੀ ਪ੍ਰਤੀਯੋਗਤਾ ਜਾਂ ਭਾਸ਼ਣ ਦੇ ਕੇ ਬੋਲਣ ਦਾ ਨਹੀਂ ਮਤਲਬ ਕੋਈ ਵੀ, ਕਿਉਂਕਿ ਕੇਜਰੀਵਾਲ ਸਾਹਿਬ ਦਿੱਲੀ ਬੈਠੇ ਨੇ, ਉਹ ਚਾਹੁੰਦੇ ਨੇ ਕਿ ਜਿਹੜਾ ਵੀ ਹੈ ਸਾਡਾ ਰਾਸ਼ਟਰੀ ਤੌਰ 'ਤੇ ਪਾਰਟੀ ਬਣ ਜੇ। ਔਰ ਹਰਿਆਣੇ 'ਚ ਇਹ ਕੰਮ ਕਰਨਾ ਬਹੁਤ ਵੱਡੀ ਗੱਲ ਹੈ, ਜਿੱਥੇ ਆਲਰੇਡੀ ਬੀਜੇਪੀ ਦਾ ਸਾਰਾ ਕੁਝ ਚੱਲ ਰਿਹਾ। ਬੀਜੇਪੀ ਦੀ ਜਿਹੜੀ ਰੂਲਿੰਗ ਪਾਰਟੀ ਹੈ, ਸਾਰਾ ਕੁਝ ਉੱਥੇ ਬੈਠੀ ਹੈ। ਪਰ ਜੇ ਇਹ ਪਾਰਟੀ ਇਸ ਤਰ੍ਹਾਂ ਦੇ ਕੰਮ ਕਰਦੀ ਹੈ ਤਾਂ ਔਰ ਜਿੱਥੇ ਇਹਨਾਂ ਦਾ ਮੋਨੋਪੋਲੀ ਬਣੀ ਆ, ਉਹਨੂੰ ਮੋਨੋਪੋਲੀ ਨੂੰ ਤੋੜਨਾ ਬੜਾ ਔਖਾ, ਪਰ ਇਹ ਤੋੜੀ ਜਾ ਰਿਹਾ। ਦੇਖ ਲਓ ਹੁਣ ਆਉਣ ਵਾਲੀਆਂ ਬਾਕੀ ਜਿਹੜੀਆਂ ਸਟੇਟਾਂ ਦੀਆਂ ਇਲੈਕਸ਼ਨਾਂ ਵਿੱਚ ਵੀ ਹੈ, ਹਿਮਾਚਲ 'ਚ ਵੀ ਦੇਖ ਲਓ ਕੀ ਕੁਛ ਹੁੰਦਾ। ਔਰ ਪੰਜਾਬ 'ਚ ਤਾਂ ਇਹਨਾਂ ਨੇ ਇੱਕ ਬਹੁਤ ਵੱਡੀ ਉਦਾਹਰਨ ਨੂੰ ਪੈਦਾ ਕਰਤੀ ਹੈ। ਇਸੇ ਉਦਾਹਰਨ ਨੂੰ ਲੈ ਕੇ ਬਾਹਰਲੇ ਸੂਬਿਆਂ ਦੇ ਲੋਕ ਵੀ ਇਸ ਪਿੱਛੇ ਲੱਗ ਗਏ ਆ, ਕਿਉਂਕਿ ਹੁੰਦਾ ਨਾ ਵੀ ਜਦੋਂ ਕੋਈ ਨਾ ਕੋਈ ਇਬਾਰਤ ਪੜ੍ਹੀ ਜਾਂਦੀ ਹੈ, ਕੋਈ ਨਾ ਕੋਈ ਮੰਤਰ ਪੜ੍ਹਿਆ ਜਾਂਦਾ। ਹੁਣ ਉਹ ਮੰਤਰ ਇਸ ਵੇਲੇ ਪੂਰਾ ਛਾ ਗਿਆ ਪੂਰੇ ਹਿੰਦੁਸਤਾਨ 'ਤੇ। ਲੋਕ ਚਾਹ ਰਹੇ ਆ ਕਿ ਇਸ ਤਰ੍ਹਾਂ ਦੀ ਸਰਕਾਰ ਆ ਜਾਏ ਜਿਹੜੀ ਸਾਡੀ ਵੀ ਸੁਣੇ, ਆਪਣੀ ਵੀ ਗੱਲ ਕਵੇ ਅਤੇ ਦੁਨੀਆ ਨੂੰ ਸਹੂਲਤਾਂ ਵੀ ਮਿਲਣ। ਲੋਕ ਤਾਂ ਵੈਸੇ ਤੰਗ ਬਹੁਤ ਹੈ, ਇਸੇ ਕਰਕੇ ਲੋਕ ਇਹਨਾਂ ਤੋਂ ਨੁਕਤਾਚੀਨੀ ਕਰਕੇ ਇਸ ਪਾਸੇ ਵੱਲ ਨੂੰ ਆ ਗਏ। ਇਸ ਕਰਕੇ ਆ ਗਿਆ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਕਈ ਜਗ੍ਹਾ 'ਤੇ ਆਪਣੀ ਤਾਕਤ ਨੂੰ ਹੱਥ ਧੋਣੇ ਪੈਣਗੇ। ਇਹਨਾਂ ਦੀ ਫੱਟੀ ਪੋਚੀ ਜਾਣੀ ਬਹੁਤ ਜਗ੍ਹਾ 'ਤੇ। ਇਹ ਗੱਲ ਹੈ। ਤੁਸੀਂ ਭਵਿੱਖਬਾਣੀਆਂ ਕਰਨ 'ਚ ਬੜੇ ਮਸ਼ਹੂਰ ਹੋ ਬਲਕਾਰ ਜੀ। ਲੋਕਾਂ ਦੀ ਨਹੀਂ, ਮੈਂ ਨਹੀਂ ਕਰ ਰਿਹਾ, ਲੋਕਾਂ ਦੀ ਜਿਹੜੀ ਹਵਾ, ਲੋਕਾਂ ਦੀ ਜਿਹੜੇ ਨੀਤੀ ਆ, ਜਾਂ ਲੋਕਾਂ ਦਾ ਜੋ ਆਪਾਂ ਵੇਖਦੇ ਹਾਂ ਨਾ, ਜੋ ਆਪਾਂ ਚੈਨਲਾਂ 'ਤੇ ਵੇਖਦੇ ਹਾਂ, ਵਟਸਐਪ 'ਤੇ ਵੇਖਦੇ ਹਾਂ, ਜਾਂ ਉਹਦੇ 'ਤੇ ਫੇਸਬੁੱਕ 'ਤੇ ਵੇਖਦੇ ਹਾਂ, ਉਹਨਾਂ ਦੇ ਵੇਖੋ ਤਾਂ ਲੋਕ ਝੁਕਾਅ ਲੋਕਾਂ ਦਾ ਇੱਧਰ ਨੂੰ ਹੋ ਰਿਹਾ।
ਇਹ ਨਹੀਂ ਗਾ ਕਿ ਆਪਾਂ ਇੱਕ ਪਾਰਟੀ ਲਈ ਗੱਲ ਕਰਾਂਗੇ, ਆਪਾਂ ਨਤੀਜਿਆਂ ਦੀ ਗੱਲ ਕਰਨੀ ਹੈ, ਲੋਕਾਂ ਦੀ ਗੱਲ ਕਰਨੀ ਹੈ, ਆਧਾਰਾਂ ਨੂੰ ਵੀ ਦੇਖ ਕੇ ਆਪਾਂ ਗੱਲ ਕਰਦੇ ਹਾਂ, ਉਹ ਹੈ। ਬਿਲਕੁਲ ਠੀਕ ਹੈ। ਚਲੋ ਦੇਖੋ ਕੀ ਬਣਦਾ, ਕਿਉਂਕਿ ਇੱਕ ਲੋਕਾਂ ਨੂੰ ਤੀਸਰੀ ਧਿਰ ਤਾਂ ਮਿਲੀ ਜਿਹਦੇ ਬਾਰੇ ਸੋਚ ਸਕਦੇ, ਨਹੀਂ ਤਾਂ ਬੀਜੇਪੀ ਤੇ ਕਾਂਗਰਸ ਹੀ ਸੀ ਸਾਡੇ ਕੋਲ, ਦੋ ਵਾਕਿਆ ਹੋਰ ਤਾਂ ਕੁਝ ਹੈ ਨਹੀਂ ਸੀਗਾ। ਹਾਂ, ਨੇਪਾਲ 'ਚ ਵੀ ਕਾਂਗਰਸ ਆ ਗਈ, ਨੇਪਾਲ 'ਚ ਕਾਂਗਰਸ ਆ ਗਈ ਪਾਰਟੀ, 53 ਸੀਟਾਂ ਲੈ ਚੁੱਕੀ ਆ, ਉਹਨਾਂ ਦੀ ਇਲੈਕਸ਼ਨ ਹੋ ਗਈ ਉਹਦੇ ਤੇ ਉਹਦੇ ਤੇ ਉਹ ਜਿਹੜਾ ਇਸ ਵੇਲੇ ਸਾਰਾ ਉਹਨਾਂ ਨੇ ਛਾਪਾ ਲਾਤਾ, ਉਹਨਾਂ ਨੇ ਕਾਂਗਰਸ ਨੇ ਲਾਤਾ। ਉੱਧਰ ਵੀ 2-3 ਪਾਰਟੀਆਂ ਨਾ, ਪਰ ਐਸੇ ਹਾਵੀ ਮੋਹਰੀ ਪਾਰਟੀ ਜਿਹੜੀ ਕਾਂਗਰਸ ਬਣ ਗਈ ਉੱਧਰ। ਚਲੋ ਤੇ ਪੰਜਾਬ 'ਚ ਤਾਂ ਇਹਨਾਂ ਦਾ ਕਾਇਆ ਕਲੇਸ਼ ਮੁੱਕਿਆ ਨਹੀਂ ਨਾ, ਇਹ ਤਾਂ ਦੂਰ ਰਹਿੰਦੇ ਇਸ ਤੋਂ। ਪਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿੱਥੇ ਖਾਤਾ ਖੋਲਿਆ ਉੱਥੇ ਦਿਲ ਵੀ ਖੋਲੋ, ਕਿਉਂਕਿ ਇਹ ਸਾਰੇ ਕੰਮ ਕਰਨੇ ਜ਼ਰੂਰੀ ਨੇ। ਸਿਰਫ ਖਾਤੇ ਖੋਲ ਕੇ ਰੱਖੀ ਜਾਓਗੇ ਤੇ ਫਿਰ ਕੰਮ ਕੌਣ ਕਰੂ? ਨਹੀਂ, ਖਾਤਾ ਖੋਲਾਂਗੇ, ਅਕਾਊਂਟ ਖੋਲਾਂਗੇ, ਜੇ ਤੇ ਪੈਸੇ ਪਾਓਗੇ ਤਾਂ ਤਾਂ ਹੀ ਚੱਲੂਗਾ, ਨਹੀਂ ਤਾਂ ਉਹਨਾਂ ਨੇ ਕੈਂਸਲ ਕਰ ਦੇਣਾ। ਉਹ ਤਾਂ ਕੈਂਸਲ ਕਰ ਦਿੰਦੇ ਬੈਂਕਾਂ ਉਸ ਵੇਲੇ। ਬਿਲਕੁਲ ਜੀ, ਬਿਲਕੁਲ। ਉਹਨਾਂ ਨੇ ਪਹਿਲਾਂ 1000 ਰੁਪਏ ਨਾਲ ਬੇਸਿਕ ਤੁਹਾਨੂੰ ਲੈਣਾ ਵੀ ਅਕਾਊਂਟ। ਪਰ ਇੱਕ ਚੀਜ਼ ਹੋਰ ਆਪਾਂ ਕਹਿਣਾ ਚਾਹਾਂਗੇ ਕਿ ਹਰ ਸਟੇਟ ਨੂੰ ਉਹਦੇ ਮੁਤਾਬਿਕ ਕੰਮ ਕਰਨ ਦਿਓ। ਹਾਂ, ਇਹ ਨਹੀਂ ਕਿ ਸਾਰੀ ਪਾਵਰ ਦਿੱਲੀ 'ਚ ਹੀ ਰੱਖਣੀ ਹੈ, ਇਹ ਤਾਂ ਗੱਲ ਦਿੱਲੀ ਤੋਂ ਜਿਵੇਂ ਕਵਾਂਗੇ ਕਮਾਂਡ ਦਵਾਂਗੇ ਉਵੇਂ ਚੱਲੇਗਾ, ਨਹੀਂ। ਨਹੀਂ, ਡਿਕਟੇਟਰਸ਼ਿਪ ਨਹੀਂ ਹੋਣੀ ਚਾਹੀਦੀ। ਸਟੇਟ ਨੂੰ ਆਪਣੀ ਤਰ੍ਹਾਂ ਨਾਲ ਕੰਮ ਕਰਨ ਦਿਓ। ਕੇਜਰੀਵਾਲ ਸਾਹਿਬ ਨੂੰ ਇਹ ਵੀ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ, ਦਿਲ ਖੋਲਣ ਦੇ ਵਿੱਚ ਇਹ ਵੀ ਚੀਜ਼ ਲੈ ਕੇ ਆਉਣ। ਇਹ ਮਾਹਿਰ ਵੀ ਮੰਨਦੇ ਨੇ। ਇਹਨਾਂ ਦੇ ਵੀ ਹੱਥ ਖੋਲ ਦਿਓ, ਜਿੱਥੇ ਦਿਲ ਖੋਲਣਾ ਹੱਥ ਵੀ ਖੋਲ ਦਿਓ। ਮਾਨ ਸਾਹਿਬ ਦੇ ਹੱਥ ਖੋਲ ਦਿਓ। ਇਹ ਵੀ ਆਰਾਮ ਨਾਲ ਸਾਈਨ ਕਰਨ, ਸਾਈਨ ਉੱਥੋਂ ਦਿੱਲੀੋਂ ਨਾ ਆਉਣ। ਜਿਹੜੀ ਸਹੂਲਤ ਦੇਣੀ ਆਪਣੇ ਤਰੀਕੇ ਨਾਲ ਆਪ ਸੋਚਣ, ਲੋਕਾਂ ਨੂੰ ਵਿੱਚ ਬਿਠਾ ਕੇ ਕਰਨ। ਜਿੱਦਾਂ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ, ਲੋਕਾਂ ਨੂੰ ਬਿਠਾਉਂਦੇ ਸੀ, ਲੋਕ ਅਜੇ ਯਾਦ ਕਰਦੇ ਆ ਬਾਦਲ ਸਾਹਿਬ ਨੇ ਜੋ ਕੰਮ ਕੀਤਾ, ਮਾੜਾ ਨਹੀਂ ਕੀਤਾ। ਇੱਕ ਵਾਰੀ ਮੁੱਖ ਮੰਤਰੀ ਦਾ ਲੋਕਾਂ 'ਚ ਆ ਕੇ ਬਹਿਣਾ ਬਹੁਤ ਵੱਡੀ ਗੱਲ ਹੁੰਦੀ ਹੈ। ਸਹੂਲਤਾਂ ਦਿੱਤੀਆਂ ਜਾਂ ਨਹੀਂ ਦਿੱਤੀਆਂ, ਉਹਨਾਂ ਦੀ ਗੱਲ ਸੁਣਨੀ, ਦੁੱਖੜੇ ਸੁਣਨੇ, ਦਰਦ ਸੁਣਨੇ, ਉਹਨਾਂ ਦੀਆਂ ਜਿਹੜੀਆਂ ਅੰਦਰੂਨੀ ਗੱਲਾਂ ਸੁਣਨੀਆਂ, ਹੈ ਨਾ। ਉਹਨਾਂ ਦੇ ਵਿਹੜੇ 'ਚ ਜਾ ਕੇ ਬਹਿ ਜਾਂਦੇ ਸੀ, ਉੱਥੇ ਚਾਹ ਪੀਂਦੇ ਸੀ, ਉੱਥੇ ਆਂਦੇ ਬੱਕਰੀ ਦੇ ਦੁੱਧ ਨਾਲ ਚਾਹ ਬਣਾਓ, ਹੈ ਨਾ। ਉਸ ਤਰ੍ਹਾਂ ਜਿਸ ਤਰ੍ਹਾਂ ਆਪਣੇ ਚੰਨੀ ਸਾਹਿਬ ਨੇ ਵੀ ਕਿਹਾ ਹੈਗਾ, ਇਹ ਸਾਰੇ ਕੁਝ ਕਰਦੇ ਪਿੰਡਾਂ 'ਚ ਜਾ ਕੇ। ਚਲੋ ਆਪਾਂ ਅੱਗੇ ਚੱਲਦੇ ਹਾਂ ਜੀ। ਜੀ। ਤੇ ਦੇਖੋ ਹੁਣ ਕੌਨਫੀਡੈਂਸ ਵੱਧ ਗਿਆ ਕੇਜਰੀਵਾਲ ਜੀ ਦਾ, ਆਮ ਆਦਮੀ ਪਾਰਟੀ ਦਾ। ਪ੍ਰਾਪਤ ਹੋਣ ਤੇ ਕੌਨਫੀਡੈਂਸ ਵਧਣਾ ਹੀ ਹੈ। ਬਿਲਕੁਲ ਜੀ, ਕਹਿੰਦੇ ਜੀ ਓਵਰ ਕੌਨਫੀਡੈਂਟ ਨਾ ਹੋਣ। ਹਾਂ, ਇਹ ਹੁਣ ਮੈਨੂੰ ਪਤਾ ਨਹੀਂ ਓਵਰ ਕੌਨਫੀਡੈਂਟ ਨੇ ਕਿ ਕੌਨਫੀਡੈਂਟ ਨੇ, ਕਿਉਂਕਿ ਲਿਖਤੀ ਦਾਵਾ ਕਰਦੇ ਪਏ ਨੇ ਕਿ ਗੁਜਰਾਤ ਦੇ ਵਿੱਚ ਨਾ ਲਿਖਤੀ ਬਿਆਨ ਇਹਨਾਂ ਦਾ। ਹਾਂਜੀ, ਗੁਜਰਾਤ ਦੇ ਵਿੱਚ ਕਹਿੰਦੇ ਨੇ ਹੁਣ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣੀ ਹੈ ਤੇ ਬੀਜੇਪੀ ਹੁਣ ਨਹੀਂ ਰਹੂਗੀ। ਇਹ ਵੀ ਕਹਿਤਾ ਨਾ। ਜੀ। ਉਹ ਵਾਹ, ਅੱਛਾ, ਇਹਨਾਂ ਨੇ ਕਹਿਤਾ ਇਹਨਾਂ ਨੂੰ, ਕਿਉਂਕਿ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਨਾ ਕਿ ਇਹਨਾਂ ਨੂੰ ਜਿਹੜੀ ਇਸ ਵੇਲੇ ਮਿਲ ਗਈ, ਗਿਣਤੀ ਹੋ ਗਈ ਇਹਨਾਂ ਦੀ ਹਰਿਆਣਾ ਤੋਂ, ਤੇ ਇਹਨਾਂ ਨੂੰ ਲੱਗਿਆ ਕਿ ਉੱਥੇ ਵੀ ਅਸੀਂ ਕੁਝ ਕਰਾਂਗੇ। ਅਸਲ 'ਚ ਇਹਨਾਂ ਨੇ ਉੱਥੇ ਕਿਹਾ ਕਿ ਅਸੀਂ ਜਿਹੜੇ ਬੇਰੁਜ਼ਗਾਰਾਂ ਨੂੰ ਪੂਰੇ ਦੀ ਪੂਰੀ ਨੌਕਰੀਆਂ ਤਾਂ ਦੇਵਾਂਗੇ। ਪੰਜਾਬ ਗੌਰਮੈਂਟ 'ਚ ਵੀ ਹੁਣੇ ਇਹਨਾਂ ਨੇ ਭਗਵੰਤ ਮਾਨ ਜੀ ਨੇ ਸਾਈਨ ਕਰਕੇ ਅਪਾਇੰਟਮੈਂਟ ਦਿੱਤੀਆਂ, ਪਰ ਇਹਨਾਂ ਨੇ ਕਿਹਾ ਉੱਥੇ ਅਸੀਂ ਬੱਚਿਆਂ ਨੂੰ ਜਿਹੜੀ ਪੜ੍ਹਾਵਾਂਗੇ, ਜਿਹੜੀ ਕੁੜੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਫ੍ਰੀ ਕੰਪਲਸਰੀ ਐਜੂਕੇਸ਼ਨ ਦੇਵਾਂਗੇ, ਕਿਤਾਬਾਂ ਮੁਫਤ ਦੇਵਾਂਗੇ, ਉਹਨਾਂ ਨੂੰ ਵਰਦੀਆਂ ਜਿਹੜੀ ਯੂਨੀਫਾਰਮ ਉਹ ਵੀ ਦੇਵਾਂਗੇ। ਔਰ ਬੱਚਿਆਂ ਤੋਂ ਲੈ ਕੇ ਇਹਨਾਂ ਨੇ ਬੁੱਢਿਆਂ ਤੱਕ, ਪੈਨਸ਼ਨਾਂ ਤੱਕ, ਵੈਸੇ ਤਾਂ ਇਹਨਾਂ ਨੇ ਬਹੁਤ ਕੁਝ ਮੈਨੀਫੈਸਟੋ 'ਚ ਕੀਤਾ। ਹੁਣ ਤੁਹਾਡੇ ਵਾਲੀ ਗੱਲ ਤੇ ਫਿਰ ਆ ਜਾਣਾ ਕਿ ਤੁਸੀਂ ਜਦੋਂ ਕਿਹਾ ਵੀ ਜਦੋਂ ਇਕੱਲਾ ਲਿਖਤੀ ਬਿਆਨ ਨਾ ਦਿੱਤੇ ਜਾਣ, ਇਹਨੂੰ ਪ੍ਰੈਕਟੀਕਲ ਤੌਰ ਤੇ, ਵਿਵਹਾਰਕ ਤੌਰ ਤੇ ਵੀ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਲੋਕ ਇਹਨਾਂ ਤੋਂ ਖੁਸ਼ ਹੋ ਜਾਣ। ਜਿੱਦਾਂ ਇਹਨਾਂ ਨੇ ਲਿਖਤੀ ਬਿਆਨ ਦਿੱਤਾ, ਮੇਰੇ ਲਿਹਾਜ਼ ਨਾਲ ਇਹ ਲੱਗਦਾ ਕਿ ਉੱਥੇ ਵੀ ਬਾਜੀ ਨਾ ਕਿਤੇ ਮਾਰ ਜਾਣਗੇ ਤਾਂ ਲੋਕਾਂ ਦੇ ਸਹਿਮਤੀ ਨਾਲ ਹੀ ਹੈਗਾ, ਬਹੁਤ ਗਿਣਤੀ ਨਾਲ ਹੀ ਹੈਗਾ, ਸਰਬਸੰਮਤੀ ਨਾਲ ਹੀ ਹੋਣਾ ਜੋ ਕੁਛ ਹੋਣਾ। ਜਿੱਥੇ ਲੋਕਾਂ ਦਾ ਝੁਕਾਅ ਆਜੂਗਾ, ਜਿੱਥੇ ਬਾਹਾਂ ਖੜੀਆਂ ਹੋ ਗਈਆਂ, ਉੱਥੇ ਸਭ ਕੁਝ ਪੂਰਾ ਪੈ ਜਾਂਦਾ। ਲੋਕਾਂ ਦੀ ਨੀਤ ਸਾਫ਼ ਆ ਤੇ ਗੌਰਮੈਂਟ ਦੀ ਨੀਤ ਸਾਫ਼ ਹੋ ਗਈ ਤੇ ਬਸ ਉੱਥੇ ਨਾਂ ਹੀ ਹੋਣੀਆਂ ਸਾਰੀਆਂ ਤੋਂ ਸਾਰਾ ਕੁਝ। ਹਾਂ, ਚਲੋ ਦੇਖੋ ਹੁਣ ਕੀ ਬਣਦਾ ਹੈ। ਦੇਖੋ ਹੁਣ ਗੁਜਰਾਤ ਦੀ ਜਨਤਾ ਕੀ ਕਹਿੰਦੀ ਹੈ। ਕਿਉਂਕਿ ਕੇਜਰੀਵਾਲ ਪਤਾ ਕੀ ਕਹਿੰਦੇ ਨੇ ਕਿ ਮੈਂ ਜਿਹੜੀ ਵੀ ਭਵਿੱਖਬਾਣੀ ਕਰਦਾ, ਤੁਹਾਡੇ ਵਰਗੀ ਗੱਲ ਕਹਿੰਦੇ ਨੇ, ਜਿਹੜੀ ਵੀ ਭਵਿੱਖਬਾਣੀ ਕਰਦਾ ਉਹ ਸੱਚੀ ਹੋ ਜਾਂਦੀ ਹੈ। ਪੰਜਾਬ ਬਾਰੇ ਵੀ ਕੀਤੀ ਸੀ, ਉਹ ਸੱਚੀ ਹੋ ਗਈ। ਹੁਣ ਮੈਂ ਗੁਜਰਾਤ ਬਾਰੇ ਵੀ ਕਰਦਾ ਪਿਆ ਤੇ ਦਿੱਲੀ ਬਾਰੇ ਵੀ ਕਿਹਾ ਸੀਗਾ, ਕਹਿੰਦੇ ਨੇ ਉਦੋਂ। ਪਰ ਇੱਕ ਗੱਲ ਹੈਗੀ, ਇਹ ਮੋਦੀ ਸਾਹਿਬ ਦਾ ਬੜਾ ਪੁਰਾਣਾ ਸਾਰਾ ਇਲਾਕਾ ਔਰ ਸਟੇਟ ਜਿੱਥੇ ਆਪ ਮੁੱਖ ਮੰਤਰੀ ਦੇ ਤੌਰ ਤੇ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਉੱਥੇ ਕੀ ਕੁਝ ਲੋਕਾਂ ਦੇ ਚਾਹੁੰਦੇ ਆ, ਔਰ ਇਹਨਾਂ ਦੇ ਉੱਥੇ ਗਰੁੱਪ ਵੀ ਆ, ਇਹਨਾਂ ਦਾ ਸਾਰਾ ਕੁਝ ਹੈਗਾ। ਪਰ ਉੱਥੋਂ ਇਹਨਾਂ ਨੂੰ 100% ਲੈਣਾ ਔਖਾ ਵੀ ਹੋਊਗਾ, ਉੱਥੇ ਬਹੁਤ ਸੰਮਤੀ ਨਾਲ ਜਿੱਤਣਾ ਔਖਾ ਹੋਊਗਾ, ਕਿਉਂਕਿ ਉੱਥੇ ਇਹਨਾਂ ਦਾ ਵੀ ਬੋਲਬਾਲਾ, ਇਹਨਾਂ ਦੀਆਂ ਜਮਾਤਾਂ ਬਣੀਆਂ, ਉੱਥੇ ਇਹਨਾਂ ਦੇ ਪਿੱਛੇ ਵੀ ਲੋਕ ਹੈਗੇ ਆ, ਗਰੁੱਪ ਇਹਨਾਂ ਦੇ ਵੀ ਬਣੇ ਹੈਗੇ ਆ। ਦੂਜੀ ਰੂਲਿੰਗ ਪਾਰਟੀ ਹੈ, ਉਹ ਜਿਹੜਾ ਡਬਲ ਇੰਜਨ ਵਾਲਾ ਜਿਹੜਾ ਇਹਨਾਂ ਨੇ ਨਾਅਰਾ ਲਾਇਆ, ਉਹਦੇ ਪਿੱਛੇ ਇਹ ਗੱਲ ਹੈਗੀ ਆ। ਕਿਉਂਕਿ ਹੁਣ ਕੇਜਰੀਵਾਲ ਸਾਹਿਬ ਨੇ ਕਹਿ ਤਾਂ ਦਿੱਤਾ, ਪਰ ਉੱਥੋਂ ਤੱਕ ਪੂਰੇ ਉਤਰਨਾ ਔਖਾ ਲੱਗੂਗਾ, ਕਿਉਂਕਿ ਇਹ ਪੁਰਾਣਾ ਉਹਨਾਂ ਦਾ ਇਲਾਕਾ ਮੋਦੀ ਸਾਹਿਬ ਦਾ। ਮੋਦੀ ਸਾਹਿਬ ਨੇ ਖੁੱਲ੍ਹ ਕੇ ਉੱਥੇ ਸਾਰਾ ਕੁਝ ਵਰਤਾਇਆ, ਸਾਰਾ ਕੁਝ ਉਹਨਾਂ ਨੇ ਕਿਹਾ। ਇੱਕ ਪਾਸੇ ਤੇ ਰੇਡੀ ਕਲਚਰ ਦੇ ਉਲਟ ਚੱਲਦੇ ਰਹੇ, ਪਰ ਇਲੈਕਸ਼ਨ ਲਈ ਇਹਨਾਂ ਨੂੰ ਕਰਨਾ ਪਿਆ ਸਾਰਾ ਕੁਝ। ਹਾਂ, ਬਿਲਕੁਲ ਠੀਕ ਕਹਿੰਦੇ ਹੋ ਤੁਸੀਂ। ਸੋ ਅੱਗੇ ਹੁਣ ਆਪਾਂ ਵਧੀਏ ਜੀ ਕਿ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਮਲਿਕਾਰਜੁਨ ਖੜਗੇ, ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਝੂਠਿਆਂ ਦੀ ਸਰਕਾਰ ਹੈ। ਅੱਛਾ, ਇਹ ਉਹਨਾਂ ਨੇ ਕਹਿਤਾ, ਇਹ ਉਹਨਾਂ ਨੇ ਕਹਿਤਾ। ਹੁਣ ਕਿਉਂ ਕਹਿਤਾ? ਇਹ ਪ੍ਰਧਾਨ ਆ ਨਾ, ਪ੍ਰਧਾਨ ਨੇ ਹੁਣ ਕੁਝ ਨਾ ਕੁਝ ਤਾਂ ਕਹਿਣਾ ਹੀ ਹੈ ਨਾ। ਹਾਂ, ਕੁਝ ਨਾ ਕੁਝ ਤਾਂ ਬੋਲਣਾ, ਨਵੇਂ ਆਏ ਨਾਲੇ। ਉਹਨਾਂ ਨੇ ਇਹਨਾਂ ਨੂੰ ਕਈ ਕੁਝ ਕਿਹਾ। ਉਹਨਾਂ ਨੇ ਕਿਹਾ ਕਿ ਜੋ ਕੁਝ ਕਹਿੰਦੇ ਨੇ ਉਹ ਕਰਦੇ ਨਹੀਂ, ਕਹਿੰਦੇ ਇਸ ਕਰਕੇ ਨਹੀਂ ਕਰਦੇ ਜਿਸ 'ਚ ਕਬਾਇਲੀ ਲੋਕ, ਜਿਹਦੇ ਵਿੱਚ
ਵਿਚਾਰੇ ਜਿਹੜੇ ਬਾਹਰਲੇ ਜੰਗਲਾਂ 'ਚ ਰਹਿ ਰਹੇ ਲੋਕ ਆ, ਜਿਹੜੇ ਵਿਚਾਰੇ ਗਰੀਬ ਨੇ, ਜਿਹੜੇ ਸ਼ਡਿਊਲ ਟਰਾਈਬ ਦੇ ਲੋਕ ਨੇ, ਕਬੀਲਿਆਂ ਦੇ ਲੋਕ ਨੇ, ਉਹ ਵਿਚਾਰਿਆਂ ਦੇ ਉਸੇ ਤਰ੍ਹਾਂ ਨੰਗੇ ਪੈਰੀਂ ਉਸੇ ਤਰ੍ਹਾਂ ਤੁਰੇ ਫਿਰਦੇ, ਕੋਈ ਸਹੂਲਤਾਂ ਨੂੰ ਘੱਟ ਦਿੱਤੀਆਂ। ਜਦੋਂ ਮੋਦੀ ਸਾਹਿਬ ਕਹਿ ਰਹੇ ਕਿ ਇਹਨਾਂ ਨੇ ਬਹੁਤ ਸਹੂਲਤਾਂ ਦਿੱਤੀਆਂ, ਉੱਥੇ ਆਪ ਖੁਦ ਜਾਂਦੇ ਵੀ ਆ, ਜਿੱਥੇ ਰਾਂਚੀ ਬਿਹਾਰ ਦਾ ਏਰੀਆ, ਮੱਧ ਪ੍ਰਦੇਸ਼ ਦੇ ਜੰਗਲਾਂ 'ਚ ਇਹਨਾਂ ਨੇ ਜੇ ਕਿਹਾ ਵਾ, ਉਹ ਕਹਿੰਦੇ ਜੰਗਲ ਵਢਾ ਦਿੱਤੇ, ਇਹਨਾਂ ਦੇ ਟੱਪਰੀਆਂ ਟੁੱਪਰੀਆਂ ਤੜਵਾਈਆਂ, ਇਹਨਾਂ ਨੇ ਇਹ ਕਿਹਾ। ਤੀਜਾ ਇਹਨਾਂ ਨੇ ਕਿਹਾ ਕਿ ਖੜਗੇ ਸਾਹਿਬ ਨੇ ਕਿ ਇਹ ਭਾਵੇਂ ਜਿੱਦਾਂ ਦੀ ਚਾਹ ਵੇਚਦੇ ਰਹੇ ਆ, ਚਾਹ ਵੇਚਣ ਤੋਂ ਬਾਅਦ ਇਹਨਾਂ ਨੇ ਆਂਦੇ ਵੀ ਮੋਦੀ ਸਾਹਿਬ ਤੁਹਾਡੇ ਕੋਲ ਤਾਂ ਚਾਹ ਲੋਕ ਪੀ ਲੈਂਦੇ, ਮੇਰੇ ਕੋਲ ਤਾਂ ਚਾਹ ਵੀ ਨਹੀਂ ਪੀ ਸਕਦੇ, ਮੇਰੇ ਕੋਲ ਤਾਂ ਇਸ ਕਰਕੇ ਨਹੀਂ ਕਿ ਇਹ ਨਹੀਂ ਇੰਨੀ ਜੋਗੀ। ਔਰ ਕਹਿੰਦੇ ਮੈਂ ਫਿਰ ਇੱਥੇ ਵੀ ਪ੍ਰਧਾਨਗੀ ਲੈ ਲਈ ਆ ਗਿਆ ਮੈਂ ਇੱਥੇ, ਪਰ ਆ ਕੇ ਮੈਨੂੰ ਇਹ ਲੱਗਦਾ ਕਿ ਤੁਸੀਂ ਜਿਹੜੀ BJP ਦੇ ਹੈੱਡ ਨੇ ਜੋ ਕੁਝ ਕਹਿੰਦੇ ਉਹ ਪੂਰਾ ਕਰਦੇ ਨਹੀਂ, ਭਾਸ਼ਣਬਾਜ਼ੀ ਜ਼ਿਆਦਾ ਹੁੰਦੀ ਹੈ ਪਰ ਉਹ ਕੰਮ ਕਰਕੇ ਦਿਖਾਉਂਦੇ ਨਹੀਂ ਗੇ। ਉਹ ਕਹਿੰਦੇ ਸਾਡੇ ਜੋ ਕੁਝ ਚਿੱਕੜ ਕਾਂਗਰਸ 'ਤੇ ਸੁੱਟਦੇ ਆ, ਕਹਿੰਦੇ ਮੈਂ ਹੁਣ ਪੂਰਾ ਇਹਨੂੰ ਦੇਖੂੰਗਾ ਕਿ ਕਿੱਥੋਂ ਕੀ ਅਸੀਂ ਊਣੇ ਆ, ਕਿਤੇ ਅਸੀਂ ਕੀ ਨਹੀਂ ਕਰ ਰਹੇ। ਭਾਰਤ ਜੋੜੋ ਜਿਹੜਾ ਚੱਲ ਰਿਹਾ ਇਹਨਾਂ ਦਾ ਸਾਰਾ ਪੈਦਲ ਯਾਤਰਾ, ਉਹਦੇ 'ਚ ਪ੍ਰਿਅੰਕਾ ਗਾਂਧੀ ਵੀ ਖੁਦ ਗਏ ਆ, ਉਹਨਾਂ ਦਾ ਹਸਬੈਂਡ ਵੀ ਗਿਆ ਵਾਡਰਾ, ਔਰ ਉਹਦੇ ਵਿੱਚ ਉਹਨਾਂ ਦੇ ਮਦਰ ਵੀ ਗਏ ਆ, ਔਰ ਉਹਦੇ 'ਚ ਰਾਹੁਲ ਗਾਂਧੀ ਜੀ ਤਾਂ ਹੈ ਹੀ ਆ ਖੁਦ, ਔਰ ਚੰਗੇ ਸ਼ਸ਼ੀ ਥਰੂਰ ਜੀ ਖੁਦ ਆਪ ਲੀਡ ਕਰ ਰਹੇ ਆ ਸਾਰਾ ਕੁਝ। ਪਰ ਇਹ ਇਸ ਵੇਲੇ ਜਿਹੜੀ ਕਾਂਗਰਸ ਆ ਵੀ ਯੂਨਾਈਟ ਹੋ ਰਹੀ ਆ, ਇਸ ਕਰਕੇ ਹੋ ਰਹੀ ਹੈ ਕਿ ਉਹਨਾਂ ਨੂੰ ਪਤਾ ਨੈਸ਼ਨਲ ਪਾਰਟੀ ਆ, ਉਹਨਾਂ ਨੂੰ ਪਤਾ ਜੇ ਲੋਕਾਂ ਨੂੰ ਵੀ ਹੈਗਾ ਕਿ ਜੇ ਪਾਰਟੀ ਦੀ ਹਾਲਤ ਖਸਤਾ ਹੋ ਗਈ ਤੇ ਫਿਰ ਦੂਜੀ ਪਾਰਟੀ ਨੇ ਹਾਵੀ ਜਾਣਾ, ਫਿਰ ਡਿਕਟੇਟਰਸ਼ਿਪ ਆ ਜਾਣੀ ਹੈ। ਇੱਕ ਉਹਦੇ ਬਰਾਬਰ ਦੀ ਪਾਰਟੀ ਤਾਂ ਹੋਣੀ ਚਾਹੀਦੀ ਹੈ। ਇਹ ਖੜਗੇ ਸਾਹਿਬ ਨੇ ਇਹੀ ਗੱਲ ਕਹਿ ਕੇ ਦੁਹਰਾਈ ਹੈ, ਔਰ ਉਹਨਾਂ ਨੇ ਕਹਿ ਦਿੱਤਾ ਕਿ ਜੋ ਕੁਝ ਇਹ ਮਨ ਕੀ ਬਾਤ 'ਚ ਕਹਿ ਰਿਹਾ ਜਾਂ ਜੋ ਕੁਝ ਕਰ ਰਹੇ ਉਹਨਾਂ ਨੂੰ ਪੂਰਾ ਵੀ ਕਰਨਾ ਚਾਹੀਦਾ। ਲੋਕ ਉਸ ਤੋਂ ਕਈ ਚੀਜ਼ਾਂ ਤੋਂ ਊਣੇ ਆ, ਕਿਉਂਕਿ ਇਹਨਾਂ ਨੂੰ ਕਹਿਣਗੇ, ਕਿਉਂਕਿ ਇਸ ਵੇਲੇ ਇਹੀ ਸਾਰੀ ਰੂਲਿੰਗ ਪਾਰਟੀ ਹੈ, ਪੈਸਾ ਇਹਨਾਂ ਕੋਲ ਹੀ ਹੈ, ਫੰਡਿੰਗ ਇਹਨਾਂ ਕੋਲ ਹੈਗੀ ਆ, ਸਹੂਲਤਾਂ ਇਹਨਾਂ ਨੇ ਐਲਾਨ ਕੀਤੀਆਂ। ਕਾਂਗਰਸ ਤਾਂ ਸਿਰਫ ਉਹਦਾ ਵੇਖ ਕੇ ਕਹਿ ਸਕਦੀ ਵੀ ਕਿੱਥੇ ਨਹੀਂ ਪਹੁੰਚਿਆ, ਲੋਕਾਂ ਨੂੰ ਦੱਸ ਸਕਦੇ ਆ। ਕਾਂਗਰਸ ਦੇ ਤਾਂ ਕੁਝ ਨਹੀਂ ਸਕਦੀ, ਦੇ ਉਹ ਰੂਲਿੰਗ ਪਾਰਟੀ ਜਿੱਥੇ ਜਿਹੜੀ ਤਖਤ ਤੇ ਬੈਠੀ ਆ ਦਿੱਲੀ ਦੇ। ਬਿਲਕੁਲ ਸਹੀ ਕਹਿ ਰਹੇ ਹੋ। ਹੁਣ ਚਲੋ ਰਾਹੁਲ ਗਾਂਧੀ ਤੇ ਹੁਣ ਭਾਰਤ ਜੋੜੋ ਅੰਦੋਲਨ ਚਲਾ ਰਹੇ ਨੇ, ਉਹ ਆਪਣੀ ਯਾਤਰਾ ਤੇ ਨੇ, ਇੱਧਰ ਖੜਗੇ ਸਾਹਿਬ ਆਪਣੇ ਬਿਆਨ ਦੇ ਰਹੇ ਨੇ। ਚਲੋ ਦੇਖੋ ਕੀ ਬਣਦਾ। ਵੈਸੇ ਕਹਿੰਦੇ ਨੇ ਕਿ ਇਹ ਰਾਹੁਲ ਗਾਂਧੀ ਨਾ ਕਿਸੇ ਤਰੀਕੇ ਨਾਲ ਮਾਤ ਦੇਣਾ ਚਾਹੁੰਦੇ ਨੇ BJP ਨੂੰ, ਤੇ ਇਸੇ ਤਰ੍ਹਾਂ ਉਹ ਵਰਤ ਰਹੇ ਨੇ। ਇਹ ਭਾਰਤ ਜੋੜੋ ਅੰਦੋਲਨ, ਜਿਹੜੀ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੋਈ ਹੈ, ਹੁਣ ਟਾਈਮ ਦੱਸੂਗਾ ਕਿ ਕਿੱਦਾਂ ਇਹਨੂੰ ਟਵਿਸਟ ਕਰਕੇ BJP ਦੇ ਉੱਤੇ ਇੱਕ ਮਤਲਬ ਜਿਹਨੂੰ ਕਹਿ ਦਿੰਦੇ ਨੇ ਨਾ ਕਿ ਵਿਰੋਧੀ ਧਿਰ ਵੱਲੋਂ ਇੱਕ ਸਖਤ ਕਾਰਵਾਈ ਦੇ ਰੂਪ ਦੇ ਵਿੱਚ ਕਿੱਦਾਂ ਹੋ ਸਕਦਾ ਹੈ, ਕੀ ਨੀਤੀ ਬਣਾ ਕੇ ਸਾਹਮਣੇ ਆਉਂਦੀ ਦੇਖੋ ਇਹ ਕੀ ਨੀਤੀ ਬਣਦੀ ਹੈ। ਤੇ ਹੋ ਸਕਦਾ ਉਸੇ ਨੀਤੀ ਦਾ ਹੀ ਇੱਕ ਹਿੱਸਾ ਹੋਵੇ ਜਿਹੜਾ ਖੜਗੇ ਸਾਹਿਬ ਇਹ ਇਦਾਂ ਦਾ ਬਿਆਨ ਦੇ ਰਹੇ ਨੇ। ਚਲੋ ਆਪਾਂ ਅੱਗੇ ਵਧੀਏ ਜੀ। ਅੱਗੇ ਜੀ ਇਹ ਹੈ ਕਿ ਹੁਣ ਪੰਜਾਬ ਦੇ ਜਿਹੜੇ ਵਜ਼ੀਰ ਨੇ, ਵਿਧਾਇਕ ਨੇ, ਉਹਨਾਂ ਨੂੰ ਹੋਟਲਾਂ 'ਚ ਰਹਿਣ ਦਾ ਹੁਕਮ ਨਹੀਂ ਹੋਏਗਾ। ਹੁਣ ਪੰਜਾਬ ਸਰਕਾਰ ਵੱਲੋਂ ਹੁਕਮ ਹੋ ਗਿਆ ਹੈ ਕਿ ਤੁਸੀਂ ਕਿਤੇ ਵੀ ਜਾਂਦੇ ਹੋ ਨਾ, ਜਿਹੜੇ ਸਰਕਾਰੀ ਗੈਸਟ ਹਾਊਸ ਬਣੇ ਹੋਏ ਨੇ, ਸਰਕਿਟ ਹਾਊਸ ਬਣੇ ਹੋਏ ਨੇ, ਉੱਥੇ ਠਹਿਰੋ। ਗੱਲ ਬਿਲਕੁਲ ਵਧੀਆ। ਇਹ ਅਸਲ 'ਚ ਜਦੋਂ ਕਿ ਬਾਦਲ ਸਾਹਿਬ ਸੀਗੇ 5 ਵਾਰੀ ਤਾਂ ਰਹੇ ਹੀ ਆ, ਔਰ ਜਦੋਂ ਰਹੇ ਆ ਉਹਨਾਂ ਨੇ ਵੈਸੇ ਇਹਨਾਂ ਨੂੰ ਰੱਖਿਆ ਸੀਗਾ ਸਰਕਟ ਹਾਊਸ 'ਚ ਆਉਂਦੇ। ਬਾਦਲ ਸਾਹਿਬ ਜਲੰਧਰ ਵੀ ਆਉਂਦੇ, ਸਰਕਟ ਹਾਊਸ 'ਚ ਪਹਿਲਾਂ ਆਉਂਦੇ ਸੀ, ਕੇਂਦਰੀ ਮੰਤਰੀ ਜਦੋਂ ਆਉਂਦੇ ਉਹਨਾਂ ਨਾਲ ਤੇ ਮਿਲਣ ਲਈ ਸਰਕਟ ਹਾਊਸ ਜਿਹੜੇ ਬਣੇ ਆਲਰੇਡੀ। ਉਦੋਂ ਬਾਅਦ ਜਿਹੜੀ ਹਾਲਤ ਸਰਕਟ ਹਾਊਸ ਦੀ ਜਾਂ ਜਿਹੜੇ ਉਹਦੇ 'ਚ ਬਣੇ ਕਮਰੇ ਆ ਜਾਂ ਜਿੱਥੇ ਜਲੰਧਰ ਦਾ ਹਾਲ ਦੇਖ ਲਿਓ, ਮਾੜੀ ਹਾਲਤ ਉੱਥੇ ਨਹੀਂ, ਉਹਨੂੰ ਮੁੜ ਕੇ ਮੁਰੰਮਤ ਨਹੀਂ ਕੀਤੀ ਗਈ। ਅੰਮ੍ਰਿਤਸਰ ਦਾ ਸਰਕਟ ਹਾਊਸ ਬਹੁਤ ਅੱਛਾ, ਉਹਦਾ ਵੀ ਇਹੀ ਹਾਲ ਰਿਹਾ। ਉਹ ਜਿਹੜੀ ਲਿੰਕ ਰੋਡ ਆ ਜਿਹਦੇ 'ਤੇ ਕਚਹਿਰੀਆਂ ਦੇ ਨਾਲ ਸਰਕਟ ਹਾਊਸ ਆ, ਉੱਥੇ ਵੀ ਇਹੀ ਹਾਲਤ ਆ। ਔਰ ਇਹਨਾਂ ਨੂੰ ਦੁਬਾਰਾ ਨਵੇਂ ਸਿਰਿਓਂ ਮੁਰੰਮਤ ਕਰਕੇ ਨਵੇਂ ਬਣਾ ਕੇ ਇਹਨਾਂ ਨੇ ਰੱਖਣਾ ਸੀਗਾ, ਅਤੇ ਹੁਣ ਇਹਨਾਂ ਨੇ ਕਹਿ ਦਿੱਤਾ ਕਿ ਇਹਨੂੰ ਦੁਬਾਰਾ ਨਵੇਂ ਸਿਰਿਓਂ ਉਸੇ 'ਤੇ ਲਾਈਏ। ਇਹ ਕੈਪਟਨ ਅਮਰਿੰਦਰ ਸਿੰਘ ਵੇਲੇ ਔਰ ਸੁਖਬੀਰ ਬਾਦਲ ਵੇਲੇ ਇਹ ਫਿਰ ਪਿਰਤ ਪੈ ਗਈ ਸੀ ਕਿ ਸਾਰੇ ਜਿਹੜੇ MLA ਮੰਤਰੀ ਸਾਰਾ ਕੁਛ ਇਹ ਹੋਟਲਾਂ 'ਚ ਰਹਿੰਦੇ ਸੀ, ਔਰ ਉਹਦੇ ਬਿੱਲ ਲਿਆ ਕੇ ਖਜ਼ਾਨੇ ਤੋਂ ਪੈਸਾ ਜਾਂਦਾ ਹੈ ਕਿਉਂਕਿ ਔਨ ਟੂਰ ਸੀਗੇ। ਔਰ ਇੱਕ ਤਾਂ ਇਹਨਾਂ ਨੇ ਪੈਨਸ਼ਨਾਂ ਡਬਲ ਜਿਹੜੀਆਂ ਆ ਰਹੀਆਂ ਸੀ ਉਹ ਬੰਦ ਕਰ ਦਿੱਤੀਆਂ, ਟੂਰ ਪ੍ਰੋਗਰਾਮ ਇਹਨਾਂ ਦੇ ਉੱਦਾਂ ਦੇ ਕਰਤੇ, ਗੱਡੀਆਂ ਜਿਹੜੀਆਂ ਸੀ ਉਹਨਾਂ ਨੂੰ ਉੱਥੇ ਜਾਣਗੇ ਜਿੱਥੇ ਆਉਣਾ ਉਹਨਾਂ ਨੇ। ਕੁਝ ਸਪੈਸ਼ਲ ਤੌਰ 'ਤੇ ਸਹੂਲਤਾਂ ਪਹਿਲਾਂ ਬੰਦ ਕੀਤੀਆਂ ਸੀ ਇਸ ਆਪ ਗੌਰਮੈਂਟ ਨੇ, ਮੌਜੂਦਾ ਸਰਕਾਰ ਨੇ। ਔਰ ਹੁਣ ਦੂਜਾ ਇਹਨਾਂ ਨੇ ਚੰਗਾ ਡਿਸੀਜਨ ਲਿਆ ਕਿ ਜਿਹਦੇ ਵਿੱਚ ਸਾਰਾ ਪੈਸਾ ਇਹ ਆਪਣੇ ਖਾਂਦੇ ਪੀਂਦੇ ਸੀ, ਨਾਲ 5-4 ਮੁੰਡੇ ਦੋਸਤ ਵੀ ਜਾਂਦੇ ਸੀ ਇਹਨਾਂ ਦੇ, MLA ਦੇ ਹੋਰ ਵੀ ਗਰੁੱਪ ਹੁੰਦਾ ਸੀਗੇ, ਪਿੰਡ ਦੇ ਸਰਪੰਚ ਵੀ ਹੁੰਦੇ ਸੀ, ਉਹਨਾਂ ਦਾ ਸਾਰਾ ਖਰਚਾ ਇਹਨਾਂ ਦੇ ਸਰਕਾਰੀ ਟੂਰ ਤੋਂ ਜਾਂਦਾ ਸੀ। ਪਰ ਹੁਣ ਇਹਨਾਂ ਨੇ 5 ਸਟਾਰ ਹੋਟਲ ਬੰਦ ਕਰਤੇ, 3 ਸਟਾਰ ਹੋਟਲ ਬੰਦ ਕਰ ਦਿੱਤੇ, ਕਿਸੇ ਵੀ ਹੋਟਲ 'ਚ ਨਹੀਂ ਠਹਿਰਨਗੇ, ਸਿਰਫ ਰਹਿਣਗੇ ਉੱਥੇ। ਹੁਣ MLA ਹੋਸਟਲ ਤਾਂ ਬਣਿਆ ਉੱਥੇ ਚੰਡੀਗੜ੍ਹ, ਇਹ ਉੱਥੇ ਘੱਟ ਟਿਕਦੇ ਸੀ ਜਾ ਕੇ ਹੋਟਲਾਂ 'ਚ। ਚੰਡੀਗੜ੍ਹ 'ਚ ਹੋਟਲ ਹੀ ਬਹੁਤ ਵੱਡੇ ਵੱਡੇ ਆ, 5 ਸਟਾਰ ਵੀ ਹੈਗੇ, 5 ਸਟਾਰ 'ਚ ਠਹਿਰਨਾ ਜੀ, ਜਾਂਦੇ ਇੱਥੇ ਇਸੇ ਤਰ੍ਹਾਂ ਹੀ। ਪੈਸਾ ਜਨਤਾ ਦਾ, ਕਿਉਂ ਨਾ ਐਸ਼ ਕਰੀਏ। ਹਾਂ ਬਸ ਇਹ ਹੈ। ਪਰ ਇਹਦੇ 'ਤੇ ਜੇ ਇਹਨਾਂ ਨੇ ਗੱਲ ਕੀਤੀ ਹੈ, ਜੇ ਇਹਨੂੰ ਪੂਰੀ ਗੱਲ ਹੋ ਜੇ, ਜਿਹਦੇ 'ਤੇ ਸਰਕਟ ਹਾਊਸ ਐਵੇਂ ਫਜ਼ੂਲ ਪਏ ਸੀ, ਅੱਜ ਜਲੰਧਰ ਵਾਲਾ ਵੇਚਣਾ ਤਾਂ ਰਿਹਾ ਸੀਗਾ। ਇਹ ਗੱਲਾਂ ਬੜੀਆਂ ਮਾੜੀਆਂ ਸੀਗੀਆਂ ਕਿ ਜਦੋਂ ਪੈਸਾ ਕਿਹਨਾਂ ਦਾ ਸੀਗਾ, ਪੈਸਾ ਲੋਕਾਂ ਦਾ ਵਾ, ਫਿਰ ਉਹ ਫਿਰ ਆਂਦੇ ਟੈਕਸ ਲਾ ਦਿਓ, ਫਿਰ ਬਜਟ 'ਚ ਪੈਸਾ ਹੈ ਨਹੀਂਗਾ ਜੀ, ਹੁਣ ਖਜ਼ਾਨਾ ਖਾਲੀ ਹੋ ਗਿਆ।
ਉਹ ਇਸੇ ਤਰ੍ਹਾਂ ਐਮਐਲਏ ਹੋਸਟਲ ਤਾਂ ਜਿਹੜੀ ਇਹਨਾਂ ਦੀ ਰੈਜ਼ੀਡੈਂਸੀ ਕਿੱਦਾਂ ਮੌਸਮ ਛਡਾਏ, ਉਹ ਵੀ ਮੌਜੂਦਾ ਸਰਕਾਰ ਨੇ ਛਡਵਾਏ ਹੈ ਨਾ। ਉਹਦੇ 'ਚ ਮੈਡਮ ਜਿਹੜੇ ਰਜਿੰਦਰ ਕੌਰ ਪੱਠਲ ਆ, ਉਹ ਬੜੀ ਮੁਸ਼ਕਿਲ ਨਾਲ ਛਡਵਾਇਆ ਉਹਨਾਂ ਨੇ। ਹੋਰ ਜਿਹੜੇ ਬਾਕੀ ਵੀ ਜਿਹੜੇ ਮੰਤਰੀ ਰਹੇ ਆ, ਉਹਨਾਂ ਛੱਡਣੇ ਨਹੀਂ ਸੀਗੇ ਅੱਗੇ, ਇਹਨਾਂ ਨੂੰ ਆਦਤ ਪਈ ਸੀਗੀ। ਪਹਿਲਾਂ ਵੀ ਇੱਦਾਂ ਰਿਹਾ, ਗੌਰਮੈਂਟ ਕਿਸੇ ਦੀ ਬਣ ਜਾਂਦੀ ਸੀ, ਹੋਸਟਲ ਇਹਨਾਂ ਦੇ ਆਪਣੇ ਰਹਿੰਦੇ ਸੀਗੇ, ਜਿਹੜੇ ਇਹਨਾਂ ਨੂੰ ਰੈਜ਼ੀਡੈਂਸ਼ੀਅਲ ਮਿਲੀ ਸੀ ਅਕੋਮੋਡੇਸ਼ਨ, ਉਹ ਵੀ ਇਹਨਾਂ ਦੇ ਆਪਣੇ ਕੋਲ ਰਹਿੰਦੀ ਸੀ, ਚਾਬੀ ਇਹਨਾਂ ਕੋਲ ਰਹਿੰਦੀ। ਹੁਣ ਇਹਨਾਂ ਨੇ ਸੁਖਬੀਰ ਬਾਦਲ ਕੋਲ ਵੀ ਚਾਬੀਆਂ ਖੋਹੀਆਂ, ਬਾਕੀ ਸਾਰਿਆਂ ਕੋਲ ਖੋਹ ਕੇ ਇਹਨਾਂ ਨੇ ਆਪਣੇ ਰੱਖੀਆਂ ਉੱਥੇ ਦਾਇਰੇ 'ਚ, ਆਪਣੇ ਜਿਹੜੇ ਵੀ ਐਡਮਿਨਿਸਟ੍ਰੇਸ਼ਨ ਨੂੰ ਦੇਤੀਆਂ। ਹੁਣ ਇਹ ਗੱਲਾਂ ਕੀਤੀਆਂ ਕਿਉਂਕਿ ਇਹ ਹੁੰਜਾ ਫੇਰ ਹੀ ਕੰਮ ਹੁੰਦਾ ਹੁੰਦਾ, ਜਦੋਂ ਕੋਈ ਕਿਸੇ ਕੰਮ ਵੱਲ ਚੱਲੇ ਵਿਰੋਧਤਾ ਤਾਂ ਜ਼ਰੂਰ ਹੁੰਦੀ ਹੈ। ਜਿੱਦਾਂ ਪੁਰਾਣੀਆਂ ਜ਼ਮੀਨਾਂ ਵੀ ਨੱਪੀ ਫਿਰਦੇ ਸੀ, ਉਹਦੇ ਆਪਣੇ ਅਸਰ ਸੂਕ ਵਾਲੇ ਉਹ ਵੀ ਕਢਾਈਆਂ ਇਹਨਾਂ ਨੇ। ਇਹਦੇ ਵਿੱਚ ਅਜੇ ਬੜਾ ਖਲਾਰਾ ਪਿਆ ਵਾ ਪੰਜਾਬ ਦਾ, ਇਹਨੂੰ ਹੌਲੀ ਹੌਲੀ ਕਰਨ ਲੱਗਿਆ ਤੇ 6 ਮਹੀਨਿਆਂ 'ਚ ਇਹਨਾਂ ਨੇ ਛੋਟਾ ਮੋਟਾ ਤਾਂ ਕੰਮ ਕੀਤਾ ਹੀ ਹੈ, ਕੰਮ ਵਧੀਆ ਕੀਤੀ ਹੈ। ਘੱਟੋ ਘੱਟ ਉਂਗਲ ਤਾਂ ਉੱਠੀ, ਘੱਟੋ ਘੱਟ ਪਤਾ ਤਾਂ ਲੱਗਿਆ ਕਿੱਥੇ ਕੀ ਕੁਛ ਹੋ ਰਿਹਾ, ਕੀ ਲਕੂਨਾ, ਕਿ ਕੌਣ ਖਾ ਰਿਹਾ ਹੈ ਨਾ, ਕਿੱਥੇ ਕਿੱਥੇ ਪਾ ਰਿਹਾ, ਕਿੱਥੇ ਕਿਹੜੇ ਬਟੂਏ ਭਰ ਰਿਹਾ। ਉਹਦੇ 'ਚ IAS ਆਫੀਸਰ ਫੜੇ ਗਏ, ਪੁਲਿਸ ਆਫੀਸਰ ਫੜੇ ਗਏ, ਉਹਦੇ 'ਚ ਮੰਤਰੀ ਫੜੇ ਗਏ, ਕਈ ਕੁਛ ਹੋਇਆ। ਗੱਲ ਤਾਂ ਮਾੜੀ ਨਹੀਂ ਹੋਈ, ਚੰਗੀ ਗੱਲ ਹੈਗੀ ਹੈ। ਔਰ ਹੁਣ ਆ ਜਿਹੜੀ ਗੱਲ ਹੈਗੀ ਹੈ ਬੜੀ ਵੱਡੀ ਗੱਲ ਹੈ, ਇਹ ਆਮ ਲੋਕਾਂ ਲਈ ਹੈ, ਆਮ ਲੋਕਾਂ ਦੇ ਲਈ ਹੈਗੇ ਕਿ ਜਿਹੜਾ ਪੈਸਾ ਫਜ਼ੂਲ ਜਾ ਰਿਹਾ ਸੀ। ਕੰਮ ਤੇ ਜਾ ਰਹੇ, ਤੁਸੀਂ MLA ਬਣੇ ਜੇ, ਮੰਤਰੀ 'ਚ ਬਣੇ ਜੇ, ਤੁਹਾਡੀ ਡਿਊਟੀ ਹੈ, ਤੁਸੀਂ ਉੱਥੇ ਜਾ ਕੇ ਮੀਟਿੰਗ ਅਟੈਂਡ ਕਰਨੀ ਹੈ, ਵਿਧਾਨ ਸਭਾ ਦਾ ਸੈਸ਼ਨ ਕਰਨਾ ਹੀ ਹੈ ਤੁਸੀਂ। ਪਰ ਇਹਦੇ 'ਚ ਕੀ 5 ਸਟਾਰ ਹੋਟਲ 'ਚ ਰਹੋਗੇ, ਕੀ ਕਰੋਗੇ ਉੱਥੇ, ਹੈਗੇ ਨਹੀਂ, ਜਿਹਨੇ 15 ਦਿਨ 20 ਦਿਨ ਚੱਲਦਾ ਹੈਗਾ, ਉਹ ਪੈਸਾ ਬਰਬਾਦ ਹੋ ਰਿਹਾ ਸੀ। ਅੱਛੀ ਗੱਲ ਹੈ, ਵਧੀਆ ਗੱਲ ਹੈ। ਹਾਂ ਬਿਲਕੁਲ ਵਧੀਆ ਗੱਲ ਹੈ। ਔਰ ਜਿੰਨਾ ਵੀ ਤੁਸੀਂ ਸਰਕਾਰੀ ਖਰਚਾ ਬਚਾ ਸਕੋ, ਕਿਉਂਕਿ ਜਨਤਾ ਦਾ ਪੈਸਾ ਹੈ, ਟੈਕਸ ਪੇਅਰਸ ਦੀ ਮਨੀ ਆ, ਉਹਨੂੰ ਬਚਾਓ ਔਰ ਉਹਨੂੰ ਦੇਸ਼ ਦੇ ਔਰ ਉਹਨੂੰ ਸੂਬੇ ਦੇ ਭਲਾਈ ਦੇ ਉੱਤੇ, ਕੰਮਾਂ ਦੇ ਉੱਤੇ ਖਰਚ ਕਰੋ। ਲੋਕਾਂ ਦਾ ਪੈਸਾ ਲੋਕਾਂ ਉੱਤੇ ਖਰਚ ਕਰੋ। ਇਹ ਨਹੀਂ ਕਿ 5 ਸਟਾਰ ਹੋਟਲ ਜਾ ਕੇ ਮੈਂ ਇੰਜੋਏ ਕਰਦਾ ਪਿਆ। ਕਾਹਦੇ ਵਾਸਤੇ ਮੰਤਰੀ ਬਣਿਆ? ਇੰਜੋਏ ਕਰਨਾ ਹੀ ਯਾਰ, ਇੰਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ, ਮੌਜਾਂ ਯਾਰ, ਕਿਉਂ ਨਹੀਂ ਮੌਜਾਂ ਲੈਣੀਆਂ? ਉਹ ਕਹਿੰਦੇ ਸਾਡੀ ਵਾਹ ਵੱਲ ਕਿਸੇ ਨੇ ਵੇਖਣਾ। ਪਰ ਜੇ ਆਪ 5 ਸਟਾਰ 'ਚ ਤੁਸੀਂ ਰਹਿੰਦੇ ਜੇ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਜਿਸ ਸੜਕ ਦੀ ਨਾਲ ਦੀ ਲੰਘੇ ਉੱਥੇ ਟੱਪਰੀਆਂ, ਜਿਹਨਾਂ ਕੋਈ ਛੱਤ ਨਹੀਂ ਹੈਗੀ, ਵਿਚਾਰੇ ਸੜਕਾਂ ਦੇ ਫੁੱਟਪਾਥ 'ਤੇ ਸੌਂਦੇ ਆ, ਉੱਥੇ ਕੋਈ ਵਿਛਾਉਣ ਨੂੰ ਕੁਝ ਨਹੀਂ ਹੈਗਾ। ਉੱਥੇ ਵਿਚਾਰੇ ਜਿਹੜੀਆਂ ਨਾਲ ਕੱਪੜੇ ਦੇ ਨਾਲ ਜਾਂ ਦਲੀਆਂ ਉਹਨਾਂ ਕੋਲ ਰੱਦੀ ਦੇ ਕਾਗਜ਼, ਉਹ ਅਖਬਾਰਾਂ, ਉਹ ਜਾ ਕੇ ਸੌਂਦੇ। ਉਹ ਫਿਰ ਉਹ ਕਿਹਨਾਂ ਨੇ ਵੇਖਣਾ? ਕਹਿੰਦੇ ਨੇ ਕਿ ਜਿਹੜੇ ਸਰਕਾਰੀ ਨਿਵਾਸ ਬਣੇ ਹੋਏ ਨੇ ਨਾ, ਰੈਜ਼ੀਡੈਂਸ ਬਣੇ ਹੋਏ ਨੇ, ਅੰਦਰ ਸਵਿਮਿੰਗ ਪੂਲ, ਉਹ ਸਾਰੀਆਂ ਫੈਸਿਲਿਟੀਆਂ, ਔਰ ਅੰਦਰ ਪਾਰਟੀਆਂ ਚੱਲਦੀਆਂ ਨੇ, ਔਰ ਅੰਦਰ ਸਭ ਬਹਿੰਦੇ ਨੇ। ਤਾਂ ਫਿਰ ਜਦੋਂ ਖਾਣਾ ਪੀਣਾ ਹੁੰਦਾ ਹੈ, ਕਦੀ ਕੁਝ ਆ ਰਿਹਾ, ਕਦੀ ਕੁਝ ਆ ਰਿਹਾ, ਉਹ ਇੱਕ ਅਲੱਗ ਹੀ ਦੁਨੀਆ ਹੈ, ਇੱਕ ਅਲੱਗ ਹੀ ਮਾਹੌਲ ਹੈ। ਉੱਥੇ ਜਦੋਂ ਤੁਸੀਂ ਚਲੇ ਜਾਂਦੇ ਹੋ ਨਾ, ਤਾਂ ਬਾਹਰ ਤੁਹਾਨੂੰ ਟੱਪੜੀਆਂ ਦਿਖਾਈ ਨਹੀਂ ਦਿੰਦੀਆਂ, ਤੁਹਾਨੂੰ ਝੁੱਗੀ ਝੌਂਪੜੀ ਦਿਖਾਈ ਨਹੀਂ ਦਿੰਦੇ, ਤੁਹਾਨੂੰ ਗੰਦਗੀ 'ਚ ਰਹਿੰਦੇ ਹੋਏ ਲੋਕ ਦਿਖਾਈ ਨਹੀਂ ਦਿੰਦੇ, ਬਿਮਾਰੀਆਂ ਦੇ ਮਾਰੇ ਹੋਏ ਲੋਕ ਦਿਖਾਈ ਨਹੀਂ ਦਿੰਦੇ, ਤੁਹਾਨੂੰ ਗੁਰਬਤ ਦਿਖਾਈ ਨਹੀਂ ਦਿੰਦੀ। ਤੁਸੀਂ ਆਪਣੇ ਨਸ਼ੇ 'ਚ ਹੁੰਦੇ ਹੋ। ਸਹੀ ਗੱਲ। ਉਹ ਜਿਹੜੀ ਤੁਹਾਡੀ ਪਾਵਰ ਦੀ ਤਾਕਤ ਹੈ ਨਾ, ਉਹ ਤਾਕਤ ਦਾ ਜਿਹੜਾ ਨਸ਼ਾ ਹੈ, ਉਹ ਬੜਾ ਸਿਰ ਚੜ੍ਹ ਕੇ ਬੋਲਦਾ ਹੈ। ਫਿਰ ਤੁਹਾਨੂੰ ਲੋਕੀ ਦਿਖਾਈ ਨਹੀਂ ਦਿੰਦੇ, ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਇੱਕ ਹੋਰ ਵੀ ਹੈਗਾ ਇੱਥੇ ਚੰਡੀਗੜ੍ਹ ਨਾ, ਹਸਪੀਟੈਲਿਟੀ ਡਿਪਾਰਟਮੈਂਟ, ਜਿਸ 'ਚ ਜਿਹਨੂੰ ਪ੍ਰਾਹੁਣਾਚਾਰੀ ਦਾ ਡਿਪਾਰਟਮੈਂਟ ਕਹਿੰਦੇ, ਜਿਸ 'ਚ ਆਉਣ ਜਾਣ ਵਾਲੇ ਸਰਕਾਰੀ ਤੌਰ 'ਤੇ ਰਹਿ ਸਕਦੇ, ਉਹਨਾਂ ਦਾ ਖਰਚਾ ਗੌਰਮੈਂਟ ਦਿੰਦੀ ਸੀ, ਸਾਰਾ ਕੁਝ ਸੀਗਾ। ਹੁਣ ਉਹਦੇ 'ਚ ਇਹ ਸਰਕਾਰੀ ਜਿੱਥੇ ਹੈਗਾ ਉੱਥੇ ਤਾਂ ਜਾਂਦੇ ਨਹੀਂ ਨਾ, ਜਿੱਥੇ ਸਰਕਾਰ ਨੇ ਬਣਾਇਆ ਵਾ, ਇਹ ਜਾਂਦੇ ਪ੍ਰਾਈਵੇਟ, ਜਿੱਥੇ ਜਾ ਕੇ ਉਹਨਾਂ ਨੂੰ ਬਿੱਲ ਮਿਲਦੇ ਸੀ, ਉੱਥੇ ਜਾ ਕੇ ਨਾਲ ਗਰੁੱਪ ਸੀਗੇ। ਹੁਣ ਦੂਜਾ ਇਹਨਾਂ ਨੂੰ ਇਹ ਚਾਹੀਦਾ, ਕੰਟਰੋਲ ਕਰਨਾ ਚਾਹੀਦਾ, ਜਿੱਥੇ MLA ਜਾ ਰਿਹਾ ਜਾਂ ਮੰਤਰੀ ਜਾ ਰਿਹਾ, ਉਹਦੇ ਨਾਲ ਡਰਾਈਵਰ ਜਾਣਗੇ ਜਾਂ ਉਹਦੇ ਨਾਲ ਗਨਮੈਨ ਜਾਣਗੇ, 2-4 ਜਿਹੜੇ ਹੈਗੇ, ਬਾਕੀ 15 ਵੀ ਬਾਕੀ ਬੰਦਿਆਂ ਦੇ ਵੀ ਬਿੱਲ ਬਣਦੇ ਸੀ, ਜਿਸ ਨਾਲ ਸਰਪੰਚ ਆ, ਨੰਬਰਦਾਰ ਆ, 4-5 ਬੰਦੇ ਜੋ ਵੀ ਹੈ, ਜਿਹੜੇ ਬਾਕੀ ਗਰੁੱਪ ਆ, ਉਹਦੇ ਤੇ ਵੀ ਕੱਟ ਲਾਉਣਾ। ਬਿਲਕੁਲ ਜੀ, ਸਰਕਾਰ ਨੂੰ ਚਾਹੀਦਾ ਜਿਹੜੇ ਇਹ ਚੇਲੇ ਚਪਾਟੇ ਨਾਲ ਤੁਰੇ ਫਿਰਦੇ ਨੇ ਨਾ, ਇਹ ਚੇਲਿਆਂ ਚਪਾਟੀਆਂ ਨੂੰ ਕਹੋ ਤੁਸੀਂ ਘਰ ਬੈਠੋ, ਕੋਈ ਹੋਰ ਕੰਮ ਕਰੋ। ਇਹ ਗੱਲ ਵਧੀਆ, ਮੰਤਰੀ ਸਾਹਿਬ ਨੂੰ ਆਪਣੇ ਕੰਮ ਕਰਨ ਦਿਓ। ਚੇਲੇ ਚਪਾਟੇ ਜਿਹੜੇ ਬਣਦੇ, ਉਦੋਂ ਹੀ ਬਣਦੇ 5 ਸਾਲ ਪੱਕੇ ਉਹਨਾਂ ਦੇ। ਔਰ ਉਹਨਾਂ ਨੇ ਕੰਮ ਕੀ ਕਰਨਾ? ਕੁਝ ਨਹੀਂ ਕਰਨਾ। ਉਹਨਾਂ ਨੇ ਸਾਮੀਆਂ ਫਿਕਸ ਕਰਨੀਆਂ ਨੇ, ਕਿੱਥੋਂ ਕਿੱਥੋਂ ਪੈਸੇ ਖਾਣੇ ਨੇ, ਕਿੱਥੋਂ ਕਿੱਥੋਂ ਘਪਲੇ ਕਰਨੇ ਨੇ। ਉਹਨਾਂ ਦਾ ਕੰਮ ਇਹੀ ਹੋਇਆ, ਸਾਮੀਆਂ ਲੱਭਣੀਆਂ ਤੇ ਸਾਮੀਆਂ ਫਿੱਟ ਕਰਨੀਆਂ। ਫੜੇ ਗਏ ਹੁਣ ਜਿਹਨਾਂ ਚੰਨੀ ਸਾਹਿਬ ਦੇ ਵੀ ਜਦੋਂ ਕੋਈ ਇਲੈਕਸ਼ਨ ਜਦੋਂ ਹੋਏ ਆ, ਇਲੈਕਟ ਹੋ ਗਏ, ਉਹਨਾਂ ਦਾ ਜਿਹੜੇ ਜਿਨ੍ਹਾਂ ਨੂੰ ਟਰਾਂਸਫਰਾਂ ਰੋਕੀਆਂ, ਜਿਨ੍ਹਾਂ ਨੂੰ ਪ੍ਰਮੋਟ ਕੀਤਾ, ਉਹ ਸਾਰਿਆਂ ਕੋਲ ਪੈਸਾ ਲਿਆ ਗਿਆ। ਉਹਦੇ ਵਿੱਚ ਉਹਨਾਂ ਦਾ PA ਕਈ ਕੁਛ ਹੋਏ ਆ। ਉਹ ਤੋਂ ਬਾਅਦ ਬਾਕੀ ਮੰਤਰੀਆਂ ਦਾ ਵੀ ਹੈਗਾ, ਜਿਹੜੇ ਮੰਤਰੀਆਂ ਖਿਲਜੀਆਂ ਦੇ ਟਾਈਮ 'ਤੇ ਉਹਦੇ 'ਤੇ ਵੀ ਹੈਗਾ, ਧਰਮਸੋਤ ਦੇ ਉਹਦੇ 'ਤੇ ਵੀ ਹੋਇਆ ਗੱਲ, ਕਿਉਂਕਿ ਉਹਨਾਂ ਦੇ ਉਹ ਬੰਦੇ ਵਿੱਚ ਤੁਹਾਡੇ ਜਿਹੜੇ ਨਾਲ ਚੇਲੇ ਚਪਟੇ, ਉਹ ਪੈਸਾ ਇਕੱਠਾ ਕਰਦੇ। ਉਹਨਾਂ ਦਾ ਕੰਮ ਹੀ ਹੈ। ਹਾਂ, ਉਹਨਾਂ ਨੇ ਰੋਜ਼ਗਾਰ ਕਿੱਥੋਂ ਲੈਣਾ? ਬਸ ਉਹਨਾਂ ਨੇ ਆਪਣਾ ਘਰ ਕਿੱਥੋਂ ਚਲਾਉਣਾ? ਸਾਰਾ ਦਿਨ ਮੰਤਰੀ ਜੀ ਨਾਲ ਤੁਰੇ ਫਿਰਦੇ ਹੋ, ਤੇ ਘਰ ਦੀ ਰੋਟੀ ਵਾਸਤੇ, ਘਰ ਦੀ ਕਿਚਨ ਵਾਸਤੇ ਪੈਸੇ ਕਿੱਥੋਂ ਆਉਣੇ ਨੇ? ਉਹ ਮੰਤਰੀ ਜੀ ਨੇ ਹੀ ਸਾਰੇ ਪ੍ਰਬੰਧ ਕਰਨੇ ਨੇ। ਉਹਨੇ ਤੁਹਾਨੂੰ ਜਿਤਾਇਆ, ਅਸੀਂ ਵੋਟਾਂ। ਬਿਲਕੁਲ ਜੀ, ਅਸੀਂ ਪਵਾਈਆਂ, ਅਸੀਂ ਸਭ ਕੁਝ ਕੀਤਾ। ਹੁਣ ਅਸੀਂ ਖਾਣ ਪੀਣ ਦਾ ਅਧਿਕਾਰ ਰੱਖਦੇ ਹਾਂ। ਸਾਨੂੰ ਖਾਣ ਪੀਣ ਦਿਓ, ਜਨਤਾ ਦੀਆਂ ਜੇਬਾਂ 'ਚੋਂ ਲੁੱਟਣ ਦਿਓ ਸਾਨੂੰ ਜਨਤਾ ਨੂੰ। ਆਹ ਦੇਖੋ ਨਾ, ਜਦੋਂ ਗੱਲ ਕਰਦੇ ਨੇ ਸਬਸਿਡੀ, ਸਾਰੀਆਂ ਜਨਤਾ ਦੀ ਸਬਸਿਡੀ ਰੋਕ ਦਿਓ, ਤੇ ਜਿਹੜੀਆਂ ਕਹਿੰਦੇ ਨੇ ਕਿ ਇਹ ਵਿਧਾਨ ਸਭਾ ਦੇ ਨਾਲ, ਪਾਰਲੀਮੈਂਟਸ ਦੇ ਨਾਲ ਜਿਹੜੀਆਂ ਕੈਂਟੀਨਸ ਬਣੀਆਂ ਹੋਈਆਂ, ਉੱਥੇ ਸਬਸਿਡੀ ਕਿਉਂ ਹੈਗੀ ਆ ਮੰਤਰੀਆਂ ਵਾਸਤੇ? ਉਦੋਂ ਸਭ ਚੁੱਪ ਕਰ ਜਾਂਦੇ ਨੇ। ਆਪਣਾ ਰਾਸ਼ਨ ਸਬਸਿਡੀ ਤੇ ਚਾਹੀਦਾ।
ਲੇਕਿਨ ਜਨਤਾ ਦੀ ਠੀਕ ਹੈ, ਫਿਰ ਜੇ ਜਨਤਾ ਦੀ ਸਬਸਿਡੀ ਬੰਦ ਕੀਤੀ ਹੈ ਤੇ ਉੱਥੇ ਆਪਣੀ ਸਬਸਿਡੀ ਵੀ ਰੋਕੋ। ਪੈਨਸ਼ਨ ਮਾਰਕੀਟ ਪ੍ਰਾਈਸ ਦੇ ਉੱਤੇ ਖਾਣਾ ਲੈ ਕੇ ਕਿਉਂ ਨਹੀਂ ਖਾਂਦੇ ਹੋ? ਹੁਣ ਐਮਐਲਏ ਦੀਆਂ ਪੈਨਸ਼ਨ, ਮੰਤਰੀਆਂ ਦੀ ਪੈਨਸ਼ਨ ਜਿਹੜੀਆਂ ਹੈਗੀਆਂ ਹੈ, ਐਮਪੀ ਦੀ ਪੈਨਸ਼ਨ ਜਿਹੜੀ ਹੈਗੀ ਮੈਂਬਰ ਪਾਰਲੀਮੈਂਟ ਦੀ, ਉਹਨਾਂ ਦੀ ਕਿਸੇ ਵੀ ਸਰਕਾਰ ਨੇ ਉਹਦਾ ਮੁੱਦਾ ਚੁੱਕਿਆ ਹੀ ਨਹੀਂ, ਨਾ ਕਿਸੇ ਨੇ ਰੋਕਿਆ। ਕਿੰਨੀਆਂ ਸਰਕਾਰਾਂ ਆਈਆਂ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ਲੋਕ ਲਈ ਜਾਂਦੇ ਸੀ, ਉਦੋਂ ਦੇ ਜੇਬਾਂ ਭਰੀ ਜਾਂਦੇ ਸੀ। ਮੌਜੂਦਾ ਸਰਕਾਰ ਨੇ ਡਿਸੀਜਨ ਲਿਆ ਹੈ, ਇਹ ਪ੍ਰਸ਼ੰਸਾਯੋਗ ਕੰਮ ਕੀਤਾ ਵਾ। ਜਿਹੜੇ ਸਿਆਣੇ ਲੋਕ ਕਹਿੰਦੇ ਆ ਕਿ ਜਦੋਂ ਇਹਨਾਂ ਨੇ ਕੰਮ ਕੀਤਾ ਵਾ, ਇਹ ਮਾੜਾ ਕੰਮ ਨਹੀਂ ਕੀਤਾ। ਇਹ ਤਾਂ ਇੱਕ ਜਦੋਂ ਸਰਕਾਰ ਕੋਈ ਨਵੀਂ ਆਉਂਦੀ ਆ, ਉਹ ਸਾਰੀਆਂ ਚੁੱਪ ਹੋ ਜਾਂਦੀਆਂ, ਉਹਨਾਂ ਨੂੰ ਪਤਾ ਯਾਰ ਸਾਡੀ ਵੀ ਬੰਦ ਹੋ ਜਾਣੀ ਹੈ। ਮੰਨ ਲਓ ਜੋ ਮੁੱਖ ਮੰਤਰੀ ਰਿਹਾ, ਜਿੱਦਾਂ ਹੁਣ ਬਾਦਲ ਸਾਹਿਬ 5 ਵਾਰੀ ਰਹੇ ਆ, ਤਾਂ ਉਹ ਕਿਉਂ ਕਹਿਣਗੇ ਵੀ ਬੰਦ ਕਰੋ? ਆਫਟਰ ਆਲ ਉਹਨਾਂ ਵੈਸੇ ਪਹਿਲਾਂ ਬੰਦ ਕਰਤੇ, ਉਹਨਾਂ ਨੂੰ ਪਤਾ ਵੀ ਕਿਤੇ ਗੱਜ ਡਿੱਗਣ ਵਾਲੀ। ਉਹਨਾਂ ਨੇ ਵੈਸੇ ਐਲਾਨ ਹੋਣ ਤੋਂ ਪਹਿਲਾਂ, ਇੰਪਲੀਮੈਂਟ ਹੋਣ ਤੋਂ ਪਹਿਲਾਂ ਇਹਨਾਂ ਨੇ ਇਹ ਬੰਦ ਕਰਤੀ ਵੀ ਮੈਂ ਪੈਨਸ਼ਨ ਇੱਕ ਹੀ ਲਊਂਗਾ, ਦੂਜੀ ਨਹੀਂ ਲਊਂਗਾ। ਇਹ ਬਹੁਤ ਵਧੀਆ ਹੈ ਕਿ ਜਿੰਨਾ ਅਸੀਂ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਘੱਟ ਪਾਈਏ ਉਨਾ ਵਧੀਆ, ਤੇ ਜਿੰਨਾ ਭ੍ਰਸ਼ਟਾਚਾਰ ਅਸੀਂ ਖਤਮ ਕਰ ਦਈਏ ਉਨਾ ਹੀ ਵਧੀਆ। ਖਜ਼ਾਨਾ ਖਾਲੀ ਇਸੇ ਗੱਲਾਂ ਨਾਲ ਹੁੰਦਾ, ਹੋਰ ਸਹੂਲਤਾਂ ਨਾਲ ਨਹੀਂ ਹੋ ਸਕਦਾ ਕਦੀ ਵੀ। ਕਦੀ ਸਹੂਲਤਾਂ ਨਾਲ ਨਹੀਂ ਹੁੰਦਾ। ਕਿੰਨੇ % ਸਹੂਲਤ ਦਿੰਦੇ ਆ, ਕਿੱਥੋਂ ਤੱਕ ਲੋਕਾਂ ਤੱਕ ਪੈਸਾ ਪਹੁੰਚਦਾ, ਉਹਦੇ ਨਾਲ ਕਦੇ ਖਜ਼ਾਨਾ ਜਿਹੜਾ ਖਾਲੀ ਨਹੀਂ ਹੋ ਸਕਦਾ। ਖਰਚਾ ਜਿਹੜਾ ਇਹਨਾਂ ਚੀਜ਼ਾਂ ਤੇ ਹੁੰਦਾ, ਗੱਡੀਆਂ ਚੱਲ ਰਹੀਆਂ, ਗਨਮੈਨ ਜਾ ਰਹੇ ਆ, ਬੰਦੇ ਆ ਰਹੇ ਆ, ਖਾਣੇ ਬਣ ਰਹੇ ਉਹਨਾਂ ਦੇ, ਉਹ ਸਾਰਾ ਕੁਝ SSP ਅਰੇਂਜ ਕਰ ਰਿਹਾ, ਉਹਦੇ ਵਿੱਚ DC ਖੁਦ ਕਰ ਰਿਹਾ। ਫਿਰ DC ਸਾਹਿਬ ਕਰਨਗੇ ਤਾਂ ਉਹ ਤਾਂ ਸਰਕਾਰੀ ਤੌਰ ਤੇ ਪੈਸਾ ਹੋਊਗਾ। ਇੱਕ ਨਾ ਕਿਸੇ ਬਜ਼ੁਰਗ ਰਾਜਨੀਤੀ ਕਰਨ ਵਾਲੇ ਲੀਡਰ ਨੇ ਕਿਹਾ ਸੀ, ਜਿਹੜਾ ਸੱਚੇ ਸੁੱਚੇ ਦਿਲ ਦਾ, ਅੰਦਰੋਂ ਬਾਹਰੋਂ ਸਾਫ਼, ਸੱਚੇ ਸੁੱਚੇ ਦਿਲ ਦਾ, ਉਹਨੇ ਕਿਹਾ ਸੀ, ਕਹਿੰਦਾ ਗੋਦਾਮ ਭਰੇ ਪਏ ਨੇ ਅਨਾਜ ਦੇ, ਪਰ ਜੇ ਚੂਹੇ ਵਿੱਚ ਛੱਡ ਦਿਓ ਨਾ ਤੇ ਫਿਰ ਉਹ ਗੋਦਾਮ ਬਚਣਗੇ ਨਹੀਂ, ਉਹ ਚੂਹੇ ਸਭ ਖਤਮ ਕਰ ਦੇਣਗੇ। ਚੂਹੇ ਹੀ ਆ ਇਹ, ਚੂਹੇ। ਫਿਰ ਬਿੱਲੀ ਵੀ ਛੱਡਣੀ ਚਾਹੀਦੀ ਵਿੱਚ, ਕਦੀ ਬਿੱਲੀ ਛੱਡਣੀ ਚਾਹੀਦੀ ਹੈ। ਹੁਣ ਬਿੱਲੀ ਛੱਡੀ ਆ ਕੇ, ਹੁਣ ਬਿੱਲੀ ਛੱਡੀ ਹੈ, ਵਧੀਆ। ਹੁਣ ਬਿੱਲੀ ਨਾਲ ਆੜੀ ਨਾ ਪਾ ਲੈਣ, ਫਿਰ ਉਹ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਨਾ ਜਾਵੇ ਮੁੜ ਕੇ, ਫਿਰ ਕੁਝ ਹੋਰ ਹੀ ਨਾ ਪੰਗਾ ਪੈ ਕੇ ਜਾਣਾ। ਇਸ ਕਰਕੇ ਚਲੋ ਹੁਣ ਆਪਾਂ ਅੱਗੇ ਚੱਲੀਏ। ਜੀ ਜੀ। ਅੱਗੇ ਕਹਿੰਦੇ ਨੇ ਜੀ ਕਿ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਨਵਜੋਤ ਸਿੱਧੂ ਜੀ ਨੂੰ ਖੱਤ ਲਿਖਿਆ। ਹਾਲਾਂਕਿ ਉਹ ਇਸ ਵਕਤ ਪਟਿਆਲਾ ਜੇਲ੍ਹ ਦੇ ਵਿੱਚ ਨੇ। ਖੱਤ ਲਿਖਿਆ ਤੇ ਹੁਣ ਲੱਗਦਾ ਹੈ ਕਿ ਸ਼ਾਇਦ ਕੋਈ ਵੱਡੀ ਰਿਸਪੌਂਸਿਬਿਲਿਟੀ ਦਿੱਤੀ ਜਾਏਗੀ ਨਵਜੋਤ ਸਿੱਧੂ ਜੀ ਨੂੰ। ਔਰ ਪਹਿਲਾਂ ਵੀ ਅਸੀਂ ਜਾਣਦੇ ਹਾਂ ਕਿ ਪ੍ਰਿਯੰਕਾ ਗਾਂਧੀ ਉਹਨਾਂ ਨੂੰ ਕਾਫੀ ਸਪੋਰਟ ਕਰਦੇ ਰਹੇ ਨੇ, ਨਵਜੋਤ ਸਿੱਧੂ ਨੂੰ। ਇਹ ਗੱਲ ਉਹਨਾਂ ਨੂੰ ਪਤਾ, ਕਿਉਂਕਿ ਇੱਕ ਉਹਨਾਂ ਨੂੰ ਇਹ ਹੈਗਾ ਕਿ ਕਾਂਗਰਸ ਦੀ ਜੜ੍ਹਾਂ ਹਿੱਲ ਚੁੱਕੀਆਂ ਪੰਜਾਬ 'ਚੋਂ। ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਨੂੰ ਅਸਤੀਫਾ ਦੇਣਾ ਪਿਆ, ਉਦੋਂ ਕਾਂਗਰਸ ਹਿੱਲੀ। ਇਹਨਾਂ ਤੋਂ ਬਾਅਦ ਚੰਨੀ ਜੀ ਆ ਗਏ, ਥੋੜ੍ਹੀ ਬਹੁਤ ਸਟੇਬਿਲਿਟੀ ਰਹੀ। ਉਸ ਤੋਂ ਬਾਅਦ ਜਾਖੜ ਸਾਹਿਬ ਗਏ, ਵੱਡੇ ਨੇਤਾ ਸੀ, ਉਹ ਛੱਡ ਗਏ ਵਿੱਚੋਂ। ਨਵਜੋਤ ਸਿੱਧੂ ਰਹਿ ਗਏ। ਫਿਰ ਨਵਜੋਤ ਸਿੱਧੂ ਕੋ ਜਦੋਂ ਇਹਨਾਂ ਕੋਲ ਸੂਬਾ ਪ੍ਰਧਾਨ ਸੀਗੇ, ਉਹ ਪ੍ਰਧਾਨਗੀ ਲੈ ਲਈ ਉਹਨਾਂ ਨੇ ਤੇ ਦੇਤਾ ਵੜਿੰਗ ਨੂੰ। ਵੜਿੰਗ ਜੀ ਆ ਗਏ। ਉਸ ਤੋਂ ਬਾਅਦ ਬਹੁਤ ਕਾਂਗਰਸੀ ਪਾਰਟੀ ਛੱਡ ਕੇ BJP ਚਲੇ ਗਏ, ਇੱਧਰ ਉੱਧਰ ਚਲੇ ਗਏ। ਕਲੇਸ਼ ਰਿਹਾ, ਲੜਾਈ ਰਹੀ, ਸਾਰਾ ਕੁਝ ਰਿਹਾ। ਹਾਈ ਕਮਾਨ ਨੂੰ ਹੁਣ ਪਤਾ ਕਿ ਇਸ ਵੇਲੇ ਜਿਹੜੇ ਅੱਛੇ ਬੁਲਾਰੇ ਆ, ਅੱਛੇ ਓਰੇਟਰ ਆ, ਇਹਨਾਂ ਦਾ ਗਰੁੱਪ ਵੀ ਅੱਛਾ ਹੈਗਾ। ਇਹਨਾਂ ਦੇ ਦੋਸਤ ਸੀਗੇ ਨਵਤੇਜ ਚੀਮਾ, ਉਹਨਾਂ ਦੇ ਰਾਹੀਂ ਉਹਨਾਂ ਨੇ ਖੱਤ ਲਿਖ ਕੇ ਭੇਜਿਆ। ਇਹਨਾਂ ਨੂੰ ਕਿਹਾ ਵਾ ਤੁਹਾਨੂੰ ਅਸੀਂ ਦੁਬਾਰਾ ਕਾਰਗੁਜ਼ਾਰੀ ਲਈ ਰਿਪੋਰਟ ਮੰਗਦੇ ਹਾਂ। ਤੁਸੀਂ 6 ਮਹੀਨੇ ਤੁਹਾਡੇ ਹੋ ਗਏ ਆ, 6 ਮਹੀਨੇ ਬਚਦੇ ਇਹਨਾਂ ਦੇ। ਪਟਿਆਲਾ ਜੇਲ੍ਹ ਤੇ ਆ, ਪਰ ਪਟਿਆਲਾ ਜੇਲ੍ਹ ਤੋਂ ਬਾਅਦ ਇਹਨਾਂ ਜਦੋਂ ਰਿਹਾ ਹੋ ਗਏ, ਇਲੈਕਸ਼ਨ 2024 'ਚ ਇਹਨਾਂ ਨੂੰ ਉੱਥੇ ਟਿਕਟ ਦੇਣਗੇ ਪਟਿਆਲੇ ਤੋਂ, ਕਿਉਂਕਿ ਇਹਨਾਂ ਦਾ ਆਪਣਾ ਹੋਮ ਟਾਊਨ ਆ ਪਟਿਆਲਾ। ਔਰ ਉੱਥੇ ਹੀ ਰੈਸਟ ਵੇਲੋ, ਹੋਮ ਟਾਊਨ 'ਚ ਉੱਥੇ ਰੈਸਟ ਹੋ ਗਏ। ਔਰ 3 ਵਾਰੀ ਤੇ ਅੰਮ੍ਰਿਤਸਰ ਤੋਂ ਜਿੱਤੇ ਹੈ, ਤੇ ਉੱਥੋਂ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਪਰ ਹੁਣ ਇਹਨਾਂ ਨੇ ਕਿਹਾ ਕਿ ਐਤਕੀ ਜੇ ਪਰਨੀਤ ਕੌਰ ਆ ਜਾਂਦੀ ਉੱਥੇ, ਮਹਾਰਾਜਾ ਪਟਿਆਲੇ ਦੀ ਵਾਈਫ, ਜਦੋਂ ਅੱਗੇ MP ਹੈ ਕਾਂਗਰਸ ਵੱਲੋਂ ਹੀ, ਜੇ ਉਹ ਆ ਜਾਂਦੀ ਹੈ, ਜੇ ਉਹਦੋਂ ਬਾਅਦ ਉਹਨੂੰ ਨਹੀਂ ਫਿਰ ਟਿਕਟ ਦੇਣਗੇ, ਇਹਨਾਂ ਨੂੰ ਟਿਕਟ ਦੇਣਗੇ, ਉਹ ਇਲੈਕਸ਼ਨ ਉੱਥੋਂ ਲੜਨਗੇ। ਔਰ ਇਹਨਾਂ ਨੂੰ ਇਹ ਕਿਆ ਸਰਾਈਆਂ ਕੀਤੀਆਂ ਗਈਆਂ ਕਿ ਅਗਲਾ ਜੋ ਵੀ ਇਹ ਕੰਮ ਕਰਨਗੇ ਨਵਜੋਤ ਸਿੱਧੂ ਦੇ ਰਾਹੀਂ ਹੋਊਗਾ। ਹੋ ਸਕਦਾ ਇਹਨਾਂ ਨੂੰ ਇੱਥੇ ਜੇ ਇਲੈਕਸ਼ਨ 'ਚ ਖੜੇ ਕਰਨਗੇ ਤਾਂ ਔਰ ਇਹਨੂੰ ਚੰਗੀ ਉਪਾਧੀ ਵੀ ਦੇ ਸਕਦੇ ਆ। ਮੰਨ ਲਓ ਜੇ 5 ਸਾਲ ਬਾਅਦ ਕਾਂਗਰਸ ਆਉਂਦੀ ਆ, ਅਤੇ ਕਾਂਗਰਸ ਤੋਂ ਬਾਅਦ ਫਿਰ ਨਵਜੋਤ ਸਿੱਧੂ ਜਿਹੜੇ ਵੁੱਡ ਵੀ ਮੁੱਖ ਮੰਤਰੀ ਵੀ ਹੋ ਸਕਦੇ ਆ, ਕਿਉਂਕਿ ਇਸ ਵੇਲੇ ਇਹ ਪ੍ਰੋਮੀਨੈਂਟ ਬੰਦੇ ਆ ਰਾਜਨੀਤੀ 'ਚ। ਰਾਜਾ ਵੜਿੰਗ ਤੋਂ ਬਾਅਦ ਇਹਨਾਂ ਦਾ ਨਾਂ ਆਉਂਦਾ ਹੈਗਾ। ਬਾਕੀ ਯੰਗ ਹੈਗੇ ਸਾਰੇ ਦੋਵੇਂ, ਔਰ ਦੋਵਾਂ ਨੇ ਕੰਮ ਕੀਤਾ ਵੀ ਹੈਗਾ। ਰਹਿ ਗਈ ਗੱਲ ਜਿਹੜੀ ਆ MP ਬਣਨ ਦੀ, ਔਰ ਜਿਹਦੇ ਵਿੱਚ 13 ਸੀਟਾਂ ਨੇ ਆਪਣੇ ਇੱਥੋਂ ਅਸੈਂਬਲੀ ਦੀਆਂ, ਦਿੱਲੀ ਲੋਕ ਸਭਾ ਦੀਆਂ, ਉਹ ਇਲੈਕਸ਼ਨ ਆ ਰਹੇ ਆ। ਉਹਦੇ ਲਈ ਇਹ ਥੋੜ੍ਹਾ ਜਿਹਾ ਪੜੋਲ ਬਣਾ ਰਹੇ ਆ। ਉਹਦੇ ਵਿੱਚ ਤਦ ਕਰਕੇ ਲੈਟਰ ਲਿਖਿਆ ਉਹਨਾਂ ਨੇ ਪ੍ਰਿਯੰਕਾ ਨੇ। ਔਰ ਪ੍ਰਿਯੰਕਾ ਖੁਦ ਵੀ ਆ ਜਾਂਦੀ, ਜੇ ਆ ਜਾਂਦੀ ਇਹਦੇ ਵਿੱਚ ਸੈਂਟਰ ਤੋਂ, ਤੇ ਸੈਂਟਰ ਤੋਂ ਆ ਜਾਂਦੀ ਤੇ ਇਹ ਮਜ਼ਬੂਤੀ 'ਚ ਆ ਜਾਣੀ ਸੀ, ਹਾਈ ਕਮਾਨ ਮਜ਼ਬੂਤੀ 'ਚ ਆ ਜਾਣੀ ਸੀ। ਰਾਹੁਲ ਗਾਂਧੀ ਕੋ ਉਹਨਾਂ ਦੌੜ ਭੱਜ, ਉਹਨੇ ਨੀਤੀ ਬਣਾਉਣ 'ਚ ਥੋੜ੍ਹੇ ਜਿਹੇ ਪਿੱਛੇ ਚਲੇ ਗਏ। ਉਹਦੀ ਮਦਰ ਨੂੰ ਵੀ ਇਹਨਾਂ ਨੇ। ਪ੍ਰਿਯੰਕਾ ਇਜ਼ ਏ ਗੁੱਡ ਲੀਡਰ ਆ, ਉਹ ਕਰ ਸਕਦੇ ਬਹੁਤ ਕੁਝ ਕੰਮ, ਕਿਉਂਕਿ ਉਹਨਾਂ ਨੂੰ ਥੋੜ੍ਹਾ ਇਹ ਵੀ ਬੈਨੀਫਿਟ ਮਿਲਦਾ ਨਾ ਕਿ ਦਾਦੀ ਜੀ ਦੇ ਨਾਲ ਚਿਹਰਾ ਕਾਫੀ ਮਿਲਦਾ। ਔਰ ਇਸ ਕਰਕੇ ਲੋਕ ਉਹਨਾਂ ਦੇ ਵਿੱਚ ਇੰਦਰਾ ਗਾਂਧੀ ਜੋ ਸਾਡੇ ਸਾਬਕਾ ਪ੍ਰਧਾਨ ਮੰਤਰੀ ਨੇ, ਇੰਦਰਾ ਗਾਂਧੀ ਜੀ ਨੂੰ ਵੀ ਦੇਖਦੇ ਨੇ, ਬੋਲਦੇ ਵੀ ਅੱਛਾ। ਹਾਂ,
ਇਹਨਾਂ ਦਾ ਅਸਰ ਸੂ ਕਿ ਨਵਜੋਤ ਸਿੱਧੂ ਨਾਲ ਕਾਫੀ ਸੀ, ਉਹਨਾਂ ਨੂੰ ਪਤਾ ਕਿ ਬੜੇ ਅੱਛੇ ਲੀਡਰ, ਤਦ ਕਰਕੇ ਉਹਨਾਂ ਨੇ ਕਿਹਾ ਕਿ ਸਾਡੀ ਮਤਲਬ ਸੋਚ ਇਹ ਹੈ ਕਿ ਭਾਰਤ ਨੂੰ ਅੱਗੇ ਲਿਜਾਉਣ ਵਾਸਤੇ, ਭਾਰਤ ਨੂੰ ਹਰ ਸੂਬੇ ਨੂੰ ਅੱਗੇ ਲਿਜਾਉਣ ਵਾਸਤੇ ਇੱਕ ਵਧੀਆ ਇਨਸਾਨ ਹੋਣਾ ਚਾਹੀਦਾ ਹਰ ਥਾਂ ਦੇ ਉੱਤੇ, ਹਰ ਸੂਬੇ ਦੇ ਵਿੱਚ ਹੋਣ। ਮਤਲਬ ਜੇ ਤੁਸੀਂ ਕੁਰਸੀਆਂ ਤੇ ਆ ਕੇ ਬੈਠੇ ਹੋ, ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ, ਤਾਂ ਯਾਰ ਆਪਣੇ ਖੀਸੇ ਭਰੀ ਜਾਣੇ ਨੇ। ਤੁਸੀਂ ਸਭ ਦੇ ਵਾਸਤੇ ਸੋਚੋ, ਜਿਸ ਵਾਸਤੇ ਤੁਹਾਨੂੰ ਬਿਠਾਇਆ ਉਹ ਕੰਮ ਕਰੋ ਨਾ, ਜਿਸ ਕੰਮ ਵਾਸਤੇ ਤੁਹਾਨੂੰ ਬਿਠਾਇਆ ਹੀ ਨਹੀਂ ਉਹ ਕੰਮ ਕਿਉਂ ਕਰਦੇ ਪਏ? ਬਿਲਕੁਲ। ਸੋ ਸਿੱਧੀ ਸਾਦੀ ਗੱਲ ਇਹ ਹੈ, ਵੈਲਫੇਅਰ ਆਫ ਸਟੇਟ, ਬਿਲਕੁਲ, ਸਭ ਦਾ ਵੈਲਫੇਅਰ, ਕਲਿਆਣ ਕਰੋ, ਚਾਹੇ ਉਹ ਬਿਜ਼ਨਸ ਹੈ, ਚਾਹੇ ਉਹ ਪ੍ਰੋਫੈਸ਼ਨ ਹੈ, ਚਾਹੇ ਉਹ ਰਾਜਨੀਤੀ ਹੈ, ਕੋਈ ਵੀ ਕੰਮ ਹੈ। ਬਾਟਮ ਲਾਈਨ ਤਾਂ ਇਹੀ ਹੋਈ ਹੈ ਨਾ ਕਿ ਸਭ ਦੇ ਫਾਇਦੇ ਵਾਸਤੇ, ਸਭ ਦੇ ਭਲੇ ਵਾਸਤੇ ਕੰਮ ਕਰੋ। ਅਸੀਂ ਤੇ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ ਜਦੋਂ ਵੀ ਕਰਾਂਗੇ, ਕਿ ਚਾਹੇ ਉਹ ਬਿਜ਼ਨਸ ਹੈ, ਚਾਹੇ ਉਹ ਪ੍ਰੋਫੈਸ਼ਨ ਹੈ, ਚਾਹੇ ਰਾਜਨੀਤੀ ਹੈ, ਕੋਈ ਵੀ ਕੰਮ ਹੈ, ਉਹਦਾ ਨਿਚੋੜ ਤੇ ਇਹੀ ਹੈ ਕਿ ਸਭ ਦਾ ਭਲਾ ਹੋਣਾ ਚਾਹੀਦਾ। ਸੋ ਵੈਲਫੇਅਰ ਆਫ ਸਟੇਟ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਸਭ ਤੋਂ ਜ਼ਰੂਰੀ ਇਹੀ ਆ। ਤੇ ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਨਾ, ਹੁਣ ਜੋ ਪੰਜਾਬ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੀ ਗੁਪਤ ਮੀਟਿੰਗ ਹੋਈ ਹੈ, ਔਰ ਉਹ ਕਿਤੇ ਨਾ ਕਿਤੇ ਨਤੀਜੇ ਤੇ ਪਹੁੰਚੇ ਨੇ, ਕਿਤੇ ਨਾ ਕਿਤੇ ਸਮਝੌਤੇ ਤੇ ਪਹੁੰਚੇ ਨੇ ਕਿ ਮਿਲ ਜੁਲ ਕੇ ਕੰਮ ਕਰੀਏ, ਕਿਉਂਕਿ ਸੇਵਾ ਕਰਨੀ ਹੈ ਅਸੀਂ ਤੇ ਜਦੋਂ ਸੇਵਾ ਹੀ ਕਰਨੀ ਹੈ ਤੇ ਆਪਸ ਦੇ ਵਿੱਚ ਫਿਰ ਝਗੜਾ ਕਿਸ ਗੱਲ ਦਾ, ਆਪਸ ਦੇ ਵਿੱਚ ਨਾਰਾਜ਼ਗੀ ਕਿਸ ਗੱਲ ਦੀ? ਇਹ ਇਹਨਾਂ ਦੀ ਮੀਟਿੰਗ ਹੁਣੇ ਹੋਈ ਹੈ। ਮੀਟਿੰਗ ਦੇ ਵਿੱਚ ਇਹਨਾਂ ਨੇ ਕਮਰਾ ਬੰਦ ਮੀਟਿੰਗ ਕੀਤੀ ਆ, ਔਰ ਇਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਜੀ ਸੀ, SGPC ਦੇ ਜਿਹੜੇ ਪ੍ਰਧਾਨ ਨੇ, ਹੁਣੇ ਬਣੇ ਆ, ਜਿਨ੍ਹਾਂ ਨੇ ਬੀਬੀ ਜਗੀਰ ਕੌਰ ਨੂੰ ਹਾਰਿਆ, ਅਤੇ ਉਹਦੇ ਨਾਲ ਇਹਨਾਂ ਦੇ ਜਗਦੀਸ਼ ਝੀਂਡਾ ਜੀ ਆ, ਜਿਹੜੇ ਉੱਥੇ ਆਲਰੇਡੀ ਰਹੇ ਆ, ਜਿਹੜੀ ਹਰਿਆਣਾ ਦੀ SGPC ਆ ਉਹਦੇ ਪ੍ਰਧਾਨ ਰਹੇ ਆ, ਔਰ ਉਹਦੇ ਬਾਅਦ ਉਹ ਫਿਰ ਇਹ ਬਿਮਾਰ ਸੀਗੇ, ਫਿਰ ਬਲਜੀਤ ਸਿੰਘ ਦਾਦੂਵਾਲ ਕਾਰਜਕਾਰੀ ਤੌਰ 'ਤੇ ਕੰਮ ਕਰਦੇ ਰਹੇ ਉੱਥੇ, ਔਰ ਹੁਣ ਇਹਨਾਂ ਨੇ ਇਹ ਮੀਟਿੰਗ 'ਚ ਇਹ ਤੈਅ ਕੀਤਾ ਕਿ ਇਕੱਠੇ ਬੈਠ ਕੇ ਸਾਰਾ ਕੁਝ ਕਰਕੇ ਰਜਾਮੰਦੀ ਨਾਲ ਇੱਕੋ ਕਮੇਟੀ ਜਿਹੜੀ SGPC ਅੰਮ੍ਰਿਤਸਰ ਆ ਉਹ ਹੀ ਸਾਰਾ ਕੁਝ ਦੇਖੂਗੀ, ਔਰ ਉਹ 'ਚ ਕੋਈ ਪੱਤਰਕਾਰ, ਉਹ 'ਚ ਕੋਈ ਫੋਟੋਗ੍ਰਾਫਰ, ਕੋਈ ਵੀ ਮੀਡੀਆ ਦਾ ਬੰਦਾ ਨਹੀਂ ਅੰਦਰ ਆਉਣ ਦਿੱਤਾ। ਇਹਨਾਂ ਨੇ 2-2.5 ਘੰਟੇ ਮੀਟਿੰਗ ਕੀਤੀ ਹੈ। ਉਹ ਕਿਉਂਕਿ ਇਹ ਟੈਂਟਾ ਬੜੀ ਦੇਰ ਦਾ ਪਿਆ ਸੀਗਾ, ਕਿਉਂਕਿ ਇਹ ਜਿਹੜਾ ਹੁਣ ਇਹਨਾਂ ਨੇ ਇਹ ਫੈਸਲਾ ਕਰਕੇ ਦੇ ਦਿੱਤਾ ਸੀਗਾ, ਜਿਹੜੀ ਕੋਰਟ ਨੇ ਕਹਿ ਦਿੱਤਾ ਸੀ ਕਿ ਜਿਹੜਾ ਇਹ ਸੁਪਰੀਮ ਕੋਰਟ ਨੇ ਕਿ ਜਿਹੜਾ ਇਹ ਫੈਸਲਾ ਹੁਣ ਹੈਗਾ SGPC ਦਾ ਅਧਿਕਾਰ ਉਹਨਾਂ ਕੋਲ, ਇਹੀ ਹਰਿਆਣਾ ਵੇਖੂਗਾ ਆਪਣੇ ਜਿਹੜੇ ਸੂਬੇ ਦੇ ਗੁਰਦੁਆਰਾ, ਜਿਹੜੇ ਧਾਰਮਿਕ ਸਥਾਨ ਨੇ, ਉਹਨਾਂ ਨੂੰ ਕੰਟਰੋਲ ਨਿਰੰਤਰ ਇਹਨਾਂ ਦਾ ਰਹੂਗਾ, SGPC ਅੰਮ੍ਰਿਤਸਰ ਨਹੀਂ ਵੇਖੂਗੀ। ਇਹ ਬੜੀ ਦੇਰ ਦਾ ਰੌਲਾ ਪਿਆ ਰਿਹਾ। ਔਰ ਧਾਮੀ ਸਾਹਿਬ ਬੜੇ ਸਿਆਣੇ ਨੇ, ਐਡਵੋਕੇਟ ਵੀ ਹੈ, ਉਹਨਾਂ ਨੇ ਮਨ ਮਨਾ ਕੇ ਇਹਨਾਂ ਨੂੰ ਇਕੱਠੇ ਲਿਆ ਕਰ, ਅਤੇ ਉਹਨਾਂ ਨੇ ਕਿਹਾ ਕਿ ਆਪਾਂ ਉਸੇ ਤਰ੍ਹਾਂ ਪਹਿਲੀ ਜਗ੍ਹਾ 'ਤੇ ਆ ਜਾਈਏ ਜਿੱਥੇ ਆਪਾਂ ਪਹਿਲੋਂ ਇੱਥੋਂ ਆਪਾਂ ਰੌਲਾ ਪਿਆ, ਸਹਿਮਤੀ ਨਹੀਂ ਸੀ ਰਹੀ ਬਣਦੀ ਆਪਣੀ, ਜੋ ਤੁਹਾਨੂੰ ਚਾਹੀਦਾ ਅਸੀਂ ਦੇਵਾਂਗੇ। ਹੁਣ ਉਹਨਾਂ ਦੇ ਅਧਿਕਾਰੀ ਆਉਣਗੇ, ਹੋ ਸਕਦਾ ਕਿ ਇਹਦੇ ਵਿੱਚ ਜਿਹੜੇ ਉਹਨਾਂ ਦੇ ਪ੍ਰਧਾਨ ਧਾਮੀ ਸਾਹਿਬ ਵੀ ਰਹਿਣਗੇ, ਔਰ ਪਾਰਟੀ ਇੱਕੋ ਰਹੇਗੀ, ਬਾਕੀ ਅਧਿਕਾਰੀ ਜਿਹੜੇ ਹੈਗੇ ਉਹਨਾਂ ਦੇ ਰਹਿਣਗੇ ਉੱਥੇ, ਜੋ ਉਹਨਾਂ ਨੂੰ ਚਾਹੁੰਦੇ ਨੇ, ਜੋ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਕੰਮ ਕਰਨਾ, ਕਿਉਂਕਿ ਬਹੁਤ ਵੱਡਾ ਕੰਮ ਹੁੰਦਾ। ਜਿੱਦਾਂ SGPC ਅੰਮ੍ਰਿਤਸਰ ਕੋਲ ਇੰਨਾ ਕੁਛ ਹੈਗਾ, ਇਹ 1925 ਤੋਂ ਲੈ ਕੇ ਹੁਣ ਤੱਕ ਚੱਲ ਰਹੀ ਹੈ, ਔਰ ਉਦੋਂ ਬਾਅਦ 1920 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਸਾਰਾ ਪ੍ਰਬੰਧ ਕੀਤਾ ਗੁਰਦੁਆਰਿਆਂ ਦਾ। ਪਹਿਲਾਂ ਮਹੰਤ ਸੀ ਗੁਰਦੁਆਰਿਆਂ ਦੇ, ਔਰ ਨਨਕਾਣਾ ਸਾਹਿਬ 'ਤੇ ਜਿਹੜੀਆਂ ਲਹਿਰਾਂ ਚੱਲੀਆਂ, ਬੜਾ ਕੁਝ ਹੋਇਆ, ਧਾਰਮਿਕ ਸਥਾਨਾਂ ਨੂੰ ਉਹ ਕੰਟਰੋਲ ਕਰਦੇ ਸੀ। ਫਿਰ SGPC ਆ ਗਈ, ਪਰ ਉਹਦੇ ਬਾਅਦ ਹੁਣ ਦੁਬਾਰਾ ਇਹ ਪੈ ਗਿਆ। ਹੁਣ ਇਹਨਾਂ ਨੇ ਕਿਹਾ ਕਿ ਇੱਕ ਕੌਮ ਜਿਹੜੀ ਹੈਗੀ, ਜਿਹੜੀ ਧਾਰਮਿਕ ਸਥਾਨਾਂ ਨੂੰ ਕੰਟਰੋਲ ਕਰ ਰਹੀ ਹੈ, ਦੁਬਾਰਾ ਉਸੇ ਤਰ੍ਹਾਂ ਕੰਮ ਕਰੂਗੀ ਜਿਸ ਸ਼ਾਂਤਮਈ ਤੌਰ 'ਤੇ ਅੱਗੇ ਕੀਤਾ ਇਹਨਾਂ ਨੇ। ਹੁਣ ਇਹਨਾਂ ਨੇ ਗੁਪਤ ਮੀਟਿੰਗ ਹੋ ਗਈ। ਮੇਰਾ ਖਿਆਲ ਆ ਇਹਦਾ ਜਿਹੜਾ ਇਸ ਵੇਲੇ ਸਿੱਟਾ ਬੜਾ ਵਧੀਆ ਨਿਕਲੂਗਾ, ਕਿਉਂਕਿ ਧਾਰਮਿਕ ਸਥਾਨਾਂ ਦੀ ਗੱਲ ਹੈ, ਕੋਈ ਰਾਜਨੀਤੀ ਦੀ ਗੱਲ ਹੈ ਨਹੀਂ, ਕਿਉਂਕਿ ਸਾਰਿਆਂ ਨੂੰ ਪਤਾ ਹੈਗਾ ਕਿ ਜਦੋਂ ਉੱਥੇ ਧਾਰਮਿਕ ਸਥਾਨਾਂ 'ਚ ਲੋਕ ਆਉਂਦੇ ਨੇ, ਨਤਮਸਤਕ ਹੁੰਦੇ ਆ, ਫੰਡਿੰਗ ਬਹੁਤ ਹੁੰਦੀ ਆ। SGPC ਦਾ ਜਿਹੜਾ ਬਜਟ ਹੈ, ਇੰਨਾ ਬਜਟ ਹੈਗਾ, ਲੋਕ ਸਭਾ ਤੋਂ ਬਾਅਦ ਸੈਕੰਡ ਬਜਟ ਇਹਨਾਂ ਕੋਲ, ਇਹਨਾਂ ਲੋਕਾਂ ਦਾ ਬਹੁਤ ਕੁਛ ਆਉਂਦਾ, ਜੋ ਕੁਛ ਚਾਹੀਦਾ ਉੱਥੇ ਗੱਡੀਆਂ ਵੀ ਲੋਕ ਦੇ ਦਿੰਦੇ, ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਜੁੜੀਆਂ ਭਾਵਨਾਵਾਂ। ਜਦੋਂ ਗੁਰੂ ਮਹਾਰਾਜ ਦੇ ਨਾਂ 'ਤੇ ਲੋਕ ਕੋਈ ਨਾਂ ਨਹੀਂ ਕਰਦਾ, ਉਹਨਾਂ ਨੂੰ ਪਤਾ ਗੁਰੂ ਮਹਾਰਾਜ ਦੇ ਰਿਹਾ, ਤਾਂ ਅਸੀਂ ਇੱਧਰ ਵੀ ਦਸਵੰਧ ਕੱਢੀਏ, ਇੱਧਰ ਵੀ ਦਈਏ, ਔਰ ਲੰਗਰ ਕਿਸ ਤਰ੍ਹਾਂ ਅਟੁੱਟ ਚੱਲਦੇ ਆ, ਬੜਾ ਕੁਛ ਹੈ। ਇਹੀ ਗੱਲ ਹੁਣ ਹਰਿਆਣਾ ਦੇ ਸੂਬੇ 'ਚ ਸੇਮ ਜੋ ਪੰਜਾਬ 'ਚ ਚੱਲ ਰਿਹਾ, ਇਸੇ ਤਰ੍ਹਾਂ ਦਾ ਮੈਨੂੰ ਲੱਗਦਾ ਅਗਲਾ ਜਿਹੜਾ ਆਉਣ ਵਾਲਾ ਕੰਮ ਆ ਉਹ ਇਸੇ ਤਰ੍ਹਾਂ ਦਾ ਹੋਊਗਾ, ਉਹੀ ਭਵਿੱਖ ਹੈਗਾ। ਇਹ ਬਹੁਤ ਵਧੀਆ ਗੱਲ ਹੋ ਗਈ ਹੈ, ਕਿਉਂਕਿ ਇਹਦੇ ਵਿੱਚ ਅੱਗੇ ਰੌਲਾ ਪਿਆ ਰਿਹਾ ਸੀਗਾ, ਦਫਾੜ ਹੋ ਗਿਆ ਸੀ ਕੰਮ, ਔਰ ਉਹਦੇ 'ਚ ਹੁਣ ਇਹਨਾਂ ਨੇ ਕਹਿਤਾ ਸੀ ਅਮਿਤ ਸ਼ਾਹ ਨੂੰ, ਜਿਹੜੇ ਗ੍ਰਹਿ ਮੰਤਰੀ ਨੇ, ਕਿ ਤੁਹਾਡੇ ਜਿਹੜੇ ਸੈਂਟਰ ਇਹਨੂੰ ਕਰ ਰਹੀ ਆ, ਸੈਂਟਰ ਕੋਲ ਸਾਡਾ ਕਾਨੂੰਨ ਸੀਗਾ SGPC ਦਾ, ਸਾਨੂੰ ਦੁਬਾਰਾ ਇਹਦੇ ਲਈ ਮੀਟਿੰਗ ਕਰਾਓ। ਉਹ ਤਾਂ ਨਹੀਂ ਉਹਨਾਂ ਨਾਲ ਗੱਲ ਹੋਈ। ਹੁਣ ਇਹਨਾਂ ਨੇ ਆਪਸੀ ਗੱਲਬਾਤ ਕਰ ਲਈ ਹੈ, ਬਹੁਤ ਵੱਡੀ ਗੱਲ ਹੈ, ਬੜਾ ਅੱਛਾ ਡਿਸੀਜਨ ਹੈ। ਹੁਣ ਦੇਖੋ ਅੱਗੇ ਇਹਨੂੰ 2-4 ਦਿਨਾਂ 'ਚ ਨਿਊਜ਼ ਆ ਜਾਣੀ ਹੈ। ਬਿਲਕੁਲ, ਔਰ ਨਿਊਜ਼ ਵਧੀਆ ਹੋਵੇ ਤੇ ਹੋਰ ਵੀ ਵਧੀਆ ਹੈ, ਕਿਉਂਕਿ ਸਾਰੇ ਅਸੀਂ ਚਾਹੁੰਦੇ ਇਹੀ ਹਾਂ
ਕਿ ਹਰ ਥਾਂ ਦੇ ਉੱਤੇ ਨਾ ਮਤਲਬ ਚੈਨ ਰਵੇ। ਬਿਲਕੁਲ, ਕਿਉਂਕਿ ਅਸੀਂ ਜਾਂਦੇ ਹਾਂ ਧਾਰਮਿਕ ਸਥਾਨਾਂ ਤੇ, ਗੁਰੂ ਸਾਹਿਬਾਨ ਦੀਆਂ ਸਥਾਨਾਂ ਤੇ ਜਾਂਦੇ ਹਾਂ, ਚੈਨ ਹੋਵੇ ਉੱਥੇ, ਸਾਨੂੰ ਸਾਰੀਆਂ ਸਹੂਲਤਾਂ ਮਿਲਣ। ਇਹ ਨਹੀਂ ਕਿ ਵੱਡੀਆਂ ਵੱਡੀਆਂ ਸ਼ਾਹੀ ਸਹੂਲਤਾਂ ਨਹੀਂ, ਜਿਹੜੀਆਂ ਆਮ ਬੁਨਿਆਦੀ ਜ਼ਰੂਰਤਾਂ ਨੇ ਸਾਡੀਆਂ, ਉਹ ਸਾਰੀਆਂ ਉੱਥੇ ਸਾਨੂੰ ਸਹੂਲਤਾਂ ਮਿਲਣ। ਔਰ ਹਮੇਸ਼ਾ ਚੈਨ ਨਾਲ, ਕਿਉਂਕਿ ਸੇਵਾ ਹੈ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਸੀਂ ਆਪਣੇ ਜੀਵਨ ਦੇ ਉੱਤੇ ਧਾਰੀਏ, ਜਿਹੜੇ ਸੇਵਾ ਤੇ ਲੱਗੇ ਆ, ਠੀਕ ਹੈ, ਜਿਨ੍ਹਾਂ ਨੇ ਇਹ ਕਮੇਟੀ ਬਣਾਈ ਹੋਈ ਹੈ। ਸੋ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬਾਨ ਦੀਆਂ ਸਿੱਖਿਆ ਦੇ ਮੁਤਾਬਿਕ ਅਸੀਂ ਆਪ ਤੁਰੀਏ, ਫਿਰ ਉਸ ਤੋਂ ਬਾਅਦ ਹੀ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਅੱਗੇ, ਤਾਂ ਇਹ ਜ਼ਰੂਰੀ ਹੋ ਜਾਂਦਾ। ਅੱਛੀ ਗੱਲ ਹੈ। ਦੇਖੋ ਲੋਕ ਜਿਹੜੇ ਜਾਂਦੇ ਆ ਨਾ ਸੰਗਤ ਦੇ ਤੌਰ 'ਤੇ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੁੰਦੇ ਆ, ਮੱਥਾ ਟੇਕਣ ਜਾਂਦੇ ਆ, ਉਹ ਕੀ ਲੱਭਦੇ ਆ? ਮਾਨਸਿਕ ਸ਼ਾਂਤੀ। ਉਹ ਉੱਥੇ ਜਾਂਦੇ ਆ ਜਿੱਥੇ ਪੋਜ਼ੀਟਿਵਿਟੀ ਹੈ, ਉੱਥੇ ਜਿੱਥੇ ਰੌਲਾ ਨਹੀਂ, ਜਿੱਥੇ ਧੱਕਾ ਮੁੱਕੀ ਨਹੀਂ, ਉਹ ਲੱਭਦੇ ਆ। ਪਰ ਜੇ ਇਹਨਾਂ ਦਾ ਆਪਸੀ ਸਹਿਮਤੀ ਨਹੀਂ ਹੋਗੀ, ਜੇ ਉੱਥੇ ਆਪ ਹੀ ਇਹਨਾਂ ਦਾ ਰੌਲਾ ਹੋਊਗਾ, ਜੇ ਇਹਨਾਂ ਦੀ ਆਪਸ ਵਿੱਚ ਹੀ ਕੋਈ ਗੱਲਬਾਤ ਪੂਰੀ ਨਹੀਂ ਹੋਈ, ਲੋਕ ਕੀ ਕਰਨਗੇ? ਫਿਰ ਇਹਦੇ ਨਾਲ ਜਿਹੜੀ ਭਾਜ ਆ ਜਾਂ ਜੋ ਕੁਛ ਡਾਊਨਫਾਲ ਹੁੰਦਾ ਉਹ ਉਸ ਕਮੇਟੀ ਦਾ ਹੁੰਦਾ, ਔਰ ਲੋਕ ਫਿਰ ਪਿੱਛੇ ਹਟ ਜਾਣਗੇ। ਜਿੰਨੇ ਲੋਕ ਜਾਂਦੇ ਆ ਫਿਰ ਆਪਣੇ ਤਰੀਕੇ ਨਾਲ ਮੱਥਾ ਟੇਕ ਕੇ ਆਇਆ ਕਰਨਗੇ, ਉਹ ਸਾਰਾ ਕੁਛ ਹੈਗਾ। ਪਰ ਮੇਰਾ ਖਿਆਲ ਹੈ ਹੁਣ ਇਹਨਾਂ ਨੂੰ ਜਾਂਚ ਆ ਗਈ ਹੈ, ਫਿਰ ਦੁਬਾਰਾ ਜੀਵਨ ਜਾਂਚ ਨਵਾਂ ਸ਼ੁਰੂ ਕਰ ਦਈਏ। ਗੁਰੂ ਘਰ ਦੇ ਜਿਹੜੇ ਫੈਸਲੇ ਆ ਬੜੀ ਛੇਤੀ ਹੋ ਜਾਂਦੇ ਨੇ, ਸਾਰੇ ਉੱਤੇ ਸਹਿਮਤੀ ਪ੍ਰਗਟਾ ਦਿੰਦੇ ਨੇ, ਰੌਲਾ ਕੋਈ ਨਹੀਂ। ਬੜੀ ਸੋਹਣੀ ਗੱਲ ਕਿਸੇ ਨੇ ਕਹੀ ਸੀ, ਸੋ ਮੈਨੀ ਮਾਈਂਡਸ, ਸੋ ਮੈਨੀ ਆਈਡੀਆਜ਼, ਬਟ ਆਲ ਆਫ ਅਸ ਨੀਡ ਪੀਸ। ਸ਼ਾਂਤੀ ਨਾਲ ਜਿੱਥੇ ਜਿਹੜੇ ਫੈਸਲੇ ਨੇ, ਜਿੱਥੇ ਸ਼ਾਂਤੀ ਨਾਲ ਜਾਂਦੇ ਆ, ਜਿੱਥੇ ਤਲਵਾਰਬਾਜ਼ੀ ਹੋਊਗੀ, ਜਿੱਥੇ ਵੱਢ ਕੱਟ ਹੋਊਗੀ, ਜਿੱਥੇ ਖੂਨ ਖਰਾਬਾ ਹੋਊਗਾ, ਉੱਥੇ ਕੁਛ ਨਹੀਂ ਸਿੱਟਾ ਨਿਕਲਦਾ। ਜਿੰਨੀਆਂ ਮਰਜ਼ੀ ਵਿਚਾਰਧਾਰਾਵਾਂ ਹੋਣ, ਜਿਹੜੀ ਵਿਚਾਰਧਾਰਾ ਸਾਨੂੰ ਚੈਨ ਵੱਲ ਨਹੀਂ ਲੈ ਕੇ ਜਾਂਦੀ, ਉਹਦਾ ਕੋਈ ਮਤਲਬ ਨਹੀਂ ਨਿਕਲਦਾ। ਸੋ ਆਪਾਂ ਅੱਗੇ ਤੁਰੀਏ, ਔਰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਸਾਨੂੰ ਚੈਨ ਵੱਲ ਲੈ ਕੇ ਜਾਂਦੀਆਂ, ਅਸੀਂ ਉਹਨਾਂ ਤੇ ਹੀ ਚੱਲਣਾ ਹੈ। ਅੱਗੇ ਤੁਰਦੇ ਹਾਂ ਜੀ, ਇੱਕ ਆਖਰੀ ਆਈਟਮ ਵੀ ਲੈ ਲਈਏ। ਕਿਸਾਨਾਂ ਦੀ ਰੈਲੀ ਹੋ ਰਹੀ ਹੈ ਵੱਡੀ ਗਿਣਤੀ ਦੇ ਵਿੱਚ, ਫਿਰ ਤੋਂ ਪ੍ਰੈਸ਼ਰ ਗਰੁੱਪ ਦੇ ਰੂਪ ਦੇ ਵਿੱਚ ਕਿਸਾਨ ਮੋਰਚਾ ਤਿਆਰ ਹੋ ਰਿਹਾ ਹੈ, ਤਾਂ ਹੁਣ ਰਾਜ ਭਵਨ ਵੱਲ ਕੂਚ ਕਰਦੇ ਪਏ ਨੇ, ਨਿਤ ਨਵੀਆਂ ਮੁਹਿੰਮਾਂ ਛੇੜਦੇ ਨੇ, ਪਰ ਸ਼ਾਂਤੀਪੂਰਨ ਤਰੀਕੇ ਦੇ ਨਾਲ। ਕਿਤੇ ਮਰਨ ਵਰਤ ਰੱਖਦੇ ਨੇ, ਕਿਤੇ ਘਿਰਾਵ ਕਰਦੇ ਨੇ, ਕਿਤੇ ਕੂਚ ਕਰਦੇ ਨੇ, ਕਿਤੇ ਮਾਰਚ ਕਰਦੇ ਨੇ। ਇਹ 'ਚ ਇਹ ਵੀ ਲੱਗਾ ਪਤਾ ਕਿ ਜਿਹੜੀ ਕਾਂਗਰਸ ਯੂਥ ਨੇ, ਉਹਨਾਂ ਦੇ ਵੱਲੋਂ ਵੀ ਉੱਥੇ ਚੰਡੀਗੜ੍ਹ ਜਿਹੜਾ ਅੰਦੋਲਨ ਸ਼ੁਰੂ ਕੀਤਾ ਵਾ, ਉਹਦੇ 'ਚ ਜਿੰਨੇ ਕਿਸਾਨ ਇਹਨਾਂ ਨੇ ਤਾਂ ਕਿਹਾ ਹੀ ਹੈ ਕਿ ਨਿਕਲੇ ਉੱਧਰ ਚੰਡੀਗੜ੍ਹ ਨੂੰ। ਪਰ ਉਦੋਂ ਪਹਿਲਾਂ ਜਦੋਂ ਇਹਨਾਂ ਦਾ ਸਮਝੌਤਾ ਹੋ ਗਿਆ ਸੀਗਾ, ਜਦੋਂ ਕਿ ਜਗਜੀਤ ਸਿੰਘ ਡੱਲੇਵਾਲ ਜੀ ਉੱਠ ਖਲੋਤੇ ਸੀ, ਉਹਨਾਂ ਨੇ ਮਰਨ ਵਰਤਾ ਆਪਣਾ ਛੱਡ ਦਿੱਤਾ ਸੀਗਾ, ਔਰ ਉਹਦੇ 'ਚ ਮੰਤਰੀ ਸਾਹਿਬ ਉਹਨਾਂ ਨਾਲ ਬੈਠੇ ਰਾਤ, ਉਹਨਾਂ ਨੇ ਧਾਲੀਵਾਲ ਜੀ, ਉਹਨਾਂ ਨਾਲ ਗੱਲਬਾਤ ਕੀਤੀ, ਉਦੋਂ ਸ਼ਾਂਤੀ ਹੋ ਗਈ ਸੀ। ਪਰ ਇਹਨਾਂ ਨੇ ਫਿਰ ਕਿਹਾ ਸੀ ਕਿ ਅਸੀਂ ਉੱਥੇ 26 ਤੋਂ ਬਾਅਦ ਅਸੀਂ ਜਾਵਾਂਗੇ, ਉੱਥੇ 2 ਦਿਨ ਅਸੀਂ ਚੰਡੀਗੜ੍ਹ ਨੂੰ ਕੂਚ ਕਰਕੇ ਉੱਥੇ ਰਾਜ ਭਵਨ ਨੂੰ ਘੇਰਨਾ ਔਰ ਗਵਰਨਰ ਸਾਹਿਬ ਨੂੰ ਮਿਲਣਾ। ਉਹ 'ਚ ਹੁਣ CM ਸਾਹਿਬ ਨਾਲ ਕੋਈ ਗੱਲ ਨਹੀਂ, ਉਹਨਾਂ ਦਾ ਤਾਂ ਪੂਰਾ ਪਤਾ ਹੋ ਗਿਆ ਉਹਨਾਂ ਨੂੰ ਕਿ ਮੰਨ ਗਿਆ। ਉਹ 'ਚ ਜਿੰਨੀਆਂ ਵੀ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਨੇ ਪ੍ਰਵਾਨ ਕਰ ਲਈਆਂ। ਉਹਨਾਂ ਨੇ ਬਾਕੀ ਰਹਿੰਦੀਆਂ ਜਿੰਨੀਆਂ ਚੀਜ਼ਾਂ ਸੀ ਜਿਹੜੀਆਂ ਸੈਂਟਰ ਨੂੰ ਦੇਣੀਆਂ, ਉਹ ਵਾਇਆ ਗਵਰਨਰ ਜਾਣਗੀਆਂ। ਹੁਣ ਇਸੇ ਕਰਕੇ ਇਹਨਾਂ ਨੇ ਚੰਡੀਗੜ੍ਹ ਨੂੰ ਫਿਰ ਦੁਬਾਰਾ ਕੂਚ ਕੀਤਾ ਹੈਗਾ। ਕਿਸਾਨ ਵੀ ਵਿਚਾਰੇ ਕੀ ਕਰਨ, ਅੰਦੋਲਨ ਤੇ ਅੰਦੋਲਨ ਤੁਰਦਾ ਰਹਿੰਦਾ, ਔਰ ਰੋਜ਼ ਦਿਹਾੜੀ ਕੁਛ ਨਾ ਕੁਛ ਧਰਨੇ, ਮਾਰਚ, ਔਰ ਸਰਦੀ ਆ ਰਹੀ ਉੱਤੋਂ, ਕਈ ਵਿਚਾਰੇ ਬਜ਼ੁਰਗ ਜਿਹੜੇ ਆ ਉਹ ਬਿਮਾਰ ਵੀ ਹੋ ਰਹੇ ਆ। ਬਹੁਤ ਅਜੀਬ ਸਥਿਤੀ ਹੈ, ਔਰ ਸਰਕਾਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਉਹ ਇੰਨੇ ਤਸੀਹੇ ਆਪਣੇ ਉੱਤੇ ਸਹਿੰਦੇ ਪਏ ਨੇ, ਇੰਨਾ ਕੁਝ ਸਹਿ ਕੇ ਮੌਸਮ ਝੱਖੜ ਸਭ ਝੇਲਦੇ ਪਏ ਨੇ, ਤਾਂ ਵਾਕਈ ਅੰਦਰੋਂ ਦੁਖੀ ਨੇ। ਔਰ ਸਭ ਦੇ ਵਾਸਤੇ ਝੇਲਦੇ ਪਏ ਨੇ, ਸਿਰਫ ਆਪਣੇ ਵਾਸਤੇ ਨਹੀਂ, ਸਭ ਦੇ ਵਾਸਤੇ, ਕਿਉਂਕਿ ਭੋਜਨ ਖੁਰਾਕ ਸਭ ਦੀ ਜ਼ਰੂਰਤ ਹੈ, ਸਿਰਫ ਕਿਸਾਨਾਂ ਦੀ ਨਹੀਂ, ਸਭ ਦੀ ਜ਼ਰੂਰਤ ਹੈ। ਜੇ ਸਾਰੇ ਜਾਣੇ ਕਿਸਾਨ ਮਿਲ ਕੇ ਸਿਰਫ ਆਪਣੇ ਜੋਗੀ ਖੇਤੀ ਕਰਨ ਲੱਗ ਪਏ ਨਾ, ਕਿ ਬਾਕੀਆਂ ਨੂੰ ਛੱਡ ਦਿਓ ਯਾਰ, ਆਪਣੇ ਘਰ ਵਾਸਤੇ ਦਾਣੇ ਬਹੁਤ ਨੇ, ਤਾਂ ਸਾਰੇ ਭੁੱਖੇ ਮਰ ਜਾਣਗੇ, ਕਿਤੋਂ ਕੁਝ ਨਹੀਂ ਮਿਲਣਾ ਖਾਣ ਪੀਣ ਨੂੰ। ਇਹ ਸਾਡੇ ਸਾਰਿਆਂ ਵਾਸਤੇ ਅੰਨ ਉਗਾਉਂਦੇ ਨੇ, ਸਾਨੂੰ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਦਿਲੋਂ ਇੱਜ਼ਤ ਕਰਨੀ ਚਾਹੀਦੀ ਹੈ। ਬਿਲਕੁਲ। ਸੋ ਅੱਗੇ ਵਧੀਏ, ਚਾਲੇ ਪਾਈਏ। ਹਾਂ ਜੀ, ਬਿਲਕੁਲ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।